ਸਵਾਗਤ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਤੇ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਸਿਆਸੀ ਪਾਰਾ ਵਧੀ ਜਾ ਰਿਹਾ ਤੇ ਦੂਸਰੇ ਪਾਸੇ ਠੰਡ ਵਾਲਾ ਪਾਰਾ ਜਿਹੜਾ ਜੀ ਉਹ ਡਿੱਗੀ ਜਾ ਰਿਹਾ, ਉੱਦਾਂ ਹੀ ਕਈ ਤਰ੍ਹਾਂ ਦੀਆਂ ਚੀਜ਼ਾਂ ਅਜੀਬੋ-ਗਰੀਬ ਵਾਪਰ ਰਹੀਆਂ ਨੇ। ਕਿਸੇ ਤਾਂ ਪਾਸੇ ਇੱਦਾਂ ਲੱਗਦਾ ਵੀ ਅੱਜ ਫਲਾਨੀ ਪਾਰਟੀ ਦਾ ਹੱਥ ਉੱਤੇ ਹੈ, ਅਗਲੇ ਦਿਨ ਹੀ ਇੱਦਾਂ ਲੱਗਣ ਲੱਗ ਪੈਂਦਾ ਵੀ ਨਹੀਂ ਯਾਰ ਉਹਨਾਂ ਦਾ ਤਾਂ ਫਲਾਨੇ ਗੱਲੋਂ ਕੰਮ ਥੋੜ੍ਹਾ ਜਿਹਾ ਢਿੱਲਾ ਲੱਗਦਾ। ਅੱਜ ਵੀ ਕੁਛ ਇਸੇ ਤਰ੍ਹਾਂ ਦਾ ਮਿਲ ਮਿਲਾਪ ਜਿਹਾ ਹੈਗਾ। ਸੋ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਨਾਲ ਵੀਰ ਪਰਮੀਰ ਬਾਠ ਹੋਰੀ। ਬਾਠ ਸਾਹਿਬ ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ। ਤੁਸੀਂ ਸੁਣਾਓ? ਸਤਿ ਸ਼੍ਰੀ ਅਕਾਲ ਮਹਾਰਾਜ। ਹਾਲ ਚਾਲ ਤਾਂ ਠੀਕ ਆ, ਬਸ ਕਨਫਿਊਜ਼ਨ ਵੱਧਦੀ ਜਾਂਦੀ ਆ। ਕਿਵੇਂ? ਇਹੋ ਹੀ ਕਿ ਵੀ ਇੱਕ ਦਿਨ ਬੰਦੇ ਨੂੰ ਲੱਗਦਾ ਵੀ ਅੱਛਾ ਆਹ ਥੋੜ੍ਹੇ ਜਿਹੇ ਪੈਰਾਂ ਸਿਰ ਆ ਗਏ ਲੱਗਦੇ ਆ, ਬਿਆਨ ਵੀ ਠੀਕ ਆ, ਅਤੇ ਅਗਲੇ ਦਿਨ ਜਦੋਂ ਦੇਖੀਦਾ ਉਹ ਕਹਿੰਦੇ ਵੀ ਨਹੀਂ ਉਹ ਬਿਆਨ ਤਾਂ ਮੈਂ ਦਿੱਤਾ ਨਹੀਂ। ਜਾਂ ਫਿਰ ਅਗਲੇ ਬੰਨੇ ਉਹ ਲੱਗਦੇ ਨਿਕਲਦੀ ਗੱਲ ਵੀ ਉਹ ਕਹਿੰਦੇ ਵੀ ਉਹ ਜਾਪਦੇ ਹੀ ਆ ਠੀਕ, ਅੰਦਰੋਂ ਖਬਰਾਂ ਆਉਂਦੀਆਂ ਵੀ ਬਸ ਬੈਠੇ ਸੀ ਕਿ ਗੱਲ ਦੋਵਾਂ ਨੇ ਆਪਸ 'ਚ ਕੀਤੀ ਕੋਈ ਨਹੀਂ। ਹੁਣ ਜੇ ਇਸੇ ਹਿਸਾਬ ਨਾਲ ਹੀ ਕੰਮ ਚੱਲਦਾ ਰਿਹਾ ਤਾਂ ਮੈਂ ਸਾਰੇ ਵੱਖਰੀਆਂ ਪਾਰਟੀਆਂ ਦੇ ਸਪੋਰਟਰਾਂ ਦੀ ਗੱਲ ਕਰਦਾ, ਹਰੇਕ ਬੰਦਾ ਕਨਫਿਊਜ਼ਨ ਜੀ 'ਚ ਹੀ ਆ ਵੀ ਯਾਰ ਹੋਊ ਤੇ ਹੋਊ ਕੀ। ਸੰਧਾਲੀਆ ਸਾਹਿਬ, ਕਨਫਿਊਜ਼ਨ ਹੋਣੀ ਵੀ ਚਾਹੀਦੀ ਆ, ਇੰਨੀ ਕੁ ਤਾਂ ਜ਼ਰੂਰੀ ਆ। ਉਹਦਾ ਕਾਰਨ ਕੀ ਹੈ ਕਿ ਕਈ ਵਾਰੀ ਸਾਨੂੰ ਇਹ ਨਹੀਂ ਕਲੀਅਰ ਹੁੰਦਾ ਕਿ ਅਸੀਂ ਫਿਕਰ ਕਾਹਦਾ ਕਰਦੇ ਹਾਂ। ਸਾਨੂੰ ਫਿਕਰ ਹੁੰਦਾ ਕੋਈ ਰਿਸ਼ਤੇਦਾਰ ਢਿੱਲਾ ਮੱਠਾ ਹੋ ਜਾਏ ਨਾ, ਇਹ ਆਪਣੇ ਪੰਜਾਬੀਆਂ ਦੀ ਇੱਕ ਆਮ ਆਦਤ ਮਜਬੂਰੀ, ਉਹਨੂੰ ਕੋਈ ਸ਼ਬਦ ਵਰਤ ਲਓ। ਮੰਨ ਲਓ ਰਿਸ਼ਤੇਦਾਰ ਢਿੱਲਾ ਮੱਠਾ ਹੋਇਆ ਅਤੇ ਸਾਨੂੰ ਕਈ ਵਾਰੀ ਇਹ ਫਿਕਰ ਘੱਟ ਹੁੰਦਾ ਕਿ ਉਹ ਬੰਦਾ ਕਦੋਂ ਰਾਜ਼ੀ ਹੋਊਗਾ, ਉਹ ਬੰਦਾ ਸਿਹਤਮੰਦ ਕਦੋਂ ਹੋਊਗਾ, ਸਿਹਤਮੰਦ ਹੋਊਗਾ ਵੀ ਕਿ ਨਹੀਂ ਹੋਊਗਾ। ਅਸੀਂ ਉਹਦੇ ਸਿਹਤਮੰਦ ਪਹਿਲਾਂ ਹੀ ਹੋਣ ਤੋਂ ਜਾਂ ਉਹਦੀ ਪਹਿਲਾਂ ਹੀ ਆਸ ਅਰਦਾਸ ਕਰਨ ਤੋਂ ਪਹਿਲਾਂ ਸੋਚਦੇ ਨਿਆਣਿਆਂ ਦਾ ਕੀ ਬਣੂਗਾ। ਯਾਨੀ ਕਿ ਰੌਲਾ ਇਹ ਕਈ ਵਾਰੀ ਖਤਮ ਹੋ ਜਾਂਦਾ ਕਿ ਉਹ ਬੰਦਾ ਕਿੰਨਾ ਕੁ ਛੇਤੀ ਚਾਹੀਦਾ ਲੋੜੀਂਦਾ, ਵੀ ਨਿਆਣਿਆਂ ਦਾ ਫਿਕਰ ਪਹਿਲਾਂ ਹੋ ਜਾਂਦਾ। ਇਸੇ ਤਰੀਕੇ ਕਈ ਵਾਰੀ ਇੱਦਾਂ ਹੁੰਦਾ ਕਿ ਭਾਈ ਹੁਣ ਦੇਖੋ ਉਹ ਮੁੰਡਾ ਤਾਂ ਕਿਸੇ ਪਾਸੇ ਚੱਲਿਆ ਕੰਮ ਕਰਨ ਦੇ ਲਈ, ਉਹ ਉੱਥੇ ਜਾ ਕੇ ਕਿੱਥੇ ਰਹੂਗਾ, ਠੀਕ ਰਹੂਗਾ, ਕੰਮ ਕਰ ਕਿੱਦਾਂ ਹੋ ਜਾਂਦਾ, ਪਿੱਛੇ ਘਰਦਿਆਂ ਦਾ ਕੀ ਹੋਊਗਾ। ਯਾਨੀ ਸਾਡੇ ਲਈ ਮਸਲੇ ਕੁਛ ਹੋਰ ਨੇ। ਇੱਦਾਂ ਹੀ ਲੀਡਰਸ਼ਿਪ ਹੈ ਪੰਜਾਬ ਦੀ, ਜਿਹਦੇ ਕਰਕੇ ਲੋਕਾਂ ਦੀ, ਤੁਹਾਡੀ, ਸਾਡੀ, ਸਾਰਿਆਂ ਦੀ ਕਨਫਿਊਜ਼ਨ ਹੈ। ਇੱਕ ਗੱਲ ਦੇ ਉੱਤੇ ਹਰ ਇੱਕ ਪੰਜਾਬੀ ਸਹਿਮਤ ਹੈ ਅੱਜ ਦੀ ਤਰੀਕ ਦੇ ਵਿੱਚ, ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਥੱਲੇ ਡਿੱਗ ਪਿਆ, ਗਰਕ ਗਿਆ। ਜੇ ਐਤਕੀ ਨਾ ਬਚਾਇਆ ਗਿਆ ਤਾਂ ਇੰਨਾ ਥੱਲੇ ਚਲੇ ਜਾਣਾ, ਫਿਰ ਮੁੜ ਕੇ ਚੱਕ ਨਹੀਂ ਹੋਣਾ, ਵੀ ਬਹੁਤਾ ਥੱਲੇ ਨਾ ਡਿੱਗਣ ਦਿੱਤਾ ਜਾਵੇ। ਐਤਕੀ ਲੋੜ ਆ ਕਿ ਇਹਦੇ ਮੁੱਦੇ ਐਡਰੈਸ ਹੋਣ, ਲੋੜ ਆ ਕਿ ਇਹਨੇ ਉੱਪਰ ਕਿੱਦਾਂ ਜਾਣਾ ਉਹਦੇ 'ਤੇ ਸਾਰੀ ਚਰਚਾ ਹੋਵੇ। ਹੁਣ ਲੋੜ ਇਸ ਗੱਲ ਦੀ ਆ, ਪਰ ਸਾਡੇ ਲੀਡਰਾਂ ਦੇ ਕੋਲ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸੋਚਦੇ ਆ ਕਿ ਭਾਈ ਸਾਡੀ ਪਾਰਟੀ ਸੁਰੱਖਿਅਤ ਕਿਵੇਂ ਰਹੇ, ਉਹ ਜਿੱਤੂ ਕਿਵੇਂ। ਉਹਨਾਂ ਦੇ ਮਨ ਦੇ ਵਿੱਚ ਟਾਰਗੇਟ ਇਹ ਆ, ਲੋਕਾਂ ਦੇ ਮਨ ਦੇ ਟਾਰਗੇਟ ਕੁਛ ਹੋਰ ਨੇ। ਜਦੋਂ ਪਾਰਟੀ ਲੱਗਦਾ ਥੋੜ੍ਹੀ ਜਿਹੀ ਮਜ਼ਬੂਤ ਹੈ ਤਾਂ ਲੀਡਰਾਂ ਦਾ ਟਾਰਗੇਟ ਹੁੰਦਾ ਯਾਰ ਸਾਡੇ ਧੜੇ ਦੇ ਬੰਦੇ ਕਿੰਨੇ ਕੁ ਜਿੱਤਣਗੇ, ਟਿਕਟਾਂ ਕਿਹਨੂੰ ਕਿੰਨੀਆਂ ਕੁ ਮਿਲਣਗੀਆਂ। ਜਦੋਂ ਧੜੇ ਵਾਲਾ ਕੰਮ ਵੀ ਸੂਤ ਹੋ ਜਾਂਦਾ, ਫਿਰ ਬੰਦਾ ਦੇਖਦਾ ਯਾਰ ਮੇਰਾ ਕਿੱਦਾਂ ਦਰੁਸਤ ਆਊਗਾ। ਇਹ ਨਾ ਹੋਵੇ ਕਿ ਧੜਾ ਜਿੱਤ ਜਾਵੇ, ਪਾਰਟੀ ਜਿੱਤ ਜਾਵੇ, ਕਿਤੇ ਮੈਂ ਨਾ ਹਰ ਜਾਵਾਂ। ਫਿਰ ਬੰਦਾ ਆਪਦੀ ਸੀਟ ਸੁਰੱਖਿਅਤ ਕਰਨ ਨਾਲ ਲੱਗ ਪੈਂਦਾ। ਜਦੋਂ ਆਪਦਾ ਵੀ ਕੰਮ ਦਰੁਸਤ ਹੋ ਜਾਂਦਾ, ਫਿਰ ਅੱਜ ਕੱਲ੍ਹ ਇਹ ਵੀ ਗੱਲ ਹੈ ਘਰ ਵਾਲੀ ਨਾਲ ਟਿਕਟ ਲੈ ਜਾਵੇ, ਭਰਾ ਨਾਲ ਟਿਕਟ ਲੈ ਜਾਵੇ। ਜਾਣੀ ਕਿ ਜਿਹੜੇ 117 ਸਿਰ ਲੋਕ ਪੰਜਾਬ ਦੇ ਸਭ ਤੋਂ ਸਿਆਣੇ ਆਪਾਂ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਣੇ ਆ ਕਿ ਉਹ 2 ਕਰੋੜ ਤੇ 12 ਲੱਖ ਪੰਜਾਬ ਦੇ ਵੋਟਰਾਂ ਦੀ ਰਹਿਨੁਮਾਈ ਕਰਨ, ਉਹਨਾਂ ਦੇ ਲਈ ਕਾਨੂੰਨ ਬਣਾਉਣ, ਉਹਨਾਂ ਨੂੰ ਬਚਾਉਣ, ਪੰਜਾਬ ਨੂੰ ਉੱਪਰ ਲਿਆਉਣ। ਉਹਨਾਂ ਦੇ ਮਨ ਦੇ ਵਿੱਚ ਅਸਲ 'ਚ ਉਹ ਚੀਜ਼ਾਂ ਹੈ ਨਹੀਂ। ਉਹ ਫਿਰ ਕਦੇ ਇੱਦਾਂ ਦਾ ਬਿਆਨ ਦਿੰਦੇ, ਮੁਫਤਖੋਰੀ ਦਾ ਦਿੰਦੇ, ਕਦੇ ਸਭ ਕੁਝ ਸਬਸਿਡੀ 'ਤੇ ਦੇਣ ਦਾ ਦਿੰਦੇ, ਕਦੇ ਦੂਸਰੀ ਪਾਰਟੀ 'ਤੇ ਦੋਸ਼ ਲਾਉਂਦੇ ਆ। ਅਤੇ ਜਦੋਂ ਇੱਦਾਂ ਦੇ ਬਿਆਨ ਆਉਂਦੇ ਆ ਤਾਂ ਫਿਰ ਤੁਹਾਡੇ ਸਾਡੇ ਵਰਗੇ ਜਿਹੜੇ ਆਮ ਬੰਦੇ, ਉਹਨਾਂ ਦੀ ਕਨਫਿਊਜ਼ਨ ਵਧਣੀ ਆ। ਆਮ ਲੋਕਾਂ ਨੂੰ ਸੋਚਣਾ ਪਊਗਾ ਕਿ ਭਾਈ ਸਾਡੇ ਮੁੱਦੇ ਕੀ ਨੇ। ਇਹ ਆਮ ਲੋਕ ਸੋਚਦੇ ਆ। ਦੇਖੋ ਗੱਲ ਇਹ ਆ ਵੀ ਆਮ ਲੋਕ ਸੋਚਦੇ ਆ, ਹਰ ਬੰਦਾ ਫਿਕਰਮੰਦ ਆ, ਪਰ ਜਦੋਂ ਉਹਨੂੰ ਲੱਗਦਾ ਨਾ ਵੀ ਮੈਂ ਤੁਰਾਂ ਜੀ, ਫਿਰ ਰਾਹ ਦੇ ਵਿੱਚ ਕਨਫਿਊਜ਼ਨ ਜਿਹੜੀ ਉਹ ਤੰਗ ਕਰਦੀ। ਬੰਦੇ ਨੂੰ ਲੱਗਦਾ ਵੀ ਨਹੀਂ ਯਾਰ ਐਤਕੀ ਮੈਂ ਛੱਡੀਆਂ ਪਾਰਟੀਆਂ, ਐਤਕੀ ਫਲਾਣੇ ਦੇ ਨਾਲ। ਫਿਰ ਉਹ ਫਲਾਣੇ ਨੂੰ ਜਦੋਂ ਹੌਲੀ ਹੌਲੀ ਫੋਲੋ ਕਰਨਾ ਸ਼ੁਰੂ ਕਰਦਾ, ਫਿਰ 2-4 ਬੰਦਿਆਂ ਨਾਲ ਗੱਲ ਕਰਦਾ, ਫਿਰ ਇੱਕ ਅੱਧਾ ਇੱਧਰੋਂ ਉੱਧਰੋਂ ਯਾਰ ਗੱਲ ਤਾਂ ਠੀਕ ਆ, ਪਰ ਨਾ ਉਹ ਫਲਾਨੀ ਗੱਲ ਸੁਣੀ ਤੂੰ ਉਹਦੀ। ਫਿਰ ਉਹਦੇ ਦਿਮਾਗ 'ਚ ਕਨਫਿਊਜ਼ਨ ਆਉਂਦੀ ਵੀ ਯਾਰ ਹੈ ਤਾਂ ਗੱਲ ਸਹੀ। ਫਿਰ ਉਹ ਸੋਚਦਾ ਵੀ ਚੱਲ ਇਹ ਨਹੀਂ ਤਾਂ ਆਪਾਂ ਇੱਕ ਹੋਰ ਆਪਸ਼ਨ ਦੇਖਦੇ ਹਾਂ। ਫਿਰ ਹੋਰ ਆਪਸ਼ਨ ਦੇ ਬਾਰੇ ਜਦੋਂ ਸੋਚਣ ਲੱਗਦਾ ਤਾਂ ਉਹ ਕਹਿੰਦਾ ਨਹੀਂ ਪਹਿਲੇ ਨਾਲੋਂ ਆ ਠੀਕ ਲੱਗਦਾ ਕੰਮ, ਪਰ ਜੇ ਥੋੜ੍ਹਾ ਜਿਹਾ ਇੱਦਾਂ ਹੋ ਜਾਏ ਨਾ, ਕੱਲ੍ਹ ਜਿੱਦਾਂ ਆਪਾਂ ਗੱਲ ਕਰਦੇ ਹਾਂ ਉਹ ਭੂਆ ਦੇ ਮੁੱਛਾਂ ਵਾਲੀਆਂ ਵੀ ਚੱਲ ਚਾਚਾ ਕਹਿ ਲਿਆ ਕਰਾਂ ਯਾਰ ਕਿਤੇ, ਪਰ ਉਹ ਗੱਲ ਬਣਦੀ ਨਹੀਂ। ਹੁਣ ਵੀ ਜੇ ਆਪਾਂ ਇਸ ਵਕਤ ਵੇਖੀਏ ਤਾਂ ਚਲੋ ਇੱਕ ਕੈਂਡੀਡੇਟ ਤੋਂ ਕੁਦਰਤੀ ਆਪਾਂ ਗੱਲ ਕਰ ਲੈਂਦੇ, ਉਹ ਬਿਆਨ ਕਿੱਦਾਂ ਆਇਆ ਕਿੱਦਾਂ ਨਹੀਂ, ਆਪਾਂ ਉੱਥੋਂ ਸ਼ੁਰੂ ਕਰ ਲੈਂਦੇ ਹਾਂ। ਸੋਨੂੰ ਸੂਦ ਹੋਰੀ ਜਦੋਂ ਚਰਚਾ 'ਚ ਆਉਂਦੇ ਆ ਜੀ, ਕਰੋਨਾ ਦੇ ਵਿੱਚ ਜੋ ਬੰਦੇ ਨੇ ਕੰਮ ਕੀਤਾ, ਬੱਲੇ ਬੱਲੇ ਵੀ ਕਮਾਲ ਹੋ ਗਈ ਹੈ ਨਾ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਹ ਚਰਚਾ ਆਈ ਵੀ ਯਾਰ ਬੰਦਾ ਸ਼ਾਇਦ ਰਾਜਨੀਤੀ ਜਾਊ। ਉਹਨੇ ਕਲੀਅਰ ਕਰਤਾ ਵੀ ਮੈਂ ਤਾਂ ਆਉਂਦਾ ਨਹੀਂ। ਫਿਰ ਆਉਂਦੇ ਵੀ ਨਹੀਂ ਉਹ ਤਾਂ ਹੁਣ ਫਲਾਨੀ ਪਾਰਟੀ ਜਾਊ। ਨਹੀਂ ਫਲਾਨੀ 'ਚ ਕਿਉਂ ਜਾਊ, ਉਹ ਤਾਂ ਫਲਾਨੀ ਨੂੰ ਮਿਲ ਲਿਆ।
ਅੱਛਾ ਫਿਰ ਹੁਣ ਉਹਦੇ ਜਾਊ, ਉਹ ਨਹੀਂ ਯਾਰ ਉਹ ਤਾਂ ਫਲਾਣੇ ਨੂੰ ਮਿਲਿਆ। ਉਹ ਕਨਫਿਊਜ਼ਨ ਘੁੰਮਦੀ ਘੁਮਾਉਂਦੀ ਉਦੋਂ ਜਾ ਕੇ ਕੰਮ ਨਿਬੜ ਗਿਆ ਜਿੱਦਣ ਭੈਣ ਜੀ ਕਾਂਗਰਸ 'ਚ ਸ਼ਾਮਲ ਹੋ ਗਏ। ਹੁਣ ਉਦੋਂ ਬਾਅਦ ਚਰਚਾ ਇੱਕ ਹੋਰ ਕਨਫਿਊਜ਼ਨ ਵਾਲੀ, ਉਹ ਯਾਰ ਭੈਣ ਜੀ ਹੁਣੀ ਕਾਂਗਰਸ ਸ਼ਾਮਲ ਹੋ ਗਏ, ਸੋਨੂੰ ਸੂਦ ਕਹਿੰਦਾ ਮੈਂ ਨਹੀਂ ਭੈਣ ਲਈ ਪ੍ਰਚਾਰ ਕਰਨਾ। ਹੁਣ ਵੈਸੇ ਮੈਂ ਜਸਟ ਇੱਕ ਐਗਜ਼ਾਮਪਲ ਦਿੱਤੀ ਹੈ ਬਾਕੀ ਸਾਰੀਆਂ ਉਦਾਹਰਨਾਂ ਦੇ ਵਿੱਚੋਂ, ਵੀ ਜਦੋਂ ਆਪਾਂ ਕਿਸੇ ਇੱਕ ਥਾਂ ਦੇ ਉੱਪਰ ਧਿਆਨ ਕੇਂਦਰਿਤ ਕਰਦੇ ਹਾਂ, ਉਹ ਚਾਹੇ 1.5-2 ਸਾਲ ਤੋਂ ਧਿਆਨ ਚੱਲਦਾ ਹੁਣ ਬਾਕੀ ਸਾਰੇ ਤਾਂ ਕਰ ਕੁਛ ਨਹੀਂ ਸਕਦੇ, ਵੋਟਾਂ ਤੇ ਰਹਿ ਗਈਆਂ ਮੋਗੇ ਵਾਲਿਆਂ ਦੇ ਹੱਥ 'ਚ। ਪਰ ਮੋਗੇ ਵਾਲੇ ਜਦੋਂ ਇਸ ਗੱਲ ਦੇ ਉੱਪਰ ਸੋਚਦੇ ਹੋਣਗੇ ਤੇ ਇੱਕ ਵਾਰਾਂ ਦੇ ਬੰਦਾ ਸੋਚਦਾ ਉਹ ਵੀ ਯਾਰ ਇੱਦਾਂ ਤੇ ਕਰੀਏ ਕੀ। ਨਹੀਂ, ਮੋਗੇ ਵਾਲੇ ਬਹੁਤ ਕੁਝ ਸੋਚਦੇ ਹੋਣੇ ਆ। ਮੋਗੇ ਵਾਲਿਆਂ ਨੇ ਤਾਂ ਉਦੋਂ ਵੀ ਸੋਚਿਆ ਸੀ ਜਦੋਂ ਅਚਾਨਕ ਜੋਗਿੰਦਰਪਾਲ ਜੈਨ ਹੋਰੀ ਰਾਤੋਂ ਰਾਤ ਕਾਂਗਰਸੀ ਤੋਂ ਅਕਾਲੀ ਬਣ ਗਿਆ ਸੀ। ਮੋਗੇ ਵਾਲਿਆਂ ਨੇ ਸੋਚਿਆ ਪਰ ਜਿਤਾ ਦਿੱਤੇ ਸੀ, ਕੋਈ ਗੱਲ ਨਹੀਂ। ਮੋਗੇ ਵਾਲਿਆਂ ਨੇ ਕਈ ਕੁਝ ਸੋਚਿਆ ਸੀ, ਇਸੇ ਕਰਕੇ ਪਿਛਲੀ ਵਾਰੀ ਅਕਾਲੀ ਦਲ ਦੇ ਉਮੀਦਵਾਰ ਤੀਸਰੇ ਨੰਬਰ ਤੇ ਰਹਿ ਗਿਆ ਸੀ ਤੇ ਗਹਿ ਗੱਚ ਮੁਕਾਬਲਾ ਆਪ ਤੇ ਕਾਂਗਰਸ ਦੇ ਕੈਂਡੀਡੇਟ 'ਚ ਹੋਇਆ ਸੀ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਠੋਕ ਕੇ ਵੋਟਾਂ ਪਾਈਆਂ ਸੀ। ਸਿਰਫ 2000 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਂਗਰਸੀ ਉਮੀਦਵਾਰ ਡਾਕਟਰ ਹਰਜੋਤ ਕਮਲ ਤੋਂ ਹਾਰੇ ਸੀ। ਯਾਨੀ ਕਿ ਮੋਗੇ ਵਾਲਿਆਂ ਨੇ ਕਸਰ ਨਹੀਂ ਸੀ ਛੱਡੀ ਕੋਈ। ਉਹਦੇ ਤੋਂ ਬਾਅਦ ਤੁਸੀਂ ਦੇਖੋ ਕਿ ਮੋਗੇ ਵਾਲਿਆਂ ਨੇ ਐਤਕੀ ਵੀ ਜਦੋਂ ਨਿਗਮ ਦੀਆਂ ਚੋਣਾਂ ਹੋਈਆਂ ਉਦੋਂ ਵੀ ਨਤੀਜੇ ਜਿਹੜੇ ਆ ਬਾਕੀ ਪੰਜਾਬ ਤੋਂ ਭੂਰਾ ਵੱਖਰੇ ਦਿਖਾਲੇ ਸੀ। ਬਹੁਤ ਕੁਝ ਘਟਿਆ ਵਾਪਰਿਆ, ਜਾਣੀ ਆਜ਼ਾਦ ਹੀ ਬੰਦੇ ਜਿਤਾਤੇ ਸੀ 10-12। ਐਤਕੀ ਜਿਹੜੀ ਆ ਸੋਨੂੰ ਸੂਦ ਹੋਰਾਂ ਵਾਲੀ ਗੱਲ ਹੈ, ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਕੋਵਿਡ ਆਇਆ ਸੀ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਸਰਕਾਰਾਂ ਨਹੀਂ ਕੀਤਾ, ਇਸੇ ਕਰਕੇ ਉਹਨੂੰ ਮੌਕਾ ਮਿਲਿਆ। ਉਹਨੇ ਕੰਮ ਠੋਕ ਵਜਾ ਕੇ ਕੀਤਾ, ਉਹਦੇ ਕੰਮ ਨੂੰ ਸਲਿਊਟ ਆ, ਸਲਾਮ ਆ। ਸਗੋਂ ਉਹਦੇ ਵੱਲ ਦੇਖ ਕੇ ਸੋਨੂੰ ਸੂਦ ਵੱਲ ਪਤਾ ਨਹੀਂ ਕਿੰਨੇ ਕੁ ਬੰਦੇ ਹੋਰ ਕੰਮ ਤੇ ਲੱਗੇ, ਪਰ ਉਹਦਾ ਆਪਣਾ ਇੱਕ ਸਮਾਜ ਸੇਵਾ ਦਾ ਕੰਮ ਹੈ। ਫਿਰ ਉਹਨਾਂ ਨੇ ਕਿਹਾ ਜੀ ਰਾਜਨੀਤੀ ਦੇ ਵਿੱਚ ਆਉਣਾ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਉਸ ਬੰਦੇ ਦਾ ਲੋਕਤੰਤਰੀ ਹੱਕ ਹੈ, ਉਹਦੇ ਟੱਬਰ ਦਾ ਹੱਕ ਹੈ। ਹਾਂ, ਇੱਕ ਸਵਾਲ ਇੱਥੇ ਜ਼ਰੂਰ ਖੜਦਾ ਹੈ, ਉਹ ਕੰਮ ਸਾਰੀ ਪੰਜਾਬ 'ਚ ਕਰਦੇ ਆ, ਉਹ ਮੋਗੇ 'ਚ ਕਰਦੇ ਆ, ਉਹ ਐਜੂਕੇਸ਼ਨ ਲਈ ਕਰਦੇ ਆ, ਸਾਰਾ ਕੰਮ ਜਿੰਨਾ ਕਰਦੇ ਆ ਬਹੁਤ ਵਧੀਆ। ਜੇ ਤਾਂ ਉਹ ਕਹਿੰਦੇ ਜੀ ਮੈਂ ਇੱਕ ਪਾਰਟੀ ਬਣਾਉਣੀ ਹੈ, ਜਾਂ ਉਹਨਾਂ ਦੀ ਸਿਸਟਰ ਕਹਿੰਦੇ ਕਿ ਮੈਂ ਇੱਕ ਪਾਰਟੀ ਬਣਾਉਣੀ ਹੈ, ਕਿਉਂਕਿ ਜੇ ਇੱਕ MLA ਬਣ ਕੇ ਅਸੀਂ ਬਹੁਤ ਵਧੀਆ ਕੰਮ ਕਰਨ ਦੇ ਵਿੱਚ ਕਾਮਯਾਬ ਹੁੰਨੇ ਆ, ਫਿਰ ਤਾਂ ਬੜੇ ਵਿਰੋਧੀ ਧਿਰਾਂ ਦੇ MLA ਜਿਹੜੇ ਕਹਿੰਦੇ ਜੀ ਸਰਕਾਰ ਦੇ ਨਾਲ ਸਾਡੀ ਬਣਦੀ ਨਹੀਂ ਸੀ, ਸਰਕਾਰ ਕਿਸੇ ਹੋਰ ਧਿਰ ਦੀ ਸੀ ਤੇ ਸਾਡੇ ਹਲਕੇ ਨੂੰ 1 ਰੁਪਈਆ ਨਹੀਂ ਦਿੱਤਾ ਕਿਸੇ ਨੇ। ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸੰਵਿਧਾਨਕ ਸਟਰਕਚਰ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੈ ਕਿ ਜੇ ਤੁਸੀਂ ਸਰਕਾਰ ਦੇ ਵਿੱਚ ਨਹੀਂ ਤਾਂ MLA ਦੇ ਕੋਲ ਇੱਕ ਪੰਜੀ ਦਾ ਅਧਿਕਾਰ ਨਹੀਂ ਹੈਗਾ। ਤਾਂ ਜੇ ਤੁਸੀਂ ਸੱਤਾਧਾਰੀ ਧਿਰ 'ਚ ਵੀ ਹੋ ਪਰ ਤੁਹਾਡੀ ਮੁੱਖ ਮੰਤਰੀ ਨਾਲ ਬਣਦੀ ਨਹੀਂ, ਫਿਰ ਵੀ ਤੁਹਾਡੇ ਕੋਲੇ ਪੰਜੀ ਦਾ ਅਧਿਕਾਰ ਨਹੀਂ ਹੈਗਾ। ਇਹ ਗੱਲ ਆਪਾਂ ਦੇਖੀ ਹੈ ਪਿਛਲੇ ਸਮੇਂ 'ਚ। ਹੁਣ ਠੀਕ ਹੈ, ਉਹਨਾਂ ਨੇ ਇੱਕ ਚੋਣ ਲੜਨ ਦਾ ਐਲਾਨ ਕਰ ਦਿੱਤਾ, ਉਹਨਾਂ ਦੀ ਭੈਣ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ। ਜੇ ਉਹ MLA ਬਣ ਵੀ ਜਾਂਦੇ ਆ ਪਰ ਸਰਕਾਰ ਕਿਸੇ ਹੋਰ ਦੀ ਬਣ ਜਾਂਦੀ ਹੈ, ਪਹਿਲਾਂ ਤਾਂ ਹੋ ਸਕਦਾ ਕਿ ਉਹ ਸਾਰੇ ਵੋਟਰਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੇ ਹੋਣ, ਪਰ ਹੋ ਸਕਦਾ ਹੁਣ ਕਿਸੇ ਹੋਰ ਧਿਰ ਦਾ ਬੰਦਾ ਹੋਵੇ ਤਾਂ ਉਹਨਾਂ ਦੇ ਕੋਲੇ ਆਵੇ ਹੀ ਨਾ। ਜਾਣੀ ਜਦੋਂ ਸਮਾਜ ਸੇਵਾ ਵੀ ਕਰਨੀ ਹੈ, ਠੀਕ ਹੈ, ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ, ਪਰ ਕਿਤੇ ਨਾ ਕਿਤੇ ਸਮਾਜ ਸੇਵਾ ਕਰਦਿਆਂ ਉਹਨਾਂ ਦਾ ਕੱਦ ਜਿੰਨਾ ਵੱਡਾ ਸੀ, ਉਹ ਇੱਕ ਸੀਟ ਦੇ ਨੇੜੇ ਤੇੜੇ ਆ ਕੇ ਜਿੱਦਾਂ ਫਿਕਸ ਹੋਇਆ ਨਾ, ਉਹਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਹੁਣ ਜਿਹੜੀ ਗੱਲ ਤੁਸੀਂ ਕਹੀ ਕਿ ਉਹ ਕਹਿੰਦੇ ਮੈਂ ਪ੍ਰਚਾਰ ਨਹੀਂ ਕਰਨਾ, ਦੇਖੋ ਭੜਕ ਨੂੰ ਕਾਂਗਰਸ ਪਾਰਟੀ ਨੂੰ ਲੋੜ ਤਾਂ ਹੋਊਗੀ। ਤੁਸੀਂ ਕਹਿੰਦੇ ਹੋ ਪ੍ਰਚਾਰ ਨਹੀਂ ਕਰਨਾ, 14 ਤਰੀਕ ਨੂੰ ਪੰਜਾਬ 'ਚ ਵੋਟਾਂ ਪੈ ਜਾਣੀਆਂ, 14 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਵਿੱਚ 7 ਮਾਰਚ ਤੱਕ ਪੈਣੀਆਂ। ਉਹ 14 ਫਰਵਰੀ ਤੋਂ ਲੈ ਕੇ 7 ਮਾਰਚ ਤੱਕ ਦੇ ਜਿਹੜੇ ਦਿਨ ਨੇ, ਉਹਨਾਂ ਦਿਨਾਂ ਦੇ ਵਿੱਚ ਬੀਬੀ ਮਾਲਵਿਕਾ ਸੂਦ ਜੇ UP ਜਾਂਦੇ ਆ, ਉੱਥੇ ਜਾ ਕੇ ਜੇ ਲੋਕਾਂ ਨੂੰ ਸੰਬੋਧਨ ਕਰਦੇ ਆ ਤੇ ਉੱਥੇ ਇਹ ਥੋੜੀ ਕਿਹਾ ਜਾਊਗਾ ਕਿ ਬੀਬੀ ਮਾਲਵਿਕਾ ਸੂਦ ਆਏ ਨੇ, ਉੱਥੇ ਕਿਹਾ ਜਾਊਗਾ ਕਿ ਸੋਨੂੰ ਸੂਦ ਦੇ ਭੈਣ ਜੀ ਆਏ ਨੇ। ਤੇ ਜਦੋਂ ਸੋਨੂੰ ਸੂਦ ਹੋਰਾਂ ਦੇ ਭੈਣ ਜੀ ਆਏ ਹੋਣਗੇ, ਜੇ ਸੋਨੂੰ ਸੂਦ ਹੋਰੀ ਸਿੱਧੇ ਜਾ ਕੇ 10 ਬੰਦਿਆਂ ਨੂੰ ਪ੍ਰਭਾਵਿਤ ਕਰਨਗੇ, 8 ਦੇ ਉੱਤੇ ਗੱਲ ਤਾਂ ਫਿਰ ਵੀ ਜਾਣੀ ਹੈ। ਯਾਨੀ ਪਾਰਟੀਆਂ ਜਦੋਂ ਫੈਸਲੇ ਲੈਂਦੀਆਂ, ਆਪਣੇ ਇੱਕ ਮੌਜੂਦਾ ਵਿਧਾਇਕ ਨੂੰ ਗੁੱਸੇ ਕਰ ਲੈਂਦੀਆਂ, ਉਹਨਾਂ ਦੇ ਨਾਲ ਮੇਅਰ ਹੋਵੇ, ਡਿਪਟੀ ਮੇਅਰ ਹੋਵੇ, ਕਈ ਕੌਂਸਲਰ ਤੇ ਕਈ ਸਰਪੰਚ ਹੋਣ, ਇਹਦੇ ਬਾਵਜੂਦ ਵੀ ਜੇ ਪਾਰਟੀ ਦੇ ਪ੍ਰਧਾਨ ਤੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਇਹ ਕਿਹਾ ਜਾਣਾ ਯਾਰ ਹੋਰ ਕਿਤੇੋਂ ਟਿਕਟ ਲੈ ਲਾ, ਇੱਥੋਂ ਆਪਾਂ ਇਹਨਾਂ ਨੂੰ ਦੇਣੀ ਹੈ, ਕੋਈ ਨਾ ਕੋਈ ਚੀਜ਼ ਤਾਂ ਮਨ 'ਚ ਹੁੰਦੀ ਹੈ। ਗੱਲ ਤਾਂ ਆਹੀ ਹੈ ਨਾ, ਇਹ ਹੁਣ ਸਾਰੀਆਂ ਕਨਫਿਊਜ਼ਨਾਂ ਨੇ। ਹੁਣ ਦੇਖੋ ਉਹ ਦਿਨ ਵੀ ਸੀਗਾ ਜਿਸ ਦਿਨ ਅਜੇ ਇੱਕ ਦਿਨ ਪਹਿਲਾਂ ਜੇ ਆਪਾਂ ਹੀ ਗੱਲ ਕਰਦੇ ਸੀ ਵੀ ਚੰਨੀ ਸਾਹਿਬ ਕਹਿੰਦੇ ਵੀ ਨਾ ਮੈਂ ਨਹੀਂ ਬਹਿੰਦਾ, ਸਿੱਧੂ ਸਾਹਿਬ ਕਹਿੰਦੇ ਲੈ ਕਿਹੜਾ ਚੰਨੀ। ਅਗਲੇ ਦਿਨ ਹੀ ਦੋਵੇਂ ਬੰਦੇ ਸੱਜੇ ਖੱਬੇ ਬੈਠੇ ਸੀ, ਇਹਦੇ ਵਿਚਾਲੇ ਸਿੱਧੂ ਮੂਸੇਵਾਲਾ ਸਾਹਿਬ ਨੂੰ ਪਾਇਆ, ਰੌਲਾ ਪੈ ਗਿਆ ਵੀ ਉਹ ਅੱਛਾ ਜੀ ਇਹ ਤਾਂ ਸਿਆਸਤ ਦੇ ਵਿੱਚ ਨਵੀਂ ਚੇਂਜ ਆ ਗਈ, ਨਵਾਂ ਭੁਚਾਲ ਆ ਗਿਆ। ਲਗਭਗ ਉਸ ਦਿਨ ਕੋਈ ਬਹੁਤਾ ਰੌਲਾ ਨਜ਼ਰ ਆਇਆ ਨਹੀਂ। ਜਿਵੇਂ ਜਿਵੇਂ ਦਿਨ ਲੰਘਦੇ ਗਏ ਤਿਵੇਂ ਤਿਵੇਂ ਇਹ ਵੀ ਰੌਲਾ ਪੈ ਗਿਆ ਵੀ ਇੱਦਾਂ ਕਿੱਦਾਂ ਮਹਾਰਾਜ, ਸੀਟ ਤਾਂ ਸਾਡੀ ਬਣਦੀ। ਜਿਹੜੇ ਪਹਿਲਾਂ ਦੇ ਕਾਂਗਰਸੀ ਸੀ ਉਹ ਕਹਿਣ ਲੱਗ ਪਏ ਵੀ ਸਾਡੀ ਸੀਟ ਬਣਦੀ। ਹੁਣ ਤੁਸੀਂ ਇਹ ਦੇਖੋ ਵੀ ਜਦੋਂ ਇੱਕ ਝੂਠੀ ਸੱਚੀ ਜੀ ਆਈ ਚਿੱਠੀ, ਲਓ ਜੀ ਫਲਾਣੇ ਨੂੰ ਟਿਕਟ ਦੇ ਦਿੱਤੀ ਜੀ ਕਾਂਗਰਸ ਪਾਰਟੀ ਨੇ, ਉਹ 'ਤੇ ਆਪਾਂ ਬਾਅਦ 'ਚ ਆਉਂਦੇ ਹਾਂ।
ਉਦੋਂ ਨਾਲ ਹੀ ਇਹ ਚਰਚਾ ਚੱਲ ਪਈ ਵੀ ਸਿੱਧੂ ਮੂਸੇਵਾਲਾ ਸਾਹਿਬ ਤਾਂ ਫਿਰ ਦੂਸਰੇ ਨਵਜੋਤ ਸਿੱਧੂ ਸਾਹਿਬ ਨੂੰ ਜਾ ਕੇ ਮਿਲਣ ਡਿਆ ਵੀ ਮਾਲਕੋ ਇਦਾਂ ਕਿੱਦਾਂ ਮਹਾਰਾਜ ਗੱਲ ਕੋਈ ਹੋਰ ਹੋਈ ਸੀ। ਉਦੋਂ ਤੁਸੀਂ ਬੰਦਾ ਸੱਦ ਕੇ ਲਿਆਂਦਾ ਸੀ ਤੇ ਹੁਣ ਤੁਸੀਂ ਕਹਿੰਦੇ ਵੀ ਹੈ ਜੀ। ਦੇਖੋ ਇਦਾਂ ਲੱਗਦਾ ਕਿ ਸਿੱਧੂ ਮੂਸੇਵਾਲੇ ਦੀ ਟਿਕਟ ਤਾਂ ਪੱਕੀ ਲੱਗਦੀ ਹੈ। ਉਹਦਾ ਕਾਰਨ ਇਹ ਹੈ ਕਿ ਉਹ ਰਾਜਾ ਵੜਿੰਗ ਹੋਰਾਂ ਦੇ ਹਲਕੇ 'ਚ ਵੀ ਜਾ ਕੇ ਰੈਲੀਆਂ ਕਰ ਰਹੇ। ਤਕਰੀਬਨ 1.5 ਦਰਜਨ ਪੰਜਾਬ ਵਿਧਾਨ ਸਭਾ ਦੇ ਮਾਲਵੇ ਵਾਲੇ ਹਲਕਿਆਂ ਨੂੰ ਕਵਰ ਉਹਨਾਂ ਨੇ ਕਰ ਦਿੱਤਾ, ਕਿਉਂਕਿ ਰੈਲੀ ਰੱਖੀ ਜਾਂਦੀ ਸੀ, ਇਕੱਠ ਰੱਖਿਆ ਜਾਂਦਾ ਸੀ, ਉੱਥੇ ਉਹ ਜਾਂਦੇ ਸੀ। ਹੁਣ ਵੀ ਕਈ ਹਲਕਿਆਂ ਦੇ ਵਿੱਚ ਕਿਉਂਕਿ ਨੌਜਵਾਨਾਂ ਦੀਆਂ ਵੋਟਾਂ ਲੈਣ ਦੇ ਲਈ ਉਹਨਾਂ ਨੂੰ ਵਰਤਿਆ ਤਾਂ ਜਾ ਰਿਹਾ ਹੈ। ਜੇ ਭਾਜਪਾ ਵਾਲੇ ਸਨੀ ਦਿਓਲ ਨੂੰ ਵਰਤ ਸਕਦੇ ਆ, ਜੇ ਕਾਂਗਰਸ ਪਾਰਟੀ ਵਾਲੇ ਮੁਹੰਮਦ ਸਦੀਕ ਨੂੰ ਪਹਿਲਾਂ ਵਰਤ ਸਕਦੇ ਆ, ਜੇ ਅਕਾਲੀ ਦਲ ਵਾਲੇ ਹੰਸਰਾਜ ਹੰਸੋਰਾ ਨੂੰ ਵਰਤ ਸਕਦੇ ਆ, ਤਾਂ ਫਿਰ ਕਿੱਡੀ ਗੱਲ ਹੈ। ਜੇ KS ਮੱਖਣ ਹੋਰਾਂ ਦੀ ਵਰਤੋਂ ਬਹੁਜਨ ਸਮਾਜ ਪਾਰਟੀ ਵਾਲੇ ਕਰ ਸਕਦੇ ਆ, ਜਾਣੀ ਸਿਆਸਤਦਾਨਾਂ ਨੇ ਤਾਂ ਕਲਾਕਾਰਾਂ ਦੇ ਨਾਂ ਤੇ ਵੋਟਾਂ ਲੈਣੀਆਂ। ਰੌਲਾ ਬਹੁਤ ਹੈ, ਲੋਕਾਂ ਦੀ ਕਨਫਿਊਜ਼ਨ ਜਾਇਜ਼ ਹੈ, ਲੋਕਾਂ ਨੇ ਫੈਸਲਾ ਕਰਨਾ। ਦੇਖੋ ਸਿੱਧੂ ਮੂਸੇਵਾਲੇ ਹੋਰਾਂ ਨੇ ਵੱਡਾ ਇਕੱਠ ਕੀਤਾ, ਉਹਨਾਂ ਨੇ ਸਰਗਰਮੀਆਂ ਸ਼ੁਰੂ ਕਰਤੀਆਂ। ਪਹਿਲਾਂ ਤਾਂ ਜਸਪਿੰਦਰ ਵੀਰ ਹੋਰੀ ਜਿਹੜੇ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਨੇ, ਪਹਿਲਾਂ ਤਾਂ ਉਹਨਾਂ ਨੇ ਕਹਿ ਦਿੱਤਾ, ਉਹਨਾਂ ਨੇ ਡੋਪ ਦਾ ਵੀ ਦੋਸ਼ ਲਾਤਾ, ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਕਹਿੰਦੇ ਆ ਕਿ ਭਾਈ ਮੈਂ ਤਾਂ ਖਲੋਤਾ ਜੇ, ਕੋਈ ਗੱਲ ਨਹੀਂ, ਮੈਂ ਸਿੱਧੂ ਮੂਸੇਵਾਲੇ ਨੂੰ ਟਿਕਟ ਨਹੀਂ ਲੈਣ ਦਿੰਦਾ। ਪਰ ਜਦੋਂ ਉਹਨਾਂ ਨੇ ਇੱਕ ਰੈਲੀ ਕੀਤੀ ਸੀ ਤਾਂ ਉਹਦੇ ਵਿੱਚ ਕਿਹਾ ਸੀ ਕਿ ਤੁਸੀਂ ਮੇਰੀਆਂ ਬਾਹਾਂ ਹੋ, ਮੈਂ ਇੱਕ ਆਮ ਕਰਦਾ ਮੁੰਡਾ, ਜਿਹੜੇ ਯੂਥ ਕਾਂਗਰਸ ਦੇ ਪ੍ਰਧਾਨ ਦੀ ਗੱਲ ਕਰਦਾ, ਮੈਂ ਸਿੱਧੂ ਮੂਸੇਵਾਲੇ ਨੂੰ ਨਹੀਂ ਖੜਕਣ ਦਿੰਦਾ, ਉਹਨੇ ਮੇਰੀਆਂ ਬੱਸਾਂ ਰੋਕੀਆਂ, ਗਨਮੈਨਾਂ ਨੇ ਬੱਸਾਂ ਰੋਕੀਆਂ। ਪਰ ਜਿਹੜੀ ਆਖਰੀ ਗੱਲ ਉਹਨੇ ਕਹੀ ਸੀ ਕਿ ਫਿਰ SHO ਤੁਹਾਡੇ ਕਹਿਣ ਤੇ ਲੱਗੂਗਾ, ਉੱਥੇ ਥੋੜੀ ਜਿਹੀ ਗੱਲ ਰੜਕੀ ਹੈ ਕਿ ਜੇ ਇੱਕ ਕਲਾਕਾਰ ਤੋਂ ਤੁਹਾਨੂੰ ਆਸਾਂ ਨਹੀਂ ਕਿ ਉਹ ਠੀਕ ਕੰਮ ਨਹੀਂ ਕਰੂਗਾ, ਤਾਂ ਫਿਰ ਕਾਂਗਰਸੀਆਂ ਦੇ ਕਹਿਣ ਦੇ ਉੱਤੇ SHO ਲਵਾ ਕੇ ਆਪਾਂ ਕਿੰਨਾ ਕੁ ਠੀਕ ਕਰ ਪਾਵਾਂਗੇ। ਇੱਕ ਤੀਸਰੀ ਗੱਲ ਵੀ ਹੈਗੀ ਹੈ, ਨਾਜਰ ਸਿੰਘ ਮਾਨਸ਼ਾਹੀ ਆ, ਇਸੇ ਹਲਕੇ ਤੋਂ MLA ਨੇ, ਉਹ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ, ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਉਹਨਾਂ ਨੇ ਇੱਕ ਚਿੱਠੀ ਲਿਖੀ ਕਾਂਗਰਸ ਹਾਈ ਕਮਾਂਡ ਨੂੰ, ਉਹ ਕਹਿੰਦੇ ਜੀ ਮੈਂ 20,000 ਤੋਂ ਵੱਧ ਵੋਟਾਂ ਦੇ ਨਾਲ ਜਿੱਤਿਆ, ਮੈਂ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਇਆ, ਇਸ ਲੀਡਰ ਦੀ ਪ੍ਰੇਰਨਾ ਦੇ ਨਾਲ ਸ਼ਾਮਿਲ ਹੋਇਆ, ਸਾਡਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ, ਮੇਰਾ ਭਰਾ ਇਸ ਲੀਡਰ ਦੇ ਨਾਲ ਇੰਨੇ ਸਾਲ ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਰਿਹਾ, ਆਹ ਹੋਰ ਕਾਂਗਰਸ ਦੇ ਵਿੱਚ ਸਾਡੀਆਂ ਸਰਗਰਮੀਆਂ ਨੇ, ਤੇ ਹੁਣ ਤੁਸੀਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੂੰ ਟਿਕਟ ਦੇਣ ਲੱਗੇ ਹੋ, ਮੈਂ ਵਿਰੋਧਤਾ ਕਰਦਾ, ਮੇਰੇ ਕੰਮਾਂ ਨੂੰ ਦੇਖਦੇ ਹੋਏ ਤੁਸੀਂ ਮੈਨੂੰ ਟਿਕਟ ਦਿਓ। ਠੀਕ ਹੈ ਗੱਲ, ਪਰ ਜੇ ਤੁਸੀਂ ਇੰਨੇ ਹੀ ਵਧੀਆ ਪੁਰਾਣੇ ਕਾਂਗਰਸੀ, ਤੁਸੀਂ ਆਮ ਆਦਮੀ ਪਾਰਟੀ ਜਾ ਕੇ ਟਿਕਟ ਕਿਉਂ ਲਈ? ਇਹੋ ਹੀ ਤੇ ਕਨਫਿਊਜ਼ਨ ਹੈ ਨਾ, ਤਾਂ ਹੀ ਤਾਂ ਆਪਾਂ ਅੱਜ ਗੱਲ ਸ਼ੁਰੂ ਕੀਤੀ। ਦੂਜੀ ਗੱਲ ਇਹ ਵੀ ਕਰਦੇ ਆ, ਉਹ ਕਹਿੰਦੇ ਵੀ ਮਾਨਸੇ ਤੋਂ ਤਾਂ ਬਣਦੀ ਨਹੀਂ, ਉਹ ਪੈਂਦਾ ਭਾਈ ਸਾਹਿਬ ਸਰਦੂਲਗੜ੍ਹ, ਉਧਰੋਂ ਦੇ ਲਓ, ਮੇਰੇ ਮਾਨਸੇ ਵਾਲੀ ਸੀਟ ਪੱਕੀ, ਮੈਂ ਇੱਥੋਂ ਬੈਠਾ, ਖਰਾਬ ਨਾ ਕਰ ਲਿਓ, ਇਹਨੂੰ ਖਰਾਬ ਨਾ ਕਰ ਲਿਓ ਤੁਸੀਂ। ਹੁਣ ਦੇਖੋ ਗੱਲ ਇਹ ਆ ਵੀ ਪਹਿਲੀ ਗੱਲ ਤੇ ਇਹ ਵੀ ਕਨਫਿਊਜ਼ਨ ਲੋਕਾਂ ਨੂੰ ਉਦੋਂ ਹੋਈ ਹੋ ਮਾਨਸੇ ਵਾਲਿਆਂ ਨੂੰ ਜਦੋਂ ਅਜੇ ਚੰਗਾ ਭਲਾ ਮਾਹੌਲ ਚੱਲਦਾ ਸੀ, ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਸੀ। ਜੇ ਮੈਂ ਗਲਤ ਨਹੀਂ ਤੇ ਸਭ ਤੋਂ ਪਹਿਲਾਂ ਮਾਨਸ਼ਾਹੀਆ ਸਾਹਿਬ ਸੀਗੇ ਜਿਨ੍ਹਾਂ ਨੇ ਛਾਲ ਮਾਰੀ ਸੀ ਜੀ। ਉਦੋਂ ਲੋਕ ਯਾਰ ਕੀ ਗੱਲ ਹੋ ਗਈ, ਇੱਦਾਂ ਕਿੱਦਾਂ, ਬੜਾ ਵਧੀਆ ਚੱਲਣ ਡਿਆ ਮਾਹੌਲ, ਚੱਲ ਯਾਰ ਇਹ MLA ਮਤਲਬ ਚੱਲਦੀ ਸਰਕਾਰ ਦੇ ਵਿੱਚ ਕੋਈ ਗੱਲਬਾਤ ਹੈ ਨਹੀਂ, ਉੱਧਰ ਕਿਉਂ ਚਲੇ ਗਿਆ? ਪਰ ਉਹਨਾਂ ਨੇ ਕੀ ਪਤਾ ਕੀ ਸੋਚਿਆ ਹੋਊਗਾ। ਉਦੋਂ ਬਾਅਦ ਕਈ ਗੱਲਾਂ ਨਿਕਲੀਆਂ, ਉਹ ਕਹਿੰਦੇ ਯਾਰ ਤੁਹਾਨੂੰ ਹੀ ਲੱਗਦਾ ਵੀ ਬੰਦਾ ਉੱਥੇ ਗਿਆ, ਬੰਦਾ ਤਾਂ ਪਹਿਲਾਂ ਹੀ ਉਹਨਾਂ ਦਾ ਸੀਗਾ, ਜਸਟ ਬਾਈਪਾਸ ਹੀ ਇੱਧਰਲਾ ਪਾਇਆ ਵੀ ਐਤਕੀ ਬੱਸ ਅੱਡੇ 'ਚ ਨਹੀਂ ਜਾਣੀ, ਬਾਈਪਾਸ ਜਾਣੀ। ਚਲੋ ਜੋ ਹੋਵੇ ਉਹ ਸਿਆਸਤ ਜਾਣੇ, ਉਹਨਾਂ ਦਾ ਕੰਮ ਜਾਣੇ। ਪਰ ਜੇ ਉਦੋਂ ਸੀਗੀ ਸਿਆਸਤ ਤੇ ਹੁਣ ਉਹੀ ਸਿਆਸਤ ਅਖੀਰ ਅੱਜ ਕਾਂਗਰਸ ਦੇ ਸਾਹਮਣੇ ਆਣ ਕੇ ਖਲੋਗੀ ਵੀ ਕਰੀਏ ਤੇ ਕਰੀਏ ਕੀ? ਨਹੀਂ, ਸਮੱਸਿਆ ਤਾਂ ਦੇਖੋ ਆਉਂਦੀ ਹੈ। ਸੰਧਾਲੀਆ ਸਾਹਿਬ, ਆਮ ਲੋਕਾਂ ਨੂੰ ਬਹੁਤ ਕੁਝ ਦੇਖਣਾ ਪਊਗਾ। ਫਗਵਾੜੇ ਵਾਲੀ ਸੀਟ ਦਾ ਆਪਾਂ ਹਲਕਾ ਜਿਹਾ ਜ਼ਿਕਰ ਕਰੀਏ। ਤੁਹਾਨੂੰ ਯਾਦ ਹੋਣਾ ਕਿ ਫਗਵਾੜੇ ਤੋਂ ਕਾਂਗਰਸ ਪਾਰਟੀ ਦੇ 2 ਜਣੇ ਹੁੰਦੇ ਸੀ, ਇੱਕ ਉੱਥੋਂ ਬੀਬੀ ਸੋਢੀ ਹੋਰੀ ਹੁੰਦੇ ਸੀ, ਉਹ ਅੱਜ ਕੱਲ੍ਹ ਮਹਿਲਾ ਕਾਂਗਰਸ ਦੇ ਪ੍ਰਧਾਨ, ਇੱਕ ਜੋਗਿੰਦਰ ਸਿੰਘ ਮਾਨ, ਬੜੇ ਪੁਰਾਣੇ ਬੰਦੇ, ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਹੋਰਾਂ ਦੇ ਉਹ ਰਿਸ਼ਤੇਦਾਰ, ਉਹ 3-4 ਵਾਰੀ ਉੱਥੋਂ MLA ਬਣੇ, 4 ਮੁੱਖ ਮੰਤਰੀਆਂ ਦੇ ਨਾਲ ਕੈਬਨਿਟ ਦੇ ਵਿੱਚ ਵਜ਼ੀਰ ਰਹੇ, ਉਹ ਕੈਪਟਨ ਸਾਹਿਬ ਦੇ ਨਾਲ ਵੀ ਰਹੇ, ਉਹ ਹਰਚਰਨ ਸਿੰਘ ਬਰਾੜ ਦੇ ਨਾਲ ਵੀ ਰਹੇ, ਉਹ ਬੀਬੀ ਭੱਠਲ ਦੇ ਨਾਲ ਵੀ ਰਹੇ, ਉਹ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ ਵੀ ਰਹੇ। ਚਲੋ ਉਹ ਰਹਿੰਦੇ ਰਹੇ। ਮੁੜ ਕੇ ਪਿਛਲੀ ਵਾਰ ਜਦੋਂ ਹੁਣ ਜ਼ਿਮਨੀ ਚੋਣ ਉੱਥੇ ਹੋਈ ਹੈ, ਜਦੋਂ ਇਹਨਾਂ ਨੂੰ ਇੱਧਰਲੇ ਪਾਸੇ MP ਬਣਾਤਾ, ਸੋਮ ਪ੍ਰਕਾਸ਼ ਹੋਰਾਂ ਨੂੰ ਸੀਟ ਉਹਨਾਂ ਨੂੰ ਖਾਲੀ ਕਰਨੀ ਪਈ, ਬਲਵਿੰਦਰ ਸਿੰਘ ਧਾਲੀਵਾਲ ਨੂੰ ਕਾਂਗਰਸ ਪਾਰਟੀ ਲੈ ਕੇ ਆਈ। ਕੈਪਟਨ ਸਾਹਿਬ ਦਾ ਉਹਦੇ ਸਿਰ ਤੇ ਹੱਥ ਸੀ ਕਿ ਭਾਈ ਆ ਜਾਓ, ਅਫਸਰ ਸੀਗੇ, ਅਫਸਰ ਬੰਦੇ। ਹੁਣ ਤੁਸੀਂ ਦੇਖੋ ਕਿ ਆਮ ਲੋਕਾਂ ਨੇ ਫੈਸਲਾ ਕਰਨਾ ਹੈ। ਜੋਗਿੰਦਰ ਸਿੰਘ ਮਾਨ ਦੀ ਟਿਕਟ ਕੱਟਤੀ, ਕਾਂਗਰਸੀ ਲੀਡਰ ਦੀ, ਕਈ ਵਾਰ ਦੇ ਕੈਬਨਿਟ ਮੰਤਰੀ ਰਹਿ ਦੀ। ਬਲਵਿੰਦਰ ਸਿੰਘ ਧਾਲੀਵਾਲ ਜਿੱਤ ਗਏ, ਉਦੋਂ ਵੀ ਗੁੱਸੇ ਹੋਏ ਸੀ, ਉਹਨੂੰ ਕਹਿੰਦੇ ਕੋਈ ਗੱਲ ਨਹੀਂ। ਉਹਦੇ ਤੋਂ ਬਾਅਦ ਪੰਜਾਬ ਐਗਰੋ ਦਾ ਚੇਅਰਮੈਨ ਬਣਾਤਾ। ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਿਆ ਤਾਂ 2-3 ਵਾਰੀ ਫਗਵਾੜੇ ਦੇ ਵਿੱਚ ਠੋਕ ਕੇ ਸਵਾਗਤ ਵੀ ਕੀਤਾ। ਹੁਣ ਜੋਗਿੰਦਰ ਸਿੰਘ ਮਾਨ ਹੋਰਾਂ ਨੇ ਨਾ ਪਾਰਟੀ ਛੱਡੀ ਹੈ, ਕਹਿੰਦੇ ਮੈਂ ਪਾਰਟੀ ਵੀ ਛੱਡੀ, ਮੈਂ ਚਾਹੁੰਦਾ ਸੀ ਮੈਂ ਮਰਦਾ ਤੇ ਕਾਂਗਰਸ ਦਾ ਝੰਡਾ ਮੇਰੇ ਆਲੇ ਦੁਆਲੇ ਲਿਪਟਿਆ ਹੁੰਦਾ, ਮੈਂ ਕਾਂਗਰਸ 'ਚ ਹੀ ਰਹਿਣਾ ਚਾਹੁੰਦਾ ਸੀ, ਖਾਨਦਾਨੀ ਕਾਂਗਰਸੀ ਹਾਂ। ਪਰ ਇਹਨਾਂ ਨੇ
ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਘੁਟਾਲੇ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਆ, ਚਾਹੇ ਸਿੱਧੂ ਸਾਹਿਬ ਨੇ ਚਾਹੇ ਚੰਨੀ ਸਾਹਿਬ ਨੇ, ਇਹਨਾਂ ਨੇ ਕਿੱਦਾਂ ਦੇ ਬੰਦੇ ਸਾਡੀ ਪਾਰਟੀ 'ਚ ਲੈਣ ਦੇ, ਠੀਕ ਹੈ ਗੱਲ, ਉਹਨਾਂ ਦੇ ਇਲਜ਼ਾਮਾਂ ਦੇ ਵਿੱਚ ਦਮ ਹੋ ਸਕਦਾ ਹੈ, ਪਰ ਉਹਨਾਂ ਨੂੰ ਮੈਨੂੰ ਲੱਗਦਾ ਕਿ ਐਮਐਲਏ ਬਣੇ ਨੂੰ ਤਾਂ 2 ਸਾਲ ਹੋ ਗਏ। ਜੇ ਐਡਾ ਹੀ ਹੇਜ ਸੀ ਵਜੀਫਾ ਘੁਟਾਲੇ ਦੇ ਬੰਦਿਆਂ ਦੇ ਕਾਂਗਰਸ ਪਾਰਟੀ ਦੇ ਵਿੱਚ ਆਉਣ ਦਾ, ਤਾਂ 2 ਸਾਲ ਪਹਿਲੇ ਹੀ ਪਾਰਟੀ ਛੱਡ ਜਾਣੀ ਚਾਹੀਦੀ ਸੀ। ਆਪਾਂ ਪੰਜਾਬ ਐਗਰੋ ਦੀ ਚੇਅਰਮੈਨੀ ਵੀ ਲੈ ਲਈ, ਆਪਾਂ ਕੈਬਨਿਟ ਦੀਆਂ ਸਹੂਲਤਾਂ ਵੀ ਲੈ ਲਈਆਂ, ਆਪਾਂ ਕਾਂਗਰਸ ਪਾਰਟੀ 'ਚ ਬੈਠੇ ਵੀ ਰਹੇ, ਆਪਾਂ 15 ਦਿਨ ਪਹਿਲਾਂ ਤੱਕ ਸਿੱਧੂ ਦਾ ਸਵਾਗਤ ਵੀ ਕਰਦੇ ਰਹੇ। ਹੁਣ ਜੇ ਨਵਜੋਤ ਸਿੰਘ ਸਿੱਧੂ ਬਲਵਿੰਦਰ ਸਿੰਘ ਧਾਲੀਵਾਲ ਦੀ ਰੈਲੀ ਦੇ ਵਿੱਚ ਸ਼ਾਮਲ ਹੋ ਕੇ ਆ ਗਿਆ ਤਾਂ ਸਿੱਧੂ ਵੀ ਮਾੜਾ ਹੋ ਗਿਆ ਤੇ ਹੁਣ ਕਾਂਗਰਸ ਵੀ ਮਾੜੇ ਹੋ ਗਈ। ਜੇ ਤਾਂ ਉਸ ਪਾਖਿਓਂ ਕਣ ਸੀ ਤਾਂ ਫਿਰ ਪਹਿਲਾਂ ਹੀ ਜਾਣਾ ਚਾਹੀਦਾ ਸੀ। ਇਹ ਗੱਲ ਤੁਹਾਡੀ ਠੀਕ ਆ, ਪਰ ਗੱਲ ਪਤਾ ਕਿ ਜੇ ਆਪਾਂ ਜਲੰਧਰੋਂ ਫਗਵਾੜੇ ਜਾਈਏ ਨਾ, ਵੈਸੇ ਤੇ ਜਲੰਧਰ ਵਾਲੇ ਲੋਕ ਜੇ ਫਗਵਾੜੇ ਜਾਣ ਤੇ 15 ਕੁ ਮਿੰਟ ਤੇ ਵੈਸੇ ਹੀ ਚਲੇ ਜਾਂਦੇ ਹਵੇਲੀ, ਕਹਿੰਦੇ ਰੋਟੀ ਰੱਟੀ ਖਾਣ ਜਾਣਾ ਹੈ। ਹੁਣ ਉਦੋਂ ਗਾਹ ਕਿੰਨਾ ਕਰਾਏਗਾ, 5-7-10 ਮਿੰਟਾਂ ਦਾ ਰਾਹ ਸਾਰਾ। ਠੀਕ ਹੈ। ਤੇ ਆਪਾਂ ਜੇ ਕੱਲ ਪਰਸੋਂ ਦੱਸ ਕੇ ਹਟੇ ਵੀ ਕੋਠੀ ਬੀਜੇਪੀ ਵਾਲਿਆਂ ਨੇ ਜਲੰਧਰ 'ਚ ਵੱਡੀਆਂ ਲਈਆਂ ਨੇ, ਤੇ ਗਜਿੰਦਰ ਸਿੰਘ ਸ਼ੇਖਾਵਤ ਵੀ ਉੱਥੇ ਹੁੰਦੇ ਬਹੁਤਾ ਕਰਕੇ, ਕਿਉਂਕਿ ਸੈਂਟਰ ਜਿਹਾ ਪੈਂਦਾ। ਅਸੀਂ ਨਹੀਂ ਆਂਦੇ ਵੀ ਇਦਾਂ ਹੋਊਗਾ, ਪਰ ਜੇ ਕੱਲ ਨੂੰ ਕੋਈ ਮੁਲਾਕਾਤ ਹੋ ਜਾਵੇ, ਅਗਲੇ ਆਖੇ ਵੀ ਕੋਈ ਨਹੀਂ ਮਾਨ ਸਾਹਿਬ, ਜੇ ਤੁਹਾਡੇ ਨਹੀਂ ਆਉਂਦੇ ਤੇ ਅਸੀਂ ਜੋ ਹੈਗੇ ਆ, ਗੱਲ ਕਰੋ, ਅਸੀਂ ਆ ਜਾਈਏ, ਤੁਸੀਂ ਆਉਣਾ ਇੱਥੇ। ਨਹੀਂ, ਮੈਨੂੰ ਇਦਾਂ ਨਹੀਂ ਲੱਗਦਾ। ਮੈਂ ਨਹੀਂ ਲੱਗਦਾ, ਮੈਨੂੰ ਵੀ ਨਹੀਂ ਆ, ਪਰ ਸਿਆਸਤ ਆ ਵੀਰ, ਕੀ ਕਰਦੇ। ਵੀਡੀਓ ਕਾਨਫਰੰਸਿੰਗ ਹੋਣੀ ਆ, ਹੋ ਸਕਦਾ ਕਿ ਉਧਰ ਕੈਪਟਨ ਸਾਹਿਬ ਬੈਠੇ ਹੋਣ, ਕਿਉਂਕਿ ਕੋਵਿਡ ਹੋਇਆ ਨਾ, ਇੱਧਰਲੇ ਪਾਸੇ ਇੱਧਰ ਬੈਠੇ ਹੋਣ, ਕਿਉਂਕਿ ਭਾਜਪਾ ਦਾ ਉਹ ਪੁਰਾਣਾ ਗੜ੍ਹ ਜਿਹਾ ਹੈਗਾ, ਉੱਥੋਂ ਬੰਦੇ ਜਿਹੜੇ ਆ ਚੋਣ ਲੜਦੇ ਹੁੰਦੇ ਆ, ਤੇ ਚੋਣ ਲੜ ਕੇ ਇੱਧਰ ਉੱਧਰ ਹੁੰਦੇ ਆ, ਤੇ ਇਸ ਕਰਕੇ ਜੇ ਉਧਰੋਂ ਨਾ ਵੀ ਸੂਤ ਆਇਆ ਤਾਂ ਹੋ ਸਕਦਾ ਉਧਰਲੇ ਪਾਸੇ ਚੱਲ ਜਾਵੇ ਕੰਮ, ਕਿਤੇ ਉਹ ਆ ਜਾਵੇ। ਮਤਲਬ ਕਹਿਣ ਤੋਂ ਭਾਵੇਂ ਆ ਵੀ ਆਪਾਂ ਤਾਂ ਸਟਾਰਟਿੰਗ 'ਚ ਕਿਹਾ ਜਦੋਂ ਐਡਜਸਟਮੈਂਟ ਹੋ ਜੂ ਇੰਨੀ ਜ਼ਿਆਦਾ, ਉਹ ਇਹ ਤਾਂ ਉਹ ਕੰਮ ਹੁੰਦਾ ਨਾ ਵੀ ਕਿਸੇ ਵੇਲੇ ਕਹਿੰਦਾ ਯਾਰ ਸ਼ਾਮਾਂ ਦਾ ਵੇਲਾ, ਪਤਾ ਨਹੀਂ ਇੱਕ ਅੱਧੀ ਬੱਸ ਜਾਣੀ ਸਵਾਰੀ ਜ਼ਿਆਦੀ। ਇਹਦੇ ਇਸ ਵਕਤ ਕੰਮ ਉਲਟਾ ਵੀ ਜਮਾ ਹੈ, ਉੱਗਦਾ ਸੂਰਜ, ਉਹ ਕਹਿੰਦਾ ਇੱਕ ਨਾ ਮਿਲੀ 2 ਮਗਰ ਖੜੀਆਂ, ਤੂੰ ਭਾਵੇਂ ਲੰਮਾ ਪੈ ਕੇ ਜਾਈਂ ਸੀਟ ਤੇ, ਮਿਲਣ ਦੀ ਜਿਹੜੀ ਗੱਲ ਹੈ। ਸੋ ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਹੁੰਦੇ। ਦੇਖੋ ਵੀ ਕਨਫਿਊਜ਼ਨ ਜਿਸ ਲੈਵਲ ਦੀ ਇਸ ਵਕਤ ਚੱਲਦੀ ਪਈ ਆ, ਥੋੜ੍ਹੀ ਜਿਹੀ ਗੱਲ ਮੈਂ ਨਾ ਵੀ ਆਪਾਂ ਖਬਰਾਂ ਵਾਲੇ ਪਾਸੇ ਜਾਣ ਤੋਂ ਪਹਿਲਾਂ ਇੱਕ ਕਨਫਿਊਜ਼ਨ ਦੀ ਗੱਲ ਹੋਰ ਕਰ ਲਈ, ਉਹ ਕਰਨੀ ਆਪਾਂ ਕਿਸਾਨਾਂ ਵਾਲੇ ਪੁਆਇੰਟ ਆਫ ਵਿਊ ਤੋਂ। ਹੁਣ ਕਿਸਾਨ ਜਥੇਬੰਦੀਆਂ ਨੇ ਜਿੱਦਣ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਸੀ, ਉਦੋਂ ਬੜੇ ਲੋਕਾਂ ਨੂੰ ਇਸ ਚੀਜ਼ ਦੇ ਉੱਪਰ ਇਤਰਾਜ਼ ਸੀਗਾ ਵੀ ਯਾਰ ਐਂ ਕਿੱਦਾਂ, ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਪਰ ਚਲੋ ਹੌਲੀ ਹੌਲੀ ਉਹ ਗੱਲ ਉੱਥੇ ਜਾ ਕੇ ਬਣ ਗਈ ਵੀ ਠੀਕ ਹੈ ਯਾਰ, ਜਿਹੜੇ ਬੰਦੇ ਹੁਣ ਉੱਧਰ ਜੁੜੇ ਨੇ, ਜਿਹੜੇ ਕਹਿੰਦੇ ਪਹਿਲਾਂ ਅਸੀਂ ਸਾਰਾ ਇਲਾਕਾ ਦੇ ਕੇ ਹੀ ਛੱਡਤਾ ਯਾਰ, ਕੋਈ ਲੈਣਾ ਦੇਣਾ ਨਹੀਂ, ਕਿਤੇ ਤੇ ਵੋਟ ਪਾਉਣੀ ਉਹਨਾਂ ਨੇ, ਇੱਕ ਆਪਸ਼ਨ ਦੇ ਦਿਓ। ਹੁਣ ਉਹ ਗੱਲ ਚੱਲਦੀ ਹੈ। ਜੇ ਮੇਰਾ ਖਿਆਲ 3 ਦਿਨ ਪਹਿਲਾਂ ਤੱਕ ਤੇ ਇਹ ਗੱਲ ਚੱਲਦੀ ਸੀ ਵੀ ਚਲੋ ਸ਼ਾਇਦ ਤੈਅ ਬਹਿ ਜਾਵੇ, ਆਪ ਵਾਲਿਆਂ ਨੇ ਸ਼ਾਇਦ ਤੈਅ ਬਹਿ ਜਾਵੇ। ਤੇ ਹੁਣ ਜਦੋਂ ਆਪਾਂ ਸੁਣਦੇ ਦੇਖਦੇ ਹਾਂ ਤੇ ਉਹ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਵੀ ਬਿਆਨ ਆਈ ਜਾਂਦੇ ਆ, ਸੰਯੁਕਤ ਸਮਾਜ ਮੋਰਚੇ ਵਾਲੇ ਪਾਸਿਓਂ ਵੀ ਬਿਆਨ ਆਈ ਜਾਂਦੇ, ਹੁਣ ਬਾਕੀ ਕਾਂਗਰਸ ਵੀ ਬਾਹਰ, ਅਕਾਲੀ ਵੀ ਬਾਹਰ, ਬੀਜੇਪੀ ਵਾਲੇ ਵੀ ਬਾਹਰ, ਉਹ ਜਿਨ੍ਹਾਂ ਦਾ ਗੱਠਜੋੜ ਹੋਣ ਨੂੰ ਫਿਰਦਾ ਸੀ, ਹੌਲੀ ਤੱਤੇ ਬਿਆਨ ਦੇਣ ਲੱਗ ਪਏ ਇੱਕ ਦੂਸਰੇ ਦੇ ਖਿਲਾਫ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਬਹੁਤ ਵਜ਼ਨ ਰੱਖਦੀ ਹੈ ਕਿ ਭਾਈ ਕਹਾਣੀ ਕੀ ਹੋਊਗੀ। ਤੁਸੀਂ ਦੇਖੋ ਕਿ ਸਿਆਸਤ ਦੇ ਵਿੱਚ ਨਾ ਸ਼ਹਿ ਤੇ ਮਾਤ ਦੀ ਖੇਡ ਬੜੀ ਚੱਲਦੀ ਹੈ। ਸਭ ਤੋਂ ਪਹਿਲਾਂ ਤਾਂ ਸੰਯੁਕਤ ਸਮਾਜ ਮੋਰਚੇ ਵਾਲਿਆਂ ਨੇ ਜਦੋਂ ਇਹ ਗੱਲ ਆਖੀ ਕਿ ਭਾਈ ਉਹ ਸੀਟਾਂ ਨਹੀਂ ਸੀ ਦਿੰਦੇ, ਅਸੀਂ ਜਾ ਕੇ ਮਿਲ ਕੇ ਆਏ, ਕਿਉਂਕਿ ਉਹਨਾਂ ਨੇ ਇਨਕਾਰ ਨਹੀਂ ਕੀਤਾ। ਉਹਨਾਂ ਨੇ ਫਿਰ ਇਹ ਵੀ ਕਹਿ ਦਿੱਤਾ ਜੀ ਉੱਥੇ ਸੀਟਾਂ ਵਿਕਦੀਆਂ ਵੁਕਦੀਆਂ ਤੇ ਅਸੀਂ ਕੇਜਰੀਵਾਲ ਸਾਹਿਬ ਨੂੰ ਸਬੂਤ ਦੇ ਕੇ ਆਏ ਹਾਂ। ਕੇਜਰੀਵਾਲ ਸਾਹਿਬ ਨੇ ਕਹਿਤਾ ਜੀ ਇੱਕ ਪੈਨ ਡਰਾਈਵ ਸੀ, 2 ਤਾਂ ਬੰਦੇ ਬੋਲਦੇ ਸੀ ਵਿੱਚ, ਐਡੀ ਕਿਹੜੀ ਗੱਲ ਹੈ। ਠੀਕ ਹੈ, ਦੋਨੋਂ ਧਿਰਾਂ ਦਾ ਆਪੋ ਆਪਣਾ ਮਤ ਹੈ। ਪਰ ਜਦੋਂ ਆਮ ਆਦਮੀ ਪਾਰਟੀ ਦੇ ਵਿੱਚੋਂ ਗੱਲਾਂ ਨਿਕਲ ਕੇ ਸਾਹਮਣੇ ਆਉਣ ਲੱਗ ਪਈਆਂ, ਉਹਨਾਂ ਦੇ ਪਾਰਟੀ ਦੇ ਪੁਰਾਣੇ ਬੰਦੇ ਜਿਹੜੇ ਆ ਉਹ ਕਹਿਣ ਲੱਗ ਪਿਆ ਕਿ ਭਾਈ ਇਦਾਂ ਕੁਝ ਹੋਇਆ, ਫਿਰ ਮਾਣਹਾਨੀ ਦੇ ਦਾਅਵੇ ਕੀਤੇ ਗਏ, 4 ਬੰਦੇ ਪਾਰਟੀ ਦੇ ਵਿੱਚੋਂ ਕੱਢ ਵੀ ਦਿੱਤੇ। ਠੀਕ ਹੈ, ਉਹਨਾਂ ਦਾ ਆਪਣਾ ਅੰਦਰੂਨੀ ਮਾਮਲਾ ਹੈ। ਪਰ ਤੁਸੀਂ ਹੈਰਾਨੀ ਦੀ ਗੱਲ ਦੇਖੋ, ਭਗਵੰਤ ਮਾਨ ਸਾਹਿਬ ਨੂੰ ਪੁੱਛਿਆ ਗਿਆ, ਉਹ ਕਹਿੰਦੇ ਜੀ ਰਾਜੇਵਾਲ ਸਾਹਿਬ ਦਾ ਸਤਿਕਾਰ ਕਰਦੇ ਹਾਂ, ਆਪਾਂ ਹਾਂ ਪੱਖੀ ਰਾਜਨੀਤੀ ਕਰਾਂਗੇ, ਆਪਾਂ ਉਸ ਮੁੱਦੇ ਦੇ ਉੱਤੇ ਟਿੱਪਣੀਆਂ ਕਾਹਤੋਂ ਕਰਨੀਆਂ। ਅਰਵਿੰਦ ਕੇਜਰੀਵਾਲ ਸਾਹਿਬ ਨੂੰ ਪੁੱਛਿਆ ਗਿਆ ਸੀ, ਉਹ ਕਹਿੰਦੇ ਜੀ ਭੋਲੇ ਬੰਦੇ ਆ ਰਾਜੇਵਾਲ ਸਾਹਿਬ, ਸਤਿਕਾਰ ਹੀ ਬਹੁਤ ਕਰਦੇ ਆ ਅਸੀਂ। ਹੁਣ ਰਾਘਵ ਚੱਡਾ ਸਾਹਿਬ ਦਾ ਇੱਕੋ ਇੱਕ ਬਿਆਨ ਪਹਿਲਾਂ ਆਇਆ ਸਭ ਤੋਂ, ਰਾਘਵ ਚੱਡਾ ਸਾਹਿਬ ਦਾ, ਕਿ ਦੇਖੋ ਜੀ ਭਾਜਪਾ ਚੋਣ ਕਮਿਸ਼ਨ ਦੇ ਰਾਹੀਂ ਪੰਜਾਬ ਦੇ ਇੱਕ ਮੋਰਚੇ ਨੂੰ ਸਿਆਸੀ ਪਾਰਟੀ ਦੇ ਤੌਰ ਤੇ ਰਜਿਸਟਰਡ ਕਰਾਉਣ ਨੂੰ ਨਿਯਮ ਬਦਲ ਰਹੀ ਹੈ। ਕਾਲੀ ਪੈ ਰਹੀ, ਹਾਂ ਬਹੁਤ ਕਾਲੀ ਪੈ ਰਹੀ ਆ ਵੀ ਕੀ ਗੱਲ ਹੈ। ਹੁਣ ਸਵਾਲ ਸਭ ਤੋਂ ਵੱਡਾ ਇਹ ਪੈਦਾ ਹੁੰਦਾ ਹੈ ਕਿ ਜੇ ਭਗਵੰਤ ਮਾਨ ਸਾਹਿਬ ਨਹੀਂ ਬੋਲ ਰਹੇ, ਅਰਵਿੰਦ ਕੇਜਰੀਵਾਲ ਹੋਰੀ ਨਹੀਂ ਬੋਲ ਰਹੇ, ਹਰਪਾਲ ਸਿੰਘ ਚੀਮਾ ਇਸ ਮੁੱਦੇ ਤੇ ਨਹੀਂ ਬੋਲ ਰਹੇ, ਤਾਂ ਕੀ ਗੱਲ ਹੈ। ਇਕੱਲੇ ਰਾਘਵ ਚੱਡਾ ਸਾਹਿਬ ਨੂੰ ਉਹ ਵੀ ਸੂਤਰਾਂ ਤੋਂ ਪਤਾ ਜਿਹੜਾ ਲੱਗਿਆ, ਉਸ ਆਧਾਰ ਦੇ ਉੱਤੇ ਬਿਆਨ ਦੇਣ ਦਾ ਮਤਲਬ, ਜਾਣੀ ਉਹਨਾਂ ਨੇ ਵੀ ਜਿਹੜਾ ਦੋਸ਼ ਲਾਇਆ ਸੀ ਕਿ ਭਾਈ ਇੱਥੇ ਟਿਕਟਾਂ ਸੱਜੇ ਖੱਬੇ ਹੁੰਦੀਆਂ, ਆਮ ਆਦਮੀ ਪਾਰਟੀ ਦੇ ਅੰਦਰੋਂ ਜਿਹੜੀਆਂ ਗੱਲਾਂ ਚੱਲੀਆਂ ਕਿ ਟਿਕਟਾਂ ਸੱਜੇ ਖੱਬੇ ਹੁੰਦੀਆਂ, ਉਧਰੋਂ ਨਿਸ਼ਾਨਾ ਜਿੱਧਰਲੇ ਪਾਸੇ ਨੂੰ ਲੱਗਾ, ਉਧਰਲੇ ਪਾਸਿਓਂ ਇੱਕ ਬਿਆਨ ਆਉਂਦਾ। ਇਹ ਬਹੁਤ ਵੱਡੇ ਸਵਾਲ ਖੜੇ ਆ। ਕਿਸਾਨ ਖੁਦ ਕਹਿੰਦੇ ਅਸੀਂ ਹਾਂ ਪੱਖੀ ਰਾਜਨੀਤੀ ਕਰਦੇ ਹਾਂ, ਇਹ ਵੀ ਕਹਿੰਦੇ ਅਸੀਂ ਹਾਂ ਪੱਖੀ ਰਾਜਨੀਤੀ ਕਰਦੇ ਹਾਂ, ਪਰ ਇੱਕ ਫਰਕ ਹੈਗਾ, ਆਮ ਆਦਮੀ ਪਾਰਟੀ ਵਾਲੇ ਫਿਰ ਕਹਿੰਦੇ 1000-2000 ਰੁਪਈਆ ਦੇਵਾਂਗੇ। ਕਿਸਾਨਾਂ ਦੇ ਆਗੂਆਂ ਨੇ ਇੱਕ ਵਾਰੀ ਫੇਰ ਕਹਿ ਦਿੱਤਾ ਕਿ 1273 ਕਹਿੰਦੇ ਸਾਨੂੰ ਅਰਜ਼ੀਆਂ ਆਈਆਂ,
ਕੱਲ ਤੱਕ ਅਸੀਂ ਟਿਕਟਾਂ ਦੀ ਵੰਡ ਕਰ ਦੇਣੀ ਆ, ਜਿਹੜੇ 107 ਬਾਕੀ ਰਹਿੰਦੇ ਆ। ਤੇ ਨਾਲ ਹੀ ਜਦੋਂ ਪੁੱਛਿਆ ਜੀ ਫਿਰ ਕਿੰਨੀਆਂ ਚੀਜ਼ਾਂ ਫ੍ਰੀ ਦੇਵਾਂਗੇ, ਕਹਿੰਦੇ ਫ੍ਰੀ ਦੀ ਗੱਲ ਕੋਈ ਨਹੀਂ, ਫ੍ਰੀ ਫਰੂ ਨਹੀਂ ਦੇਣਾ। ਅਸੀਂ ਤਾਂ ਪੰਜਾਬ ਦਾ ਕਰਜ਼ਾ ਮੂਹਰੇ ਰੱਖਣਾ, ਆਮਦਨ ਦੇ ਸਰੋਤ ਮੂਹਰੇ ਰੱਖਣੇ ਆ। ਪੰਜਾਬ ਪੈਰਾਂ ਸਿਰ ਕਿੱਦਾਂ ਹੋ ਸਕਦਾ, ਅਸੀਂ ਤਾਂ ਉਹ ਗੱਲਾਂ ਮੂਹਰੇ ਰੱਖਣੀਆਂ। ਫ੍ਰੀ ਵਾਲਾ ਕਨਸੈਪਟ ਸਾਡੇ ਕੋਲ ਹੈ ਨਹੀਂ। ਸੋ ਅਸੀਂ ਬੇਨਤੀ ਮਤਲਬ ਇਸ ਕਰਕੇ ਇਹ ਕਨਫਿਊਜ਼ਨ ਵਾਲੀ ਆਪਾਂ ਕਰ ਰਹੇ ਹਾਂ ਵੀ ਜੇ ਹੁਣ ਵੀ ਇਸ ਮੌਕੇ ਤੇ ਆ ਕੇ ਵੀ ਇਹੋ ਕਰਨਾ ਵੀ ਲੈ ਯਾਰ ਫਲਾਨਾ ਮੋਢਾ ਮਾਰ ਕੇ ਲੰਘਿਆ ਸੀ, ਓਏ ਢੀਂਗੜੇ ਨੇ ਖੰਗੂਰਾ ਮਾਰਿਆ ਸੀ, ਮੈਂ ਉਦੋਂ ਵੇਖਿਆ ਤੇ ਨੇ ਅੱਖਾਂ ਜਿਹੀਆਂ ਕੱਢੀਆਂ ਮੈਨੂੰ। ਮੇਰਾ ਖਿਆਲ ਉਹ ਹੋਊਗੀ ਪਰਸਨਲ ਰੰਜਿਸ਼, ਉਹਦੀ ਨਾ ਤੇ ਇਸ ਵਕਤ ਲੋੜ ਆ ਤੇ ਨਾ ਪੰਜਾਬ ਝੱਲ ਹੀ ਸਕਦਾ ਵੀ ਇਹੋ ਜੀਆਂ ਇੱਕ ਦੂਸਰੇ ਦੇ ਸਾਹਮਣੇ ਲੱਤਾਂ ਡਾਹ ਕੇ ਤੇ ਆਪਾਂ ਦੁਬਾਰਾ ਕੋਈ ਨਾ ਕੋਈ ਨੁਕਸਾਨ ਕਰ ਲਈ। ਠੀਕ ਆ, ਹਰੇਕ ਨੂੰ ਹੱਕ ਆ, ਜੇ ਆਮ ਆਦਮੀ ਪਾਰਟੀ ਨੂੰ ਹੱਕ ਹੈ ਤੇ ਕਿਸਾਨਾਂ ਨੂੰ ਵੀ ਹੱਕ ਹੈ। ਅਗਲੇ ਬੰਦੇ ਹੁਣ ਨਿੱਤਰ ਆਏ ਤੇ ਫਿਰ ਠੀਕ ਆ ਯਾਰ, ਉਹਦੇ 'ਚ ਕੀ ਫਰਕ ਪੈਂਦਾ। ਹੁਣ ਖਾੜਾ ਆ, ਖਾੜੇ 'ਚ ਬੀਜੇਪੀ ਵਾਲਿਆਂ ਦੇ 117 ਜੀ, ਕੈਪਟਨ ਸਾਹਿਬ ਕਹਿੰਦੇ ਜੀ ਸਾਡੀ, ਅੱਜ ਮੈਂ ਉਹ ਸੁਣ ਰਿਹਾ ਸੀ ਛੋਟੇ ਢੀਂਡਸਾ ਸਾਹਿਬ ਦਾ ਬਿਆਨ, ਉਹ ਕਹਿੰਦਾ ਵੀ ਲਹਿਰੇ ਤੋਂ ਮੇਰੀ ਸੀਟ ਪੱਕੀ ਹੈ ਤੇ ਤੁਸੀਂ ਫਿਕਰ ਨਾ ਕਰੋ, ਤੁਸੀਂ ਦੇਖੋਗੇ ਵੀ ਤੁਹਾਨੂੰ ਅਚੰਭੇ ਵਾਲੇ ਨਤੀਜੇ ਨਜ਼ਰ ਆਉਣਗੇ ਜਿਸ ਹਿਸਾਬ ਨਾਲ ਮਨਿਊਟ ਤਰੀਕੇ ਨਾਲ ਅਸੀਂ ਕੰਮ ਕਰ ਰਹੇ। ਠੀਕ ਹੈ ਵੀ ਰਾਜਨੀਤੀ ਉਹਨਾਂ ਦੀ ਉਹ ਵੀ ਕਰਨ, ਅਕਾਲੀ ਦਲ ਤੇ ਅਕਾਲੀ ਦਲ ਵੀ ਕਰੇ। ਸੋ ਮੈਨੂੰ ਇਹ ਲੱਗਦਾ ਵੀ ਤੁਸੀਂ ਆਪੋ ਆਪਣਾ ਰੋਡ ਮੈਪ ਦਿਓ, ਜਿੱਥੇ ਜਿੱਥੇ ਤੁਹਾਡੀ ਕਮਜ਼ੋਰੀ ਉਹਦਾ ਜਵਾਬ ਦਿਓ। ਹਾਂ, ਇੱਕ ਦੂਸਰੇ ਦੇ ਉੱਪਰ ਫਲਾਨਾ ਐ ਢੀਂਗੜਾ ਐ, ਉੱਥੇ ਕਨਫਿਊਜ਼ ਕਰਨ ਦੀ ਲੋੜ ਹੈ ਨਹੀਂ। ਉਹ ਲੋਕਾਂ ਨੂੰ ਆਪੇ ਹੀ ਪਤਾ ਲੱਗਦਾ ਹੁੰਦਾ। ਵੈਸੇ ਕਈ ਵਾਰ ਲੀਡਰਾਂ ਨੂੰ ਵੀ ਲੱਗਦਾ ਹੁੰਦਾ ਵੀ ਯਾਰ ਮੈਂ ਦੱਸੂੰ ਤੇ ਸ਼ਾਇਦ ਪਤਾ ਲੱਗਣਾ, ਉਹ ਜਿਹੜੇ ਬੰਦੇ ਨਾਲ ਖਲੋਤੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਵੀਰ ਜੂੰ ਇਹਨਾਂ ਨੂੰ ਦੱਸਣਾ, ਤੈਨੂੰ ਜ਼ਿਆਦਾ ਜਾਣਦੇ ਜੀ। ਮਤਲਬ ਇਹ ਨਹੀਂ ਕਰਨਾ ਚਾਹੀਦਾ। ਨਹੀਂ, ਇਹਦੇ ਤੋਂ ਥੋੜਾ ਜਿਹਾ ਬਚਣਾ ਚਾਹੀਦਾ, ਕਿਉਂਕਿ ਇੱਕ ਦੂਜੇ ਨੂੰ ਬਦਨਾਮ ਜਿਹੜਾ ਕਰਨਾ ਉਹ ਤਾਂ ਰਵਾਇਤੀ ਸਿਆਸੀ ਪਾਰਟੀਆਂ ਦਾ ਕੰਮ ਹੈਗਾ ਹੀ ਹੈ, ਕਰੀ ਜਾਂਦੇ ਉਹ ਵੀ ਜੇ ਤੁਸੀਂ ਵੀ ਉਹ ਕੁਝ ਕਰੋਗੇ ਤਾਂ ਲੋਕਾਂ ਦੇ ਮਨ ਦੇ ਵਿੱਚੋਂ ਕਿਤੇ ਨਾ ਕਿਤੇ ਡਿੱਗੋਗੇ। ਇਹ ਗੱਲ ਬੜੀ ਕਲੀਅਰ ਹੈ। ਹੁਣ ਸੰਧਾਲੀਆ ਸਾਹਿਬ, ਇੱਥੇ ਆਪਾਂ ਇੱਕ ਗੱਲ ਥੋੜਾ ਜਿਹਾ ਜੇ ਉਧਰਲੇ ਪਾਸੇ ਧਿਆਨ ਕੇਂਦਰਿਤ ਕਰੀਏ, ਕਿਉਂਕਿ ਅੱਜ 15 ਤਰੀਕ ਹੈ, 15 ਹੀ ਹੈ ਨਾ। ਹੁਣ 15 ਤਰੀਕ ਨੂੰ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਲੈਣਾ ਕਿ ਅੱਗੋਂ ਪ੍ਰਚਾਰ ਕਿਵੇਂ ਹੋਣਾ ਹੈ। ਹੁਣ ਦੇਖੋ, ਅਜੇ ਆਮ ਆਦਮੀ ਪਾਰਟੀ ਵੀ ਕੁਝ ਹੱਦ ਤੱਕ ਚਾਹੁੰਦੀ ਹੋਏਗੀ ਕਿ ਜੇ 2-4 ਦਿਨ 5 ਦਿਨ ਮਿਲ ਜਾਂਦੇ ਤਾਂ ਚੰਗਾ ਸੀ। ਕਿਸਾਨ ਧਿਰਾਂ ਵੀ ਅੰਦਰ ਖਾਤੇ ਹੋ ਸਕਦਾ ਚਾਹੁੰਦੀਆਂ ਹੁਣ ਕਿ 2-4 ਵੱਡੇ ਇਕੱਠ ਹੋ ਜਾਂਦੇ ਤਾਂ ਚੰਗਾ ਸੀ। ਅਕਾਲੀ ਦਲ ਨੇ ਤਾਂ ਸਿੱਧੇ ਤੌਰ ਤੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਜਿੰਨੀ ਛੇਤੀ ਹੋ ਸਕਦਾ ਜੀ, ਜੇ ਵੱਡੀਆਂ ਰੈਲੀਆਂ ਕਰਨ ਦੀ ਆਗਿਆ ਨਹੀਂ ਦੇਣੀ ਤਾਂ ਛੋਟੇ ਇਕੱਠ ਕਰਨ ਦੀ ਆਗਿਆ ਜ਼ਰੂਰ ਦਿਓ। ਤੇ ਉਹਦੇ ਪਿੱਛੇ 3 ਕਾਰਨ ਦੱਸੇ ਆ। ਇੱਕ ਤਾਂ ਉਹ ਕਹਿੰਦੇ ਜੀ ਜਿਹੜੇ ਬਜ਼ੁਰਗ ਨੇ ਉਹ ਡਿਜੀਟਲੀ ਟੈਕਨੀਕ ਨਾਲ ਜੁੜੇ ਨਹੀਂ ਹੋਏ, ਅਸੀਂ ਉਹਨਾਂ ਤੱਕ ਪਹੁੰਚ ਕਰਨੀ ਹਰ ਸਿਆਸੀ ਪਾਰਟੀ ਲਈ ਔਖੀ ਹੋਈ ਹੈ। ਅਕਾਲੀ ਦਲ ਦੀ ਚਿੱਠੀ ਆ ਬਕਾਇਦਾ। ਦੂਸਰਾ ਉਹ ਕਹਿੰਦੇ ਜੀ ਗਰੀਬ ਤਬਕੇ ਦੇ ਕੋਲੇ ਉਹ ਸਾਧਨ ਨਹੀਂ ਹੈ। ਤੀਸਰਾ ਕਹਿੰਦੇ ਜੀ ਜਿਹੜੇ ਕੁਝ ਘੱਟ ਪੜ੍ਹੇ ਲਿਖੇ ਲੋਕ ਨੇ, ਇੱਦਾਂ ਕਈ ਕੁਝ ਕਿਹਾ, ਕਈ ਪਾਸੇ ਤਾਂ ਇੰਟਰਨੈਟ ਹੀ ਨਹੀਂ ਕਹਿੰਦੇ ਚੱਲਦਾ, ਕਿ ਕਿਵੇਂ ਪਹੁੰਚ ਕਰੀਏ, ਇਸ ਕਰਕੇ ਛੋਟੇ ਇਕੱਠ ਕਰਨ ਦੀ ਆਗਿਆ ਦਿੱਤੀ ਜਾਵੇ। ਇਹ ਤਾਂ ਸਿਹਤ ਵਿਭਾਗ ਨੇ ਦੇਖਣਾ, ਇਲੈਕਸ਼ਨ ਕਮਿਸ਼ਨ ਵਾਲੇ ਨੇ ਦੇਖਣਾ ਕਿ ਭਾਈ ਕੀ ਇਹ ਆਗਿਆ ਦੇਣੀ ਹੈ ਕਿ ਨਹੀਂ ਦੇਣੀ। ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ। ਮੈਂ ਸੋਚਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ, ਇਹ 4 ਧਿਰਾਂ ਤਾਂ ਹੈਗੀਆਂ ਜਿਹੜੀਆਂ ਧਿਰਾਂ ਨੇ 1 ਦਰਜਨ ਤੋਂ ਵੱਧ ਵਾਰ ਪੰਜਾਬ ਦੇ ਵਿੱਚ ਖੁਦ ਇਹ ਦਾਅਵਾ ਕੀਤਾ ਕਿ ਪੰਜਾਬ ਦੇ ਹਰ ਪਿੰਡ 'ਚ, ਹਰ ਸ਼ਹਿਰ ਦੇ ਹਰ ਮੁਹੱਲੇ 'ਚ ਸਾਡੇ ਕੋਲੇ 11 ਮੈਂਬਰੀ, 21 ਮੈਂਬਰੀ, 31 ਮੈਂਬਰੀ, ਕਈ 51 ਮੈਂਬਰੀ ਕਹਿੰਦੇ ਹੁੰਦੇ ਕਿ ਸਾਡੇ ਕੋਲੇ ਟੀਮਾਂ ਨੇ। ਘਰ 200 ਹੁੰਦੇ ਐਵਰੇਜ, 300 ਲਾ ਲਓ। ਜੇ ਤੁਹਾਡੇ ਕੋਲੇ 11 ਬੰਦੇ ਵੀ ਹੈਗੇ ਆ, 11 ਬੰਦੇ, 300 ਘਰ ਆ, ਤੁਸੀਂ ਇਹ ਹਿਸਾਬ ਲਾ ਲਓ ਕਿ ਇੱਕ ਬੰਦੇ ਦੇ ਕੋਲ, ਤੁਹਾਡੀ 11 ਮੈਂਬਰੀ ਟੀਮ ਦੇ ਵਿੱਚ ਇੱਕ ਬੰਦੇ ਦੇ ਕੋਲੇ ਕਿੰਨੇ ਕੁ ਘਰ ਆਉਂਦੇ ਆ? ਕਿਤੇ 30 ਵੀ ਨਹੀਂ ਆਉਣੇ। ਹੁਣ 30 ਆਉਂਦੇ ਆ ਰੋਜ਼ ਦੇ, ਜੇ ਆਪਾਂ 3 ਵੀ ਕੱਢੀਏ ਤਾਂ 10 ਦਿਨਾਂ ਦੇ ਵਿੱਚ ਮੁਕੰਮਲ ਹੋ ਜਾਂਦੇ ਆ। ਅਗਲੇ 10 ਦਿਨਾਂ 'ਚ ਫੇਰ ਉੱਥੇ ਜਾਓ, ਅਗਲੇ 10 ਦਿਨਾਂ ਦੇ ਵਿੱਚ 13 ਪਾਇਓ, ਯਾਨੀ ਕਿ 3 ਵਾਰੀ ਤੁਹਾਡੇ ਵਰਕਰ ਜਾ ਕੇ ਅਕਾਲੀਆਂ ਦਾ ਗੀਤ ਵੀ ਸੁਣਾ ਸਕਦੇ ਆ, ਕਾਂਗਰਸੀਆਂ ਦਾ ਗੀਤ ਵੀ ਸੁਣਾ ਸਕਦੇ ਆ, ਆਮ ਆਦਮੀ ਪਾਰਟੀ ਦਾ ਗੀਤ ਵੀ ਸੁਣਾ ਸਕਦੇ ਆ, ਭਾਜਪਾ ਦਾ ਭਾਵੇਂ ਗਾ ਕੇ ਸੁਣਾ ਸਕਦੇ ਆ। ਯਾਨੀ ਉਹ ਤਾਂ ਦਿਖਾਉਣਾ ਹੀ ਆ ਨਾ ਬਾਕੀਆਂ ਦੇ। ਯਾਨੀ ਇੱਕ ਪਾਸੇ ਆਪਾਂ ਦਾਅਵੇ ਕਰਦੇ ਆ ਕਿ ਹਰ ਘਰ ਦੇ ਵਿੱਚ ਅਸੀਂ ਹੈਗੇ ਆ, ਹਰ ਮੁਹੱਲੇ ਦੇ ਵਿੱਚ ਅਸੀਂ ਹੈਗੇ ਆ, ਤੇ ਦੂਜੇ ਪਾਸੇ ਆਪਾਂ ਕਹਿੰਦੇ ਆ ਕਿ ਭਾਈ ਸਾਡੇ ਉੱਥੋਂ ਪਹੁੰਚ ਔਖੀ ਹੋਈ ਪਈ ਹੈ। ਦੋਨਾਂ ਧਿਰਾਂ ਦੇ ਵਿੱਚ ਝੋਲ ਆ ਕਿਤੇ ਨਾ ਕਿਤੇ ਦੂਰ ਹੋਣੀ ਚਾਹੀਦੀ ਹੈ। ਨਹੀਂ, ਝੋਲ ਤਾਂ ਕਲੀਅਰ ਹੀ ਹੈ ਨਾ। ਮਤਲਬ ਇਹ ਤਾਂ ਹੋ ਗਿਆ, ਤੁਸੀਂ ਦੱਸਤਾ ਲੀਡਰਾਂ ਵਾਲਾ ਪੱਖ, ਆਪਾਂ ਦੱਸਦੇ ਨੇ ਲੋਕਾਂ ਵਾਲਾ ਪੱਖ। ਲੈ ਵੀ ਟਿੱਪਣੀ ਤੁਸੀਂ ਜ਼ਰੂਰ ਕਰ ਦਿਓ ਵੀ ਹਰੇਕ ਪਿੰਡ 'ਚ ਲਾ ਲਓ, ਗਲੀ ਮਹੱਲੇ 'ਚ ਲਾ ਲਓ, ਵੀ ਕਿੰਨੇ ਕੁ ਬੰਦੇ ਜਿਹੜੇ ਕਹਿੰਦੇ ਵੀ ਅਸੀਂ ਬੜੇ ਐਕਟਿਵ ਵੋਟਰ ਹੀ, ਲੈ ਵੀ ਮੈਂ ਫਲਾਨਿਆਂ ਦਾ ਵਰਕਰ। ਕੋਈ ਨਹੀਂ ਕਹਿੰਦਾ ਨਾ, ਹਰੇਕ ਨੂੰ ਲੱਗਦਾ ਜੇ ਕੋਈ ਬੁੱਕਲ ਜੀ ਮਾਰ ਕੇ ਬੰਦਾ ਬੈਠਾ ਹੁੰਦਾ, ਅਗਲਾ ਪੁੱਛਦਾ ਵੀ ਹਾਂ ਫਲਾਨਾ ਹੈ, ਵੀ ਕਿੱਦਾਂ, ਉਹ ਇਹਨੇ ਦੱਸ ਦਾਂਗੇ ਅਜੇ ਕਿਹੜਾ ਟਾਈਮ ਆ ਗਿਆ, ਕੋਈ ਨਹੀਂ ਕਿਹਨੂੰ ਪਾਣੀ ਵੋਟ ਪਾ ਦੂੰ ਮੈਂ ਜਿਹਨੂੰ ਮਰਜ਼ੀ, ਤੂੰ ਕੌਣ ਆ ਮੈਨੂੰ ਪੁੱਛਣ ਵਾਲਾ, ਹੈ ਨਾ। ਉਹ ਜਿਹੜੇ ਵੱਖੀਓਂ ਬੋਲਣ ਵਾਲੇ ਬੰਦੇ ਆਪਾਂ ਨੂੰ ਆਮ ਮਿਲ ਜਾਂਦੇ ਆ। ਹੁਣ ਗੱਲ ਆ ਵੀ ਉਹ ਜਿਹੜੇ ਵੱਖੀਓਂ ਬੋਲਣ ਵਾਲੇ ਬੰਦੇ ਨੇ, ਉਹਨਾਂ ਨੂੰ ਜਾ ਕੇ ਜਦੋਂ ਅਗਲੇ ਨੇ ਆਖਿਆ ਵੀ ਸਾਨੂੰ ਜ਼ਰੂਰ ਤੁਸੀਂ ਵੋਟ ਪਾਇਓ, ਜਿਹੜੀਆਂ ਅਗਲੇ ਨੇ ਸੁਣਾਉਣੀਆਂ ਉਹ ਹੁਣ ਕਿਹਦਾ ਦਿਲ ਕਰਦਾ ਸੁਣਨ ਨੂੰ। ਉੱਤੋਂ ਪ੍ਰਧਾਨ ਜੀ ਦੇ ਕਹਿ ਦੇਣਗੇ ਵੀ ਜਾਇਓ ਇਹ ਜਵਾਨੋ ਤੁਸੀਂ ਉੱਥੇ, ਪ੍ਰਧਾਨ ਜੀ ਅਸੀਂ ਕਿਉਂ ਜਾਈਏ,
ਕਿਉਂਕਿ ਕੰਮ ਤੇ ਤੁਸੀਂ ਕੀਤਾ, ਜਾਂ ਤਾਂ ਤੁਸੀਂ ਕਹੋ ਜਾਂ ਸਾਨੂੰ ਵੀਡੀਓ ਬਣਾ ਕੇ ਦੇ ਦਿਓ, ਮੋਬਾਈਲ ਤੁਸੀਂ ਦਿਓ, ਜੇ ਅਗਲੇ ਨੇ ਤੋੜਤਾ ਗੁੱਸੇ 'ਚ ਆ ਕੇ ਤੇ ਤੁਹਾਡਾ ਟੁੱਟੇ ਸਾਡਾ ਕੁਝ ਨਾ ਜਾਵੇ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਉੱਪਰੋਂ ਕਰੰਟ ਛੱਡਿਆ ਜਾ ਰਿਹਾ ਉਹ ਥੱਲੇ ਉਸ ਹਿਸਾਬ ਨਾਲ ਮੋਟਰ ਘੁੱਗੀ ਨਹੀਂ, ਜਾਂ ਤਾਰਾਂ ਕਿਤੇ ਪੁੱਠੀਆਂ ਜੁੜੀਆਂ ਵੀ ਮੋਟਰ ਪੁੱਠੀ ਚੱਲਦੀ ਰਹੀ ਆ। ਇਹ ਵੀ ਮੇਰੇ ਖਿਆਲ ਨਾਲ ਇੱਕ ਤਰ੍ਹਾਂ ਨਾਲ ਹੋ ਸਕਦਾ ਵੀ ਇੰਟਰਨਲ ਸ਼ੀਸ਼ਾ ਵੇਖਣ ਵਾਲੀ ਗੱਲ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਲਈ ਵੀ ਜਦ ਤੱਕ ਆਪਾਂ ਉੱਥੋਂ ਇੱਧਰੋਂ ਉੱਧਰੋਂ ਥੋੜ੍ਹੇ ਬਹੁਤ ਬੰਦੇ ਦਿਹਾੜੀ 'ਤੇ, ਥੋੜ੍ਹੇ ਬਹੁਤ ਕਿਰਾਏ 'ਤੇ, ਥੋੜ੍ਹੇ ਬਹੁਤ ਤੰਬੂ ਕਨਾਤਾਂ, ਥੋੜ੍ਹੇ ਬਹੁਤ ਕੌੜਾ ਮਿੱਠਾ ਪਾਣੀ ਲਾਲਚ ਦੇ ਹਿਸਾਬ ਨਾਲ ਲੈ ਕੇ ਜਾ ਕੇ ਘਾਲੋ ਨਹੀਂ ਕਰਾਉਂਦੇ, ਉਨੀ ਦੇਰ ਤੱਕ ਰੌਲਾ ਨਹੀਂ ਪੈਂਦਾ। ਜੇ ਮਤਲਬ ਵਾਕਿਆ ਹੀ ਇਕੱਲੇ ਦੇ ਕੋਲ ਜਾ ਕੇ ਗੱਲ ਕਰਨੀ ਹੋਵੇ, ਸਵਾਲ ਜਵਾਬ ਕਰਨੇ ਹੋਣ, ਉੱਥੇ ਫਿਰ ਹਰੇਕ ਬੰਦਾ ਝਿਜਕਦਾ ਵੀ ਯਾਰ ਹੁਣ ਕਵਾਂਗੇ ਤੇ ਕਵਾਂਗੇ ਕੀ। ਜਦੋਂ ਕਿਸਾਨ ਅੰਦੋਲਨ ਮੁੱਕਿਆ ਸੀ ਉਹਦੇ ਤੋਂ ਬਾਅਦ ਇੱਕਦਮ ਰੈਲੀਆਂ ਸ਼ੁਰੂ ਹੋਈਆਂ। ਤੁਹਾਡੀ ਮੇਰੀ ਵੀ ਇੱਥੇ ਬੈਠ ਕੇ ਗੱਲ ਹੋਈ ਸੀ, ਬਹੁਤ ਸਾਰੇ ਸੱਜਣ ਵੀ ਕਹਿੰਦੇ ਸਾਡੇ ਪਿੰਡੋਂ ਰੈਲੀਆਂ 'ਚ ਜਾਣ ਲੱਗ ਪਿਆ ਜੀ, ਬੱਸ 'ਚ ਚਲ ਗਿਆ ਜੀ, ਆ ਕਿੱਡੀਆਂ ਵੱਡੀਆਂ ਰੈਲੀਆਂ ਹੋਣ ਲੱਗ ਪਈਆਂ। ਮੈਂ ਉਦੋਂ ਤੁਹਾਡੇ ਨਾਲ ਬੈਠਿਆਂ ਵੀ ਗੱਲ ਕਹੀ ਸੀ ਕਿ ਇੱਕ ਹਲਕੇ 'ਚ 2.5 3 ਲੱਖ ਵੋਟਰ ਹੈ, ਵੱਧ ਤੋਂ ਵੱਧ 3-4 ਹਜ਼ਾਰ ਬੰਦਾ ਉਹ ਖਿੱਚ ਕੇ ਧੂ ਕੇ ਬੱਸਾਂ 'ਚ ਬਹਾ ਕੇ ਰਿਸ਼ਤੇਦਾਰੀਆਂ ਵਿੱਚ ਪਾ ਕੇ 5000 ਬੰਦਾ ਲੈ ਜਾਂਦੇ ਹੋਣਗੇ ਇੱਕ ਪਾਰਟੀ ਵਾਲੇ। ਬੜੀ ਹੱਦ ਹੁੰਦਾ, ਆਲੇ ਦੁਆਲੇ ਵੀ ਲੈ ਕੇ ਆਉਂਦੇ ਆ। 5 ਪਾਰਟੀਆਂ ਨੇ 25000 ਚੱਲ ਜਾਂਦਾ ਹੋਊਗਾ। ਵੱਧ ਮੈਂ ਸਿਰਾ ਲਾਇਆ ਹੀ, ਜੇ 3 ਲੱਖ ਵੋਟਰ ਆ 25000 ਚਲੇ ਗਿਆ ਤਾਂ ਤੁਸੀਂ ਹਿਸਾਬ ਕਿਤਾਬ ਲਾਓ ਕਿ 5-6% ਬਣਦਾ ਹੀ। ਵੱਧ ਤੋਂ ਵੱਧ ਜਿਹੜਾ ਐਕਟਿਵ ਵੋਟਰ ਹੈ, ਜਾਣੀ ਉਹਦਾ ਮਤਲਬ ਸੀ ਕਿ ਕਿਸਾਨ ਅੰਦੋਲਨ ਜੇ ਆਇਆ ਕੋਵਿਡ ਦੇ ਦੌਰਾਨ, ਜੇ ਲੋਕਾਂ ਨੇ ਧੱਕੇ ਖਾਦੇ ਤਾਂ ਲੋਕ ਸਿਆਣੇ ਬਹੁਤ ਨੇ ਪੰਜਾਬ ਦੇ, ਜਿਹੜੇ ਲੋਕਾਂ ਨੂੰ ਲੱਗਦਾ ਹੁੰਦਾ ਕਿ ਭਾਈ ਇਹ ਪਕੌੜੇ ਖਾਣ ਵਾਲੇ ਨੇ, ਇਹ ਤਾਂ ਸਿਆਸੀ ਪਾਰਟੀਆਂ ਤੋਂ ਦਾਰੂ ਪੀਣ ਵਾਲੇ ਨੇ, ਇਹ ਤਾਂ ਜੀ ਦੇਖੋ ਇਹਨਾਂ ਨੂੰ ਚੇਤਾ ਚੂਤਾ ਭੁੱਲ ਗਿਆ ਤਾਂ ਰੈਲੀਆਂ ਜਾਣ ਲੱਗ ਪਏ, ਗਲਤ ਹੈ। ਉਹਦਾ ਇੱਕ ਪ੍ਰਤੱਖ ਉਦਾਹਰਣ ਮੈਂ ਦੱਸਦਾ ਕਿ ਪੰਜਾਬੀ ਕਿੰਨੇ ਸਿਆਣੇ ਹੋ ਗਏ। ਕਿੰਨੇ ਦਿਨ ਹੋ ਗਏ ਅੱਜ ਰੈਲੀਆਂ ਰੁਕੀਆਂ ਨੂੰ। ਸਿਆਸੀ ਪਾਰਟੀਆਂ ਨੂੰ ਇੰਤਜ਼ਾਰ ਹੋਏਗਾ ਕਿ ਕਦੋਂ ਖੁੱਲ੍ਹਦਾ ਹੈ। ਪੰਜਾਬ ਦੇ ਇੱਕ ਵੀ ਪਿੰਡ 'ਚ ਧਰਨਾ ਲੱਗਾ, ਪੰਜਾਬ ਦੇ 2 ਕਰੋੜ ਤੇ 12 ਲੱਖ ਵੋਟਰਾਂ ਦੇ ਵਿੱਚੋਂ ਇੱਕ ਵੀ ਵੋਟਰ ਨੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ, ਸੋਸ਼ਲ ਮੀਡੀਆ ਤੇ ਕੰਪੇਨ ਚੱਲੀ, ਇੱਕ ਵੀ ਘਰ ਦੇ ਵਿੱਚੋਂ ਕਿਸੇ ਬੀਬੀ ਨੇ ਕਿਹਾ ਕਿ ਸਾਡਾ ਬੰਦਾ ਰੈਲੀ 'ਚ ਨਹੀਂ ਗਿਆ ਤੇ ਉਹਨੂੰ ਥੁਆਈ ਜਾਂਦੇ ਆ। ਇੱਕ ਵੀ ਪੰਜਾਬ ਦਾ ਬੰਦਾ ਨਹੀਂ ਚਾਹੁੰਦਾ ਕਿ ਪੰਜਾਬ ਰੈਲੀਆਂ ਦੇ ਸਿਰ ਤੇ ਟਿਕਿਆ, ਰੋਡ ਸ਼ੋਅ ਦੇ ਸਿਰ ਤੇ ਟਿਕਿਆ, ਜਾਂ ਤਾਂ ਕਹੋ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਔਖਾ ਭਾਰਾ ਹੋਵੇ। ਜਾਣੀ ਕਿ ਇਹ ਸਿਆਸਤਦਾਨਾਂ ਦੀ ਤੇ ਮੀਡੀਆ ਦੀ ਖੇਡ ਹੈ ਕਿ ਭਾਈ ਰੈਲੀ ਦੇ ਵਿੱਚ ਐਡਾ ਇਕੱਠ ਹੋ ਗਿਆ ਜੀ, ਉਹਦੇ ਹੱਕ ਦੇ ਵਿੱਚ ਲਹਿਰ ਚੱਲ ਪਈ ਜੀ, ਠਾਠਾ ਮਾਰਦਾ ਇਕੱਠ ਦੇਖੋ। ਕਿਉਂਕਿ ਪੰਜਾਬ ਦੇ ਲੋਕ ਇਹ ਗੱਲ ਸਮਝ ਚੁੱਕੇ ਆ ਕਿ ਰੈਲੀ ਤੇ ਰੋਡ ਸ਼ੋਅ ਹੋਣ ਦੇ ਨਾਲ ਨਾ ਤਾਂ ਧਰਤੀ ਹੇਠਲਾ ਪਾਣੀ ਉੱਪਰ ਆਉਣਾ, ਨਾ ਸਕੂਲਾਂ 'ਚ ਮਾਸਟਰਾਂ ਦੀ ਗਿਣਤੀ ਪੂਰੀ ਹੋਣੀ ਹੈ, ਨਾ ਹਸਪਤਾਲਾਂ 'ਚ ਡਾਕਟਰਾਂ ਦੀ ਗਿਣਤੀ ਪੂਰੀ ਹੋਣੀ ਹੈ, ਨਾ ਬੁੱਢਾ ਨਾਲਾ ਸਾਫ਼ ਹੋਣਾ। ਜਾਣੀ ਕਿ ਇਹਦੇ ਤੋਂ ਸਾਫ਼ ਤੌਰ ਦੇ ਉੱਤੇ ਨਜ਼ਰ ਆਉਂਦਾ ਕਿ ਲੋਕ ਬੱਧੇ ਰੁੱਧੇ ਉਧਰਲੇ ਪਾਸੇ ਜਾਂਦੇ ਸੀ। ਤੇ ਆਹ ਤਾਂ ਮੈਂ ਕਹਿੰਦਾ ਕਿ ਇਲੈਕਸ਼ਨ ਕਮਿਸ਼ਨ ਨੇ ਕਮਾਲਾਂ ਹੀ ਕਰ ਦਿੱਤੀਆਂ ਕਿ ਜਿਹੜਾ ਵੇਲੇ ਤੋਂ ਪਹਿਲਾਂ ਕਹਿਤਾ ਕਿ ਭਾਈ ਲੋਕਾਂ ਨੂੰ ਸਮਝਾਓ ਤੁਹਾਡੇ ਪੱਲੇ ਕੁਛ ਹੈਗਾ ਕਿ ਨਹੀਂ ਹੈਗਾ। ਪੰਜਾਬ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਉਹਨਾਂ ਨੂੰ ਰੈਲੀਆਂ ਦੀ ਕੋਈ ਲੋੜ ਨਹੀਂ। ਵੈਸੇ ਤਾਂ ਜਿਹੜੇ ਬੰਦੇ ਡਰਾਈਵਰੀ ਲਾਈਨ 'ਚ ਹੈ ਨਾ, ਉਹ 2 ਗੱਲਾਂ ਵਰਤਦੇ ਹੁੰਦੇ ਆ। ਉਹਦਾ ਵੀ ਕਈ ਵਾਰ ਨਵਾਂ ਡਰਾਈਵਰ ਥੋੜ੍ਹਾ ਜਿਹਾ ਕਲੱਚ ਨਾ ਪਰਖਦਾ, ਉਹਦੇ ਨਾਲ ਵੀ ਪਲੇਟਾਂ 'ਚੋਂ ਧੂੰਆਂ ਨਿਕਲਣ ਦੇ ਚਾਂਸ ਹੁੰਦੇ ਆ। ਜਾਂ ਫਿਰ ਬਹੁਤਾ ਬੰਦਾ ਦਾ ਵੀ ਢਾਲ 'ਤੇ ਮੈਂ ਮੱਠੀ ਜਿਹੀ ਬ੍ਰੇਕ ਲਾ ਕੇ ਰੱਖਣੀ, ਨਹੀਂ ਨਿਕਲ ਨਾ ਜਾਵੇ ਕਿਤੇ ਗੱਡੀ, ਉਹਦੇ ਨਾਲ ਫਿਰ ਲੈਦਰਾਂ 'ਚੋਂ ਧੂੰਆਂ ਨਿਕਲਣ ਦੀ ਗੱਲ ਹੁੰਦੀ। ਮੈਨੂੰ ਲੱਗਦਾ ਹੈ ਵੀ ਇਹ ਹੁਣ ਜੇ ਇਲੈਕਸ਼ਨ ਕਮਿਸ਼ਨ ਨੇ ਹਫ਼ਤਾ ਕੁ ਹੋਰ ਜਾਂ ਕਲੱਚ ਰੱਖਿਆ ਥੋੜ੍ਹਾ ਜਿਹਾ ਅੱਧਾ ਕੁ ਨੱਪ ਕੇ, ਜਾਂ ਬ੍ਰੇਕ 'ਤੇ ਪੈਰ ਰੱਖ ਲਿਆ, ਧੂੰਆਂ ਕਿਸੇ ਨਾ ਕਿਸੇ ਪਾਸੇ ਨਿਕਲ ਆਉਣਾ। ਚਲੋ ਆਪਾਂ ਖਬਰਾਂ ਵਾਲੇ ਪਾਸੇ ਨੂੰ ਮੋੜਾ ਕੱਢੀਏ। ਇੱਕ ਤੇ ਅੱਜ 15 ਨੂੰ ਉਹਨਾਂ ਦੀ ਮੀਟਿੰਗ, ਅੱਜ SKM ਦੀ ਵੀ ਮੀਟਿੰਗ ਹੈਗੀ ਜੀ। ਉਹਨਾਂ ਨੇ ਵੀ ਕੋਈ ਨਾ ਕੋਈ ਡਿਸੀਜਨ ਫੈਸਲਾ ਲੈਣਾ। ਤੇ ਜਿਹੜੀ ਚਰਚਾ ਇਹ ਸੀ ਵੀ ਸ਼ਾਇਦ ਉਹ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕਿ ਰਾਜਨੀਤੀ 'ਚ ਆ ਗਈਆਂ, ਜਿਨ੍ਹਾਂ ਨੇ ਕਿ ਚੋਣਾਂ ਲੜਨੀਆਂ ਨੇ, ਉਹਨਾਂ ਦੇ ਉੱਪਰ ਵੀ ਸ਼ਾਇਦ ਉੱਥੋਂ ਵਾਲੇ ਜਿਹੜੇ ਮੈਂਬਰ ਨੇ ਉਹ ਕੋਈ ਨਾ ਕੋਈ ਫੈਸਲਾ ਕਰ ਸਕਦੇ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਬੜੀ ਕਲੀਅਰ ਹੈ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਸਾਹਿਬ ਦੁਆਰਾ 3 ਕਾਨੂੰਨ ਵਾਪਸ ਲੈਣ ਤੋਂ ਬਾਅਦ ਆਪੋ ਆਪਣੇ ਘਰੀਂ ਪਰਤਣ ਦਾ ਫੈਸਲਾ ਕੀਤਾ ਸੀ, ਬਕਾਇਦਾ ਫੈਸਲਾ ਸੀ ਕਿ ਇੰਨੀ ਤਰੀਕ ਨੂੰ ਤੁਰਨਾ ਹੈ, ਇੰਨੇ ਵਜੇ ਤੁਰਨਾ, ਇਸ ਤਰੀਕੇ ਤੁਰਨਾ, ਸਫਾਈ ਕਰਕੇ ਤੁਰਨਾ ਹੈ। ਮੁਲਤਵੀ ਕੀਤਾ ਸੀ ਅੰਦੋਲਨ। ਉਦੋਂ ਇਹ ਫੈਸਲਾ ਕੀਤਾ ਗਿਆ ਸੀ ਕਿ 15 ਜਨਵਰੀ ਨੂੰ ਇੱਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਏਗੀ। ਉਦੋਂ ਫਿਰ ਆਪਾਂ ਰਿਵਿਊ ਕਰਾਂਗੇ ਕਿ ਕਿਸਾਨ ਅੰਦੋਲਨ ਮੁਲਤਵੀ ਕਰਨ ਤੋਂ ਬਾਅਦ ਸਰਕਾਰ ਦੇ ਨਾਲ ਜਿਹੜੀਆਂ ਸਾਡੀਆਂ ਗੱਲਾਂ ਤੈਅ ਹੋਈਆਂ ਸੀ, ਭਾਵੇਂ ਉਹ ਲਖੀਮਪੁਰ ਖੀਰੀ ਵਾਲਾ ਮਸਲਾ ਹੋਵੇ, ਭਾਵੇਂ ਉਹ MSP ਦੀ ਕਮੇਟੀ ਵਾਲਾ ਮਸਲਾ ਹੋਵੇ, ਭਾਵੇਂ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦੀ ਗੱਲ ਹੋਵੇ, ਭਾਵੇਂ ਦਰਜ ਹੋਏ ਕੇਸ ਵਾਪਸ ਲੈਣ ਦੇ ਚੱਕਰ ਹੋਣ, ਕਿ ਉਹ ਸਾਰੇ ਮਸਲਿਆਂ ਦੇ ਉੱਤੇ ਕੀ ਸਰਕਾਰ ਦੇ ਨਾਲ ਜਿਸ ਤਰੀਕੇ ਦੇ ਵਾਅਦੇ ਹੋਏ ਆ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਈ, ਗੱਲ ਅਗਲੇ ਪਾਸੇ ਨੂੰ ਵਧੀ ਹੈ, ਜਾਂ ਫਿਰ ਉੱਥੇ ਦੀ ਉੱਥੇ ਖਲੋਤੀ ਆ ਕਿ ਭਾਈ ਕਿਸਾਨ ਘਰਾਂ ਨੂੰ ਚੱਲ ਗਿਆ, ਹੁਣ ਤੂੰ ਕੌਣ ਤੇ ਮੈਂ ਕੌਣ। ਇਹ ਪਹਿਲਾਂ ਤੋਂ ਰੱਖੀ ਹੋਈ ਮੀਟਿੰਗ ਹੈ। ਦੂਸਰੀ ਗੱਲ, ਇਹ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਕਿ ਜਿਹੜੀਆਂ 22 ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਰਾਜਨੀਤੀ 'ਚ ਹਿੱਸਾ ਲੈਣ ਲੱਗੀਆਂ,
ਹੋ ਸਕਦਾ ਉਹਨਾਂ ਨੂੰ ਅੱਜ ਕਹਿ ਦਿੱਤਾ ਜਾਵੇ ਕਿ ਭਾਈ ਜਿੰਨੀ ਦੇਰ ਤੁਸੀਂ ਰਾਜਨੀਤੀ ਦੇ ਵਿੱਚ ਹਿੱਸਾ ਲੈਣਾ ਉਨੀ ਦੇਰ ਫਿਰ ਤੁਸੀਂ ਮੀਟਿੰਗ 'ਚ ਭਾਵੇਂ ਨਾ ਆਇਓ। ਕਿਹਾ ਜਾ ਸਕਦਾ, ਜਾਂ ਇਦਾਂ ਕਿਹਾ ਜਾ ਸਕਦਾ ਕਿ ਜਿਹੜੇ ਬੰਦੇ ਉਮੀਦਵਾਰ ਬਣਨਗੇ ਤੁਸੀਂ ਨਾ ਆਇਓ। ਇਹਦੇ ਲਈ ਰਾਜਨੀਤੀ ਦੇ ਵਿੱਚ ਹਿੱਸਾ ਲੈਣ ਵਾਲੇ ਲੀਡਰ ਵੀ ਤਿਆਰ ਨੇ, ਪਰ ਇਹ ਵੀ ਗੱਲ ਬੜੀ ਕਲੀਅਰ ਆ ਕਿ ਜੇ ਕਿਸੇ ਨੂੰ ਇਸ ਗੱਲ ਦੀ ਆਸ ਹੈ ਕਿ ਉਹਨਾਂ ਨੂੰ ਮੋਰਚੇ 'ਚੋਂ ਕੱਢ ਦਿੱਤਾ ਜਾਊਗਾ ਕਿ ਤੁਸੀਂ ਰਾਜਨੀਤੀ ਕਿਉਂ ਕਰਨ ਲੱਗੇ ਹੋ, ਇੱਕ ਵੀ ਕਿਸਾਨ ਜਥੇਬੰਦੀ ਨੇ ਇਸ ਗੱਲ ਦੇ ਉੱਤੇ ਇਹ ਨਹੀਂ ਕਿਹਾ ਕਿ ਭਾਈ ਉਹਨਾਂ ਨੂੰ ਅਸੀਂ ਵੜਨ ਨਹੀਂ ਦੇਣਾ, ਉਹ ਦੁਸ਼ਮਣ ਨੇ, ਉਹਨਾਂ ਨੇ ਗਦਾਰੀ ਕੀਤੀ ਨਾ। ਉਹ ਕਹਿੰਦੇ ਬਹੁਤ ਇਹੀ ਕਹਿੰਦੇ ਉਹ 2-3 ਮਹੀਨੇ ਘੁੰਮਣ ਗਏ ਆ, ਵਾਪਸ ਆ ਜਾਣਗੇ। ਇਸ ਕਰਕੇ ਪਹਿਲਾਂ ਤੋਂ ਰੱਖੀ ਹੋਈ ਮੀਟਿੰਗ ਹੈ, ਉਹਦੇ ਵਿੱਚੋਂ ਹੋ ਸਕਦਾ ਕਿ ਇਦਾਂ ਦੀ ਖਬਰ ਆਵੇ ਜੀ ਉਨੀ ਦੇਰ ਦੇ ਲਈ ਉਹ ਮੋਰਚੇ ਤੋਂ ਬਾਹਰ ਰਹਿਣਗੇ, ਕੋਈ ਵੱਡੀ ਗੱਲ ਨਹੀਂ। ਅੱਗੇ ਵੀ ਰਹਿੰਦੇ ਸੀ, ਉਹ ਤਾਂ ਡਿਊਰਿੰਗ ਮੋਰਚਾ ਵੀ ਜੇ ਕੋਈ ਲੱਗਦਾ ਸੀ ਵੀ ਯਾਰ ਫਲਾਣੇ ਨੇ ਆਹ ਗੱਲ ਕਹੀ, ਓਕੇ ਜੀ ਅਨੁਸ਼ਾਸਨੀ ਕਾਰਵਾਈ 15 ਦਿਨ ਲਈ ਬਾਹਰ, ਮਹੀਨੇ ਲਈ ਬਾਹਰ, ਡੇਢ ਮਹੀਨੇ ਲਈ ਬਾਹਰ ਰਹੇ ਲੀਡਰ। ਤੇ ਜਿੱਦਣ ਉਹ ਵਾਪਸ ਜਾਂਦੇ ਸੀ ਉਦੋਂ ਅਗਲਾ ਪ੍ਰੈਸ ਕਾਨਫਰੰਸ ਵਿਚਾਲੇ ਵਾਲੀ ਕੁਰਸੀ ਦਿੰਦਾ ਸੀ ਵੀ ਆਓ ਜੀ ਬੈਠੋ। ਉਦੋਂ ਕੋਈ ਪੁੱਛਦਾ ਵੀ ਨਹੀਂ ਸੀ ਮਹਾਰਾਜ ਜੀ ਇਹ ਤੇ ਬੰਦਾ ਮਹੀਨਾ ਬਾਹਰ ਰਿਹਾ, ਉਹ ਕਹਿੰਦਾ ਵੀ ਉਹ ਸਜ਼ਾ ਸੀ, ਅਗਲੇ ਨੇ ਭੁਗਤ ਲਈ, ਗੱਲ ਖਤਮ ਹੋ ਗਈ। ਚਲੋ ਉਹ ਤਾਂ ਜੋ ਫੈਸਲਾ ਲੈਣਗੇ ਆਪਾਂ ਉਹਦੇ ਤੇ ਆ ਜਾਵਾਂਗੇ। ਦੂਸਰੀ ਰਹੀ ਗੱਲ, ਆਪਾਂ ਇਹ ਦੱਸ ਚੁੱਕੇ ਵੀ ਸੰਯੁਕਤ ਸਮਾਜ ਮੋਰਚੇ ਨੇ ਵੀ ਸ਼ਾਇਦ ਕੱਲ੍ਹ ਨੂੰ ਆਪਣੀ ਜਿਹੜੀ ਲਿਸਟ ਜਾਰੀ ਕਰ ਹਾਂਜੀ, ਆਪਾਂ ਥੋੜੀ ਗੱਲ ਕੀਤੀ, ਥੋੜੀ ਹੋਰ ਕਰ ਲਓ। ਆਪ ਜਿਹੜੇ ਉਮੀਦਵਾਰ ਸੀਗੇ 10 ਕੁ ਉਹਨਾਂ ਨੇ ਪਹਿਲਾਂ ਕੱਢੇ ਸੀਗੇ, ਉਦੋਂ ਬਾਅਦ ਚੜੂਨੀ ਸਾਹਿਬ ਕਹਿੰਦੇ ਯਾਰ ਸਾਡੇ ਨਾਲ ਗੱਲ ਹੀ ਨਹੀਂ ਕਰਦੇ, ਇੱਦਾਂ ਕਿੱਦਾਂ ਯਾਰ ਸਾਡੀ ਵੀ ਕੋਈ ਗੱਲ ਆ। ਚਲੋ ਹੁਣ ਉਹਨਾਂ ਦੀ ਗੱਲ ਮੇਰਾ ਖਿਆਲ ਵੀ ਨਿਬੜ ਗਈ ਹੋਣੀ ਆ, ਤੇ ਕੱਲ੍ਹ ਨੂੰ ਉਹ ਲਿਸਟ ਸਮੁੱਚੀ ਆ ਜਾਊਗੀ, ਪਤਾ ਲੱਗ ਜੂ ਵੀ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਕਿਸਾਨਾਂ ਦਾ ਉਮੀਦਵਾਰ। ਸੰਧਾਲੀਆ ਸਾਹਿਬ ਉਹਨਾਂ ਨੇ ਨਾ ਉਹਦੇ ਵਿੱਚ ਇੱਕ ਬੜੀ ਕਮਾਲ ਦੀ ਗੱਲ ਕੀਤੀ। ਉਹ ਕਹਿੰਦੇ ਜੀ ਲੁਧਿਆਣੇ ਦੀਆਂ ਅਸੀਂ ਸੋਚ ਰਹੇ 4 ਤੋਂ 6 ਸੀਟਾਂ ਜੇ ਸਾਡੀ ਮੈਰਿਟ ਦੇ ਉੱਤੇ ਪੂਰੇ ਉਤਰੇ ਤਾਂ ਚੰਗੇ ਜਿਹੜੇ ਉਦਯੋਗਪਤੀ ਨੇ ਉਹਨਾਂ ਨੂੰ ਵੀ ਦੇ ਸਕਦੇ, ਛੋਟੇ ਕਾਰੋਬਾਰੀ ਜਿਹੜੇ ਆ, ਜਿਹੜੇ ਕਿ ਨਾਲ ਨਿਭਦੇ ਰਹੇ ਆ ਤੇ ਲੋਕਾਂ ਦੇ ਪੱਖ ਦੀ ਗੱਲ ਕਰਦੇ ਆ। ਹੋ ਸਕਦਾ ਕੁਝ ਵਾਤਾਵਰਣ ਦੇ ਲਈ ਕੰਮ ਕਰਦੇ ਬੰਦੇ ਜਿਹੜੇ ਆ, 1-2 ਬੰਦੇ ਉਹ ਵੀ ਵਿੱਚ ਐਡਜਸਟ ਕੀਤੇ ਜਾਣ। ਹੋਰ ਵੀ ਕਈ ਵੱਡੇ ਸ਼ਹਿਰਾਂ ਦੇ ਵਿੱਚ ਕੋਈ ਸਫਾਈ ਕਰਮਚਾਰੀ ਹੋਵੇ, ਕੋਈ ਮਜ਼ਦੂਰਾਂ ਦੀ ਜਥੇਬੰਦੀ ਦਾ ਬੰਦਾ ਹੋ ਸਕਦਾ। ਜਾਣੀ ਬਹੁਤੀਆਂ ਸੀਟਾਂ ਦੇ ਉੱਤੇ ਭਲ ਕੇ ਉਹਨਾਂ ਨੇ ਸਥਿਤੀ ਕਲੀਅਰ ਕਰ ਦੇਣੀ ਆ ਕਿ ਭਾਈ ਸਾਡੇ ਆਹ ਬੰਦੇ ਹੋਣਗੇ, ਤੇ ਉਮੀਦ ਹੈ ਕਿ 18 ਤਰੀਕ ਤੱਕ ਸੰਯੁਕਤ ਸਮਾਜ ਮੋਰਚੇ ਦਾ ਮੈਨੀਫੈਸਟੋ ਆ ਜਾਣਾ, ਤੇ ਹੋਏ ਵੀ ਹੋ ਸਕਦਾ ਬਾਕੀ ਸਾਰਿਆਂ ਤੋਂ ਨਵੇਕਲਾ ਹੋਵੇ, ਵੱਖਰਾ ਹੋਵੇ। ਨਹੀਂ ਹੋਊਗਾ, ਕਿਉਂਕਿ ਜੇ ਨਵੇਕਲੀ ਗੱਲ ਤਾਂ ਨਾ ਕਰ ਹੀ ਦਿੱਤੀ ਹੈ। ਉਹ ਕਹਿੰਦੇ ਵੀ ਫ੍ਰੀ ਦੇਣਾ ਕੁਝ ਨਹੀਂ ਹੋ, ਤੇ ਜਿਹੜੀ ਚੀਜ਼ ਹੈਗੀ ਉਹ ਭਾਈ ਸਾਹਿਬ ਰੇਟ ਆਪਾਂ ਠੋਕ ਕੇ ਲਾਉਣਾ, ਪਰ ਹਾਂ ਉਹ ਚਾਹੀਦਾ ਜਿਹੜਾ ਕੰਮ ਪੰਜਾਬ ਦੇ ਹੱਕ 'ਚ ਹੋਵੇ। ਤੇ ਲੋਕਾਂ ਨੂੰ ਹਰਜ ਵੀ ਕੋਈ ਨਹੀਂ, ਜੇ ਮੰਨ ਲਓ ਅੱਜ ਦੀ ਡੇਟ ਦੇ ਵਿੱਚ ਬੰਦਾ ਹੱਥ ਕਿਉਂ ਘੁੱਟਦਾ ਜੀ, ਉਹਨੂੰ ਪਤਾ ਹੁੰਦਾ ਵੀ ਜੇ ਮੈਂ 10 ਰੁਪਏ ਵੀ ਟੈਕਸ ਦਿੱਤੇ ਤੇ ਵੀਰ 11 ਹੋ ਗਿਆ ਅਗਲੇ ਦੀ ਜੇਬ 'ਚ ਪੈਣੇ, ਮੈਨੂੰ ਮੁੜਨਾ ਕੁਝ ਨਹੀਂ। ਤੇ ਜੇ ਅਗਲਾ ਬੰਦਾ ਕੋਈ ਇਹੋ ਜਿਹੀ ਕੋਈ ਵੀ ਕਿਸਾਨਾਂ ਦੀ ਗੱਲ ਨਹੀਂ ਕਰਦਾ, ਕੋਈ ਵੀ ABC ਪੋਲੀਟੀਕਲ ਪਾਰਟੀ ਇਹ ਸਿਸਟਮ ਬਣਾ ਦੇ, ਪਾਰਦਰਸ਼ੀ ਹੋਵੇ, ਅਗਲੇ ਨੂੰ ਲੱਗੇ ਵੀ ਵੀਰ ਤੂੰ 5 ਦਿੱਤੇ ਸੀ, ਆਲੇ 8 ਕਰਕੇ ਤੈਨੂੰ ਮੋੜਨ ਲੱਗੇ ਆ, ਫੇਰ ਕਿਸੇ ਨੂੰ ਕੀ ਹਰਜ ਨਹੀਂ, ਕੋਈ ਹਰਜ ਨਹੀਂ। ਇਹਦੇ ਤੋਂ ਪਹਿਲਾਂ ਕਿ ਸੰਧਾਲੀਆ ਸਾਹਿਬ ਆਪਾਂ ਢੀਂਡਸਾ ਸਾਹਿਬ ਦੇ ਉੱਤੇ ਜਾਈਏ, ਆਪਾਂ ਭਗਵੰਤ ਮਾਨ ਦੇ ਕੋਲ ਦੀ ਹੋ ਕੇ ਲੰਘਦੇ ਹਾਂ, ਕਿਉਂਕਿ ਸੰਗਰੂਰ ਨਹੀਂ ਇਹ ਵੀ ਗੱਲ ਠੀਕ ਹੈ। ਚਲੋ ਇੱਧਰੋਂ ਸ਼ੁਰੂ ਹੋ ਜਾਓ। ਭਗਵੰਤ ਮਾਨ ਸਾਹਿਬ ਨੇ ਤੇ ਵੈਸੇ ਜਦੋਂ ਚਲੋ ਉਹਨਾਂ ਨੇ ਆਰਥਿਕ ਪੈਕੇਜ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਲੈਣ ਕਹੀ, ਉਹਨਾਂ ਨੇ ਸਵਾਲ ਪਤਾ ਨਹੀਂ ਪੁੱਛ ਲਿਆ, ਕਹਿੰਦੇ ਜੀ ਅੱਜ ਕੱਲ੍ਹ ਕਹਿੰਦੇ ਬਹੁਤ ਤੱਤੇ ਚੱਲ ਰਹੇ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ, ਕੀ ਕਹਿੰਦੇ ਹੋ? ਕਹਿੰਦੇ ਮੈਂ ਵੈਸੇ ਕੁਛ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਜਿਸ ਹਿਸਾਬ ਨਾਲ ਕੰਮ ਚੱਲਣ ਡਿਆ ਮੈਨੂੰ 2 ਦਿਨ ਹੀ ਲੱਗਦੇ, ਕਹਿੰਦੇ ਦਿਨ ਨਹੀਂ ਲੱਗਦੇ। ਆਹ ਬੰਦਾ ਕਿਹੜਾ ਟਲਦਾ ਦੱਸੋ। ਹੁਣ ਗੱਲ ਉਹਨਾਂ ਵੀ ਗੋਲ ਰੱਖੀ, ਐਵੇਂ ਗੋਲ ਰੱਖਦੇ, ਕੀ ਪਤਾ ਕਾਹਦੇ 2-3 ਦਿਨ। ਠੀਕ ਹੈ, ਉਹ ਤਾਂ ਉਹਨਾਂ ਦੀ ਆਪ ਦੀ ਮਰਜ਼ੀ ਹੈ ਨਾ ਵੀ ਕੀ ਕਹਿਣਾ ਹੈ। ਨਾਲੇ ਉਹ ਤਾਂ ਵੈਸੇ ਵੀ ਮਿਰਚ ਮਿੱਠੀ ਕਰਕੇ ਖਿਲਾਉਂਦੇ ਹੁੰਦੇ ਆ। ਆਹੋ, ਮਿਰਚਾਂ ਮਿੱਠੀਆਂ ਕੁਲਫੀ ਗਰਮ ਕਰਕੇ ਖਿਲਾਉਂਦੇ ਹੁੰਦੇ ਆ, ਗਰਮ ਆ। ਅੱਛਾ ਚਲੋ, ਦੂਜੀ ਗੱਲ ਇਹ ਕਿ ਵੀ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਕਿ ਰੋਡ ਮੈਪ ਜਾਂ ਉਹਨਾਂ ਨੇ ਆਪਣਾ ਮੋਟਾ ਜਿਹਾ ਦੱਸਿਆ, ਬਾਕੀ ਦਾ ਕਹਿੰਦੇ ਆ ਕਿ ਵੀ ਅਸੀਂ ਥੋੜ੍ਹੇ ਦਿਨਾਂ ਤੱਕ ਤੁਹਾਨੂੰ ਡਿਟੇਲ 'ਚ ਦੱਸ ਦੇਵਾਂਗੇ ਵੀ ਅਕੋਰਡਿੰਗ ਟੂ ਭਗਵੰਤ ਮਾਨ ਸਾਹਿਬ 3 ਕਰੋੜ ਦੇ ਆਸ-ਪਾਸ ਜੇ ਪੰਜਾਬ ਦੀ ਆਬਾਦੀ ਆ ਤੇ 3 ਲੱਖ ਕਰੋੜ ਦਾ ਕਰਜ਼ਾ। ਉਹਨਾਂ ਦਾ ਕਹਿਣ ਤੋਂ ਭਾਵ ਇਹ ਆ ਵੀ ਅੱਜ ਜੇ ਮੰਨ ਲਓ ਵੀ ਮੁੰਡੇ ਦੀ ਲੋਹੜੀ ਆ, ਵੀ ਕਾਕਾ ਹੋਇਆ ਤੇ ਇਕੱਲਾ ਕਾਕਾ ਨਹੀਂ ਹੋਇਆ, ਕਾਕੇ ਦੇ ਸਿਰ ਤੇ ਲੱਖ ਰੁਪਏ ਦਾ ਕਰਜ਼ਾ ਵੀ ਆ, ਯਾਨੀ ਕਿ ਹਰੇਕ ਪੰਜਾਬੀ ਦੇ ਸਿਰ ਤੇ 1-1 ਲੱਖ ਦਾ ਕਰਜ਼ਾ, ਜਿੰਨਾ ਪੰਜਾਬ ਸਿਰ ਕਰਜ਼ਾ। ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇ ਆਪਾਂ ਪੰਜਾਬ ਨੂੰ ਪੈਰਾਂ ਸਿਰ ਲਿਆਉਣਾ ਤੇ ਫਿਰ ਇਹਦਾ ਕੁਛ ਨਾ ਕੁਛ ਹੱਲ ਕਰਨਾ ਪੈਣਾ। ਫਿਰ ਉਹ ਬਜਟ ਦੀ ਗੱਲ ਕਰਦੇ ਵੀ ਦਿੱਲੀ ਵਾਲਾ ਅਸੀਂ 26 ਕਰੋੜ ਸੀਗਾ, ਅਸੀਂ 68-69 ਤੇ ਲੈ ਗਏ, ਪੰਜਾਬ ਵਾਲਾ 1,68,69 ਆ, ਤੇ ਉਹ 'ਚ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਜੇ ਆਪਾਂ ਇਕੱਲੀ ਰਿਸ਼ਵਤਖੋਰੀ ਦਾ ਕੱਢ ਲਈਏ ਥੋੜ੍ਹੇ ਜਿਹੇ %, 25-30 ਹਜ਼ਾਰ ਕਰੋੜ ਰੁਪਈਆ ਉੱਧਰੋਂ ਆ ਜਾਣਾ, 20 ਹਜ਼ਾਰ ਕਰੋੜ ਰੁਪਈਆ ਉਹ ਕਹਿੰਦੇ ਵੀ ਰੇਤ 'ਚੋਂ ਕੱਢ ਲੈਣਾ, ਫਿਰ ਲਿਕਰ ਪਾਲਿਸੀ, ਫਿਰ ਟਰਾਂਸਪੋਰਟ ਪਾਲਿਸੀ। ਉਹ ਕਹਿੰਦੇ ਪੈਸਾ ਬਹੁਤ ਆ ਜਿਹੜਾ ਕਿ ਲਿਆਂਦਾ ਜਾ ਸਕਦਾ, ਜਿਹੜਾ ਕਿ ਹੁਣ ਇੱਧਰ ਉੱਧਰ ਲੀਡਰਾਂ ਦੀ ਜੇਬਾਂ 'ਚ ਪੈਂਦਾ ਉਹ ਪੰਜਾਬ ਦੇ ਖਜ਼ਾਨੇ 'ਚ ਪਾਵਾਂਗੇ। ਸੰਧਾਲੀ ਸਾਹਿਬ, ਮੈਂ ਇੱਕ ਗੱਲ ਤੋਂ ਬੜਾ ਹੈਰਾਨ ਆ, ਜਿੱਦਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣਾ ਪੰਜਾਬ ਦਾ ਏਜੰਡਾ ਦਿੱਤਾ ਸੀ ਨਾ, ਬਾਕੀ ਸਾਰੀਆਂ ਸਿਆਸੀ ਪਾਰਟੀਆਂ ਚੁੱਪ ਨੇ, ਉਹਨਾਂ ਨੇ ਪਾਰਟੀ 'ਚ ਰਹਿਣਾ ਨਹੀਂ ਰਹਿਣਾ ਸਾਨੂੰ ਨਹੀਂ ਪਤਾ, ਨਾ ਕੋਈ ਲੈਣਾ ਦੇਣਾ, ਪਰ ਏਜੰਡੇ ਤੇ ਨਹੀਂ ਕੋਈ ਬੋਲਦਾ ਕਿ ਉਹਨਾਂ ਦੀ 1 ਮਦ ਆ, 2 ਆ, 3 ਆ। ਇੱਦਾਂ ਹੀ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਹੋਰਾਂ ਨੇ 10 ਦਿੱਤੇ ਨੁਕਤੇ, ਉਹ ਕਹਿੰਦੇ ਜੀ ਇਹਦਾ ਵਿਸਥਾਰ ਬਾਅਦ 'ਚ ਦੇਵਾਂਗੇ ਕਿ ਪੈਸੇ ਕਿੱਥੋਂ ਆਉਣੇ ਆ, ਸਿਹਤ, ਸਿੱਖਿਆ, ਸਾਰਾ ਕੁਝ ਦਿੱਤਾ, ਵਾਤਾਵਰਣ। ਹੁਣ ਇਹਨਾਂ ਨੇ 10 ਨੁਕਤੇ ਵੀ ਦੇ ਦੇਣੇ, ਵਿਸਥਾਰ ਵੀ ਦੇ ਦੇਣਾ। ਤੁਸੀਂ ਦੇਖਿਓ ਕਿਸੇ ਸਿਆਸੀ ਪਾਰਟੀ ਨੇ ਇਹ ਨਹੀਂ ਕਹਿਣਾ ਕਿ ਇਹ ਚੰਗਾ ਆ, ਨਾ ਹੀ ਇਹ ਕਹਿਣਾ ਇਹ ਮਾੜਾ ਆ,
ਕਿਉਂਕਿ ਜੇ ਚੰਗਾ ਕਹਿਣਗੇ ਤਾਂ ਫਿਰ ਔਖਾ ਹੋ ਜਾਂਦਾ, ਜੇ ਮਾੜਾ ਕਹਿਣਗੇ ਤਾਂ ਦੱਸਣਾ ਪਊਗਾ ਕਿਵੇਂ ਮਾੜਾ, ਤੇ ਉਹ ਦੱਸਣਾ ਨਹੀਂ ਆਉਣਾ। ਨਹੀਂ ਨਾਲੇ ਇਹ ਕਹਾਂ ਮਾੜਾ ਇਹਨਾਂ ਦਾ ਤੇ ਸਾਡਾ ਕਿਦਾਂ ਚੰਗਾ, ਸਾਡਾ ਕਿਦਾਂ ਚੰਗਾ, ਉਹ ਫਿਰ ਹੁਣ ਦੱਸੇ ਕਿਹੜਾ ਬੰਦਾ ਸਾਫ ਔਖਾ ਹੋ ਜਾਣਾ ਨਾ। ਪਰ ਪੰਜਾਬ ਦੇ ਲੋਕਾਂ ਦੇ ਲਈ ਉਹ ਜ਼ਰੂਰੀ ਹੈ ਕਿ ਭਾਈ ਇੱਕ ਦੂਜੇ ਦੇ ਏਜੰਡੇ ਤੇ ਗੱਲ ਕਰੋ ਤੁਸੀਂ। ਇੱਕ ਦੂਜਾ ਚਾਹ ਕੌਣ ਪੀਂਦਾ ਹੈ, ਸੌਂਫ ਕੌਣ ਪੀਂਦਾ ਹੈ, ਕਿੱਧਰਲੇ ਪਾਸੇ ਨੂੰ ਕੌਣ ਜਾਂਦਾ, ਉਧਰਲੇ ਪਾਸੇ ਨਾ ਚੱਲੋ। ਹੁਣ ਨਹੀਂ ਆ ਹੁਣ ਚਾਹ ਤੇ ਸੌਂਫ ਤੇ ਐਵੇਂ ਨਜਾਇਜ਼ ਹੀ ਲਾਇਆ ਸ਼ਬਦ ਤੁਸੀਂ ਅੱਗੇ। ਤੁਸੀਂ ਨਾ ਦੁੱਧ ਦੇ ਵਿੱਚ ਸੌਂਫ ਪਾ ਕੇ, ਪਰ ਤੁਸੀਂ ਮਾਫ ਕਰਨਾ ਕਿਉਂਕਿ ਆਮ ਬੰਦੇ ਦੀ ਉਹ ਖੁਰਾਕ ਹੁੰਦੀ ਆ, ਬਜ਼ੁਰਗ ਬਹੁਤ ਦੁੱਧ ਦੇ ਵਿੱਚ ਸੌਂਫ ਪਾਉਂਦੇ ਆ, ਤੁਸੀਂ ਵੱਡੇ ਬੰਦੇ ਹੋ ਕਿਉਂਕਿ ਤੁਸੀਂ ਤਾਂ ਹੋਣੀ ਨਾ ਕਿ ਥੱਲੇ ਪਲੇਟ ਹੋਣੀ ਹੈ, ਪਲੇਟ ਦੇ ਵਿੱਚ ਆਪਣੇ ਕੱਪ ਹੋਣਾ ਹੈ, ਕੱਪ ਦੇ ਵਿੱਚ ਤੁਸੀਂ ਐ ਜਦੋਂ ਚਮਚਾ ਫੇਰਨਾ ਹੀ, ਉਹਦੇ ਪਰ ਤੁਸੀਂ ਥੋੜ੍ਹਾ ਹੀ ਫੇਰਨਾ ਹੀ। ਮੇਰੀ ਗੱਲ ਸੁਣ, ਇਹ ਤਾਂ ਹੋ ਗਿਆ, ਡੱਬੀ ਦੀ ਗੱਲ ਕੀਤੀ ਨਹੀਂ। ਕਿਹੜੀ ਦੀ? ਪਤਾ ਨਹੀਂ, ਪਿਛਲੇ ਦਿਨ ਹੀ ਚੱਲੀ ਹੈਗਾ ਡੱਬੀ ਦੀ। ਆਹੋ ਪਤਾ ਨਹੀਂ ਬਈ, ਚਲੋ ਕੋਈ ਨਹੀਂ, ਅੱਛਾ ਚਲੋ ਟਿੱਪਣੀ ਕਰ ਦੇਣਗੇ। ਮੈਂ ਹੁਣ ਗੱਲ ਨਵੇੜ ਲਵਾਂ। ਡੱਬੀ ਕਹਿੰਦੇ ਚਾਂਦੀ ਦੀ, ਡੱਬੀ ਚਾਂਦੀ ਦੀ। ਅੱਛਾ ਹੁਣ ਸੰਧਾਲੀਆ ਸਾਹਿਬ ਗੱਲ ਕੀ ਹੈ ਕਿ ਹੁਣ ਆਮ ਬੰਦੇ ਕੋਲ ਲੋਹੇ ਦੀ ਹੁੰਦੀ ਹੈ, ਤੁਸੀਂ ਆਮ ਬੰਦੇ ਕੋਲ ਲਿਫਾਫਾ ਹੁੰਦਾ। ਚਲੋ ਅੱਛਾ ਸੰਧਾਲੀਆ ਸਾਹਿਬ ਗੱਲ ਕੀ ਹੈ ਕਿ ਮੈਨੂੰ ਇੱਕ ਗੱਲ ਲੱਗੀ ਕਿ ਆਮ ਆਦਮੀ ਪਾਰਟੀ ਨੇ ਐਤਕੀ ਬਹੁਤ ਬਚ ਕੇ ਚੱਲਦੀ ਹੈ ਤੇ ਬੜੀ ਤਿੱਖੀ ਚੱਲ ਰਹੀ ਹੈ। ਤੁਸੀਂ ਇਹ ਦੇਖੋ, ਹਰਪਾਲ ਸਿੰਘ ਚੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਨੰਬਰ ਦਿੱਤਾ ਹੈ ਕਹੀਂ ਟੈਲੀਫੋਨ ਨੰਬਰ ਕਿ ਮੁੱਖ ਮੰਤਰੀ ਕਿਹਨੂੰ ਬਣਾਉਣਾ ਹੈ। 24 ਘੰਟਿਆਂ 'ਚ ਕਹਿੰਦੇ 8 ਲੱਖ ਲੋਕਾਂ ਨੇ ਸੰਪਰਕ ਕੀਤਾ। ਨਾ ਕਿਹਦਾ ਲਿਆ ਮੁੱਖ ਮੰਤਰੀ ਬਣਾਉਣ ਨੂੰ, ਇਹ ਨਹੀਂ ਕਹਿੰਦੇ ਪਤਾ। ਹਾਂ ਨਹੀਂ ਇਹ ਗੋਲਿਆ ਕਹਿੰਦੇ 8 ਲੱਖ ਬੰਦੇ। ਹੁਣ ਤੁਸੀਂ ਦੇਖੋ ਕਿ ਅੱਜ 15 ਤਰੀਕ ਵੀ ਹੈ, ਕੱਲ੍ਹ ਨੂੰ 16 ਵੀ ਹੈ, ਪਰਸੋਂ ਨੂੰ 17 ਵੀ ਹੈ। ਜੇ ਆਪਾਂ ਇਦਾਂ ਹੀ ਚੱਲੀਏ ਕਿ 8 ਹੀ ਹੋ ਜਾਏ ਤਾਂ 8 ਚੌਕਾ 32 ਲੱਖ ਹੋ ਗਿਆ। ਆਪਾਂ 2 ਕਰੋੜ ਵੋਟਰ ਮੰਨ ਲੈਂਦੇ ਹਾਂ ਤੇ ਉਹਦੇ ਹਿਸਾਬ ਦੇ ਨਾਲ 16% ਲੋਕ ਤਾਂ ਸਿੱਧੇ ਹੀ ਐਕਟਿਵ ਹੋ ਗਏ। ਯਾਨੀ 16% ਵੋਟਰ ਜਿਹੜਾ ਹੈ ਉਹਨਾਂ ਦਾ ਟੈਲੀਫੋਨ ਨੰਬਰ ਵੀ ਆ ਗਿਆ, ਸਭ ਕੁਝ ਹੀ ਆ ਗਿਆ। ਪਿਛਲੇ ਦਿਨ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਪੰਜਾਬ ਦੇ ਲੋਕ ਚੁਣਨਗੇ ਮੁੱਖ ਮੰਤਰੀ। ਐਂ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਨੇ ਬਹੁਤ ਸਲਾਹ ਕਰਕੇ ਸਾਰੇ ਪੱਖ ਦੇਖ ਕੇ ਪੈਂਤੜਾ ਲਿਆ ਕਿ ਬਾਈ ਤੁਸੀਂ ਤਾਂ, ਤੁਹਾਡੇ ਲੋਕ ਤਾਂ ਬਾਅਦ 'ਚ ਚੁਣਨਗੇ, ਅਸੀਂ ਪਹਿਲਾਂ ਹੀ ਲੋਕਾਂ ਤੋਂ ਪਤਾ ਕਰਾ ਲੈਣਾ। ਯਾਨੀ ਇੱਕ ਤਾਂ ਉਹ ਪੱਖ ਲੈ ਲਿਆ, ਦੂਸਰਾ ਆਪ ਪਛਾਣ ਹੋ ਗਿਆ ਕਿ ਮੈਂ ਹੈ ਨਹੀਂ। ਜੋ ਗੱਲ ਚੰਦੂ ਮਾਜਰਾ ਸਾਹਿਬ, ਮਨਜਿੰਦਰ ਸਿੰਘ ਸਿਰਸਾ ਸਾਹਿਬ ਤੇ ਕਈ ਹੋਰ ਸਾਹਿਬ ਕਹਿੰਦੇ ਸੀ ਕਿ ਭਾਈ ਅਰਵਿੰਦ ਕੇਜਰੀਵਾਲ ਨੇ ਆਪ ਬਣਾ, ਕਹਿੰਦੇ ਮੈਂ ਤਾਂ ਦੌੜ 'ਚ ਹੀ ਨਹੀਂ ਹੈਗਾ, ਮੇਰਾ ਨਾਂ ਨਾ ਲਿਖਿਓ। ਤੀਸਰੀ ਗੱਲ ਕਿ ਇਹ ਗੱਲ ਕਲੀਅਰ ਹੈ ਕਿ ਭਗਵੰਤ ਮਾਨ ਦਾ ਹੀ ਨਾਮ ਆਉਣਾ, ਕਿਉਂਕਿ ਉਹਨਾਂ ਨੇ ਸਾਰੇ ਪ੍ਰੈਸ ਕਾਨਫਰੰਸ ਦੇ ਵਿੱਚ 2 ਬੰਦਿਆਂ ਦਾ ਜ਼ਿਕਰ ਕੀਤਾ ਮੁੱਖ ਮੰਤਰੀ ਦੇ ਲਈ, ਇੱਕ ਆਪਣਾ ਤੇ ਇੱਕ ਭਗਵੰਤ ਦਾ। ਆਪਣਾ ਨਾਂ ਕੱਟਤਾ ਤੇ ਭਗਵੰਤ ਦਾ ਰੱਖਤਾ ਤੇ ਨਾਲ ਕਹਿਤਾ ਕਿ ਭਾਈ ਟੈਲੀਫੋਨ ਕਰ ਲਓ। ਨਹੀਂ ਉਹ ਤਾਂ ਗੱਲ ਹੈਗੀ। ਦੇਖੋ ਇਹ ਜਿਹੜਾ ਪੈਂਤੜਾ ਹੈ ਇਹਨੂੰ ਹੁਣ ਤੱਕ ਤਾਂ ਐਪਰੀਸ਼ੀਏਟ ਕੀਤਾ ਜਾ ਰਿਹਾ, ਪਰ ਗੱਲ ਸਿਰਫ ਇਹ ਆ ਕਿ ਵੀ ਇਹਨੂੰ ਦੂਜੇ ਲੋਕ ਵੀ ਦੇਖਿਆ ਜਾ ਰਿਹਾ ਨਾ। ਕਹਿੰਦੇ ਵੀ ਇਹ ਸ਼ਾਇਦ ਆਮ ਆਦਮੀ ਪਾਰਟੀ ਦੀ ਉਸੇ ਰਾਜਨੀਤੀ ਦਾ ਹਿੱਸਾ ਵੀ ਜਿਹਦੇ 'ਚੋਂ ਕਹਿੰਦੇ ਵੀ ਜਿੰਨਾ ਨੇੜੇ ਹੋ ਸਕੇ ਨਾ ਉਹਨਾਂ ਨੇੜੇ ਲੈ ਚੱਲੀਏ ਇਲੈਕਸ਼ਨਾਂ ਦੇ, ਕਿਉਂਕਿ ਜਿੱਦਣ ਇਹ ਉੱਦਾਂ ਹੀ ਆ ਵੀ ਉਹ ਕਹਿੰਦੇ ਵੀ ਆਖਰੀ ਪਟਾਕਾ ਕਹਿੰਦੇ ਚਲਾਉਣਾ ਹੀ ਜੀ, ਬਸ ਕਹਿੰਦੇ ਬਾਕੀ ਚਲਾ ਲਓ, ਫੁੱਲ ਝੜੀਆਂ ਚਲਾ ਲਓ, ਇੱਧਰੋਂ ਅਨਾਰ ਚਲਾ ਲਓ, ਦੂਜਾ ਉਹ ਬਾਅਦ 'ਚ ਚਲਾਉਂਦੇ ਆ। ਉਹ ਬਾਅਦ 'ਚ ਚਲਾਉਣ ਦੇ ਸਿਰਫ ਦਿਨ ਪਾਏ ਜਾ ਰਹੇ। ਹੁਣ ਸਕਦਾ ਵੀ 17 ਨੂੰ ਮੰਨ ਲਓ ਅਗਲੇ ਆਖਣ ਵੀ ਦੇਖੋ ਜੀ ਸਾਡੇ ਕੋਲੇ ਆ ਗਈਆਂ ਮਿਸ ਕਾਲਾਂ, ਸਾਡੇ ਕੋਲੇ WhatsApp ਆ ਗਏ, ਮੈਸੇਜ ਆ ਗਏ, ਸਾਰਾ ਕੁਛ ਆ ਗਿਆ। ਉਹ ਗਿਣਤੀ 'ਚ ਟਾਈਮ ਲੱਗ ਰਿਹਾ, ਥੋੜ੍ਹਾ ਜਿਹਾ 2 ਦਿਨ ਲੱਗ ਜਾਣੇ। ਅਸੀਂ ਤੁਹਾਨੂੰ ਦੱਸ ਦੇਣਾ ਮੁੱਖ ਮੰਤਰੀ ਦਾ ਚਿਹਰਾ ਕਿਹੜਾ। ਇਹਦੇ ਵਿੱਚ ਤਾਂ ਉਹ ਕਾਮਯਾਬ ਵੀ ਹੋ ਰਿਹਾ ਕੁਝ ਹੱਦ ਤੱਕ। ਵੋਟਾਂ ਕਿੰਨੀਆਂ ਪੈਂਦੀਆਂ ਬਾਅਦ ਦੀ ਗੱਲ ਹੈ, ਪਰ ਤੁਸੀਂ ਦੇਖੋ ਕਿ ਪਹਿਲਾਂ ਜਦੋਂ ਭਗਵੰਤ ਮਾਨ ਹੋਰੀ ਆਪਣੇ ਘਰੇ ਹੁੰਦੇ ਸੀ, ਫੇਸਬੁੱਕ ਤੇ ਕੱਲੀਆਂ ਫੋਟੋ ਪਾਉਂਦੇ ਸੀ ਕਿ ਅੱਜ ਧੂਰੀ ਤੋਂ ਲੋਕ ਆਏ ਨੇ, ਅੱਜ ਸੰਗਰੂਰ ਤੋਂ ਆਏ ਨੇ, ਅੱਜ ਪਟਿਆਲਿਓਂ ਆਏ ਨੇ, ਅੱਜ ਜਲੰਧਰ ਵਾਲੇ ਸਾਥੀ ਆਏ ਨੇ, ਬੜਾ ਪਿਆਰ ਦਿੱਤਾ ਹੀ, ਬੜੇ ਕੇਕ ਕੱਟੇ ਜਾਂਦੇ ਨੇ। ਤੇ ਉਦੋਂ ਬਹੁਤ ਸਾਰੇ ਕਹਿੰਦੇ ਭਗਵੰਤ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਬਣਾਉਂਦੇ, ਭਗਵੰਤ ਆ ਘਰੇ ਬੈਠੇ। ਤੁਸੀਂ ਦੇਖੋ ਕਿ ਜਿਹੜੀ ਗੱਲ 1.5 ਮਹੀਨਾ ਪਹਿਲਾਂ ਤੱਕ ਇਹ ਚੱਲਦੀ ਸੀ ਕਿ ਭਗਵੰਤ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕੱਟਦੀ ਕਿ ਉਹ ਤਾਂ ਕਹਿੰਦੇ ਲੋਕਾਂ ਤੋਂ ਪੁੱਛੋ, ਮੇਰਾ ਕੋਈ ਨਹੀਂ, ਮੈਂ ਭਗਵੰਤ ਨੂੰ ਬਣਾਉਣਾ ਚਾਹੁੰਦਾ, ਬਣਦਾ ਨਹੀਂ ਬੰਦਾ। ਤੇ ਹੋਰ ਦੇਖੋ ਡਿਜੀਟਲੀ ਮੋਡ ਹੈ ਰੈਲੀਆਂ ਦਾ, ਕਿਉਂਕਿ ਜਿੱਦਾਂ ਕੇਸ ਵਧੇ ਆ ਨਾ, ਕੋਈ ਬਹੁਤੀ ਆਸ ਨਹੀਂ ਕਿ ਵੱਡੇ ਇਕੱਠ ਹੋਣਗੇ। ਉਹਦੇ ਵਿੱਚ ਫਿਰ ਲੋਕਾਂ ਕੋਲ ਪਹੁੰਚਣ ਦਾ ਤਰੀਕਾ ਕੀ ਆ ਕਿ ਲੋਕਾਂ ਦੇ ਕੰਟੈਕਟ ਨੰਬਰ ਹੋਣ। ਸਭ ਤੋਂ ਵੱਡਾ ਹਥਿਆਰ ਆ ਮੋਬਾਈਲ। ਤੇ ਜੇ ਅੱਗੇ ਹੁੰਦਾ ਸੀ ਕਿ ਭਾਈ ਬਿਜਲੀ ਦੇ ਬਿੱਲ ਲਾਓ, ਉਹਨਾਂ ਤੋਂ ਟੈਲੀਫੋਨ ਨੰਬਰ ਲਾਓ, ਫਲਾਨਾ ਫਾਰਮ ਭਰੋ, ਟੈਲੀਫੋਨ ਨੰਬਰ ਲਾਓ। ਪਿਛਲੀ ਵਾਰੀ ਕੀ ਹੋਇਆ ਸੀ, ਪ੍ਰਸ਼ਾਂਤ ਕਿਸ਼ੋਰ ਨੇ ਇਹ ਕੁਛ ਹੀ ਕੀਤਾ ਹੀ, ਸਮਾਰਟਫੋਨ ਦੇਣੇ ਆ, ਕਰਜ਼ਾ ਮਾਫ ਕਰਨਾ, ਆਮ ਆਦਮੀ ਪਾਰਟੀ ਬਿਜਲੀ ਦੇ ਮੁੱਦੇ ਦੇ ਉੱਤੇ। ਪਰ ਹੁਣ ਜੇ ਘਰੇ ਹੀ ਬੈਠੇ ਬਿਨਾਂ ਕਿਸੇ ਕੋਲੇ ਜਾਇਆ 4 ਦਿਨਾਂ ਦੇ ਵਿੱਚ 30-32 ਲੱਖ ਟੈਲੀਫੋਨ ਨੰਬਰ ਇਕੱਠਾ ਹੋ ਜਾਂਦਾ ਤਾਂ ਸੰਧਾਲੀਆ ਸਾਹਿਬ ਸੌਦਾ ਮਾੜਾ ਤਾਂ ਨਹੀਂ, ਕਿ ਇਦੋਂ ਖਰਾ ਸੌਦਾ ਕੋਈ ਨਹੀਂ ਹੋਣਾ, ਸੌਦਾ ਖਰਾ ਖਰਾ ਨਹੀਂ, ਪੂਰਾ ਸੌਦਾ ਖਰਾ ਖਰਾ। ਇਹ ਦੇਖੋ ਹੋ ਸਕਦਾ ਵੀ ਐਂਡ ਵਾਲੇ ਦਿਨਾਂ ਤੱਕ ਜਾਂਦਿਆਂ ਧੰਨਵਾਦ ਦੇ ਮੈਸੇਜ ਵੀ ਆਉਣ ਵੀ ਤੁਸੀਂ ਵਧੀਆ ਕੀਤਾ, ਤੁਸੀਂ ਐਪਰੀਸ਼ੀਏਟ ਕੀਤਾ ਹੈ। ਆਹ ਸਾਡਾ ਛੋਟਾ ਜਿਹਾ ਏਜੰਡਾ ਮੈਨੀਫੈਸਟੋ ਹੈ, ਤੁਸੀਂ ਪੜ੍ਹ ਲਿਓ, ਜੇ ਚੰਗਾ ਲੱਗੇ ਤੇ ਵੋਟ ਪਾ ਦਿਓ। ਇੱਕ ਬੇਨਤੀ ਹੋਰ ਕਰਨੀ, ਵੈਸੇ ਹੀ ਆ ਮਨ ਚ ਆਇਆ, ਯਾਨੀ ਮਨ ਚ ਨਹੀਂ ਰੱਖਣੀ ਕੋਈ, ਉਡਾਰੀ ਆਉਣ ਦਿਓ ਬਾਹਰ। 2,12,000 ਵੋਟਾਂ ਨੇ, ਸੌਰੀ 2 ਕਰੋੜ 12 ਲੱਖ। ਉਹਦੇ ਵਿੱਚੋਂ ਜੇ 70% ਪੋਲ ਹੋ ਜਾਂਦੀ ਹੈ, 75 ਲਾ ਲਓ,
ਉਸ ਹਿਸਾਬ ਨਾਲ 75% ਪੋਲਿੰਗ ਦੇ ਹਿਸਾਬ ਦੇ ਨਾਲ 1.5 ਕਰੋੜ 1 ਕਰੋੜ ਤੇ 60 ਲੱਖ, ਯਾਨੀ ਜੋ ਪਾਰਟੀਆਂ ਦਾ ਜਿਹੜਾ ਹਿਸਾਬ ਕਿਤਾਬ ਹੋ ਸਕਦਾ, ਉਹ ਕਹਿਣਗੇ ਜੇ 32 ਲੱਖ ਬੰਦਾ ਜਿਹੜਾ ਸਾਨੂੰ ਟੈਲੀਫੋਨ ਕਰ ਸਕਦਾ ਤੇ ਉਹਨੂੰ ਅਸੀਂ ਇੰਨੀ ਵਾਰੀ ਕਹਿ ਦੇਣਾ ਉਹ ਵੋਟਾਂ ਜ਼ਰੂਰ ਪਾਊਗਾ। ਤੇ ਜੇ ਫਿਰ 1 ਕਰੋੜ ਤੇ 60 ਲੱਖ ਦੇ ਵਿੱਚੋਂ ਤੁਸੀਂ 32 ਲੱਖ ਤਾਂ ਸਿੱਧਾ ਦੱਸੋ ਕਿੰਨਾ ਹੋ ਗਿਆ। ਫਿਰ ਜਿਹੜੇ ਬੰਦੇ ਨੇ ਟੈਲੀਫੋਨ ਕੀਤਾ ਉਹਦੀ ਮਾਤਾ ਵੀ ਹੋਏਗੀ, ਉਹਦੇ ਪਰਿਵਾਰ ਦੇ ਵਿੱਚ ਕੋਈ ਹੋਰ ਜੀ ਵੀ ਹੋਏਗਾ, ਜਾਨੀ ਸਿੱਧੇ ਤੌਰ ਤੇ ਕਹਿੰਦੇ ਹੋਣਗੇ ਭਾਈ ਇਹਨਾਂ ਦੇ ਉੱਤੇ ਤਾਂ ਹੁਣ ਬਸ ਪੱਲੀ ਪਾ ਲਓ ਇਹਨੇ ਵੋਟਾਂ ਦੇ। ਬਾਕੀ ਵੀ ਇਦਾਂ ਕਰਦੇ ਆ। ਨਹੀਂ ਹੈ ਤਾਂ ਇਦਾਂ ਹੀ, ਮਤਲਬ ਇਹ ਦੇਖੋ ਇਸ ਵਕਤ ਬੜੀ ਦਿਲਚਸਪ ਕਹਾਣੀ ਬਣੀ ਆ, ਪਰ ਆਪਾਂ ਫਿਰ ਕਹਿੰਦੇ ਆ ਜੀ ਜੋ ਮਰਜ਼ੀ ਰੌਲਾ ਰੱਪਾ ਤੁਸੀਂ ਪਾਓ, ਜੀ ਸਦਕੇ ਪਾਓ, ਪਰ ਉਹ ਸਾਰਾ ਦਾ ਸਾਰਾ ਪੰਜਾਬ ਦੇ ਅਗਲੇ ਭਵਿੱਖ ਦੇ ਏਜੰਡੇ ਤੇ ਹੋਣਾ ਚਾਹੀਦਾ। ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਵਾਲਾ ਕੰਮ ਬੰਦ ਕਰ ਦਿਓ। ਕੌਣ ਕੀ ਕਰਦਾ, ਕਿੰਨੇ ਚਪੇੜ ਮਾਰੀ, ਕਿੰਨੇ ਖੰਗੂਰਾ ਮਾਰਿਆ, ਕੌਣ ਅੱਖਾਂ ਕੱਢਦਾ, ਕੌਣ ਕਹਿੰਦਾ ਤੈਨੂੰ ਮੈਂ ਵੇਖ ਲੂੰ, ਉਹਨਾਂ ਗੱਲਾਂ ਦਾ ਕੋਈ ਟਾਈਮ ਨਹੀਂ। ਤੇ ਮੇਰਾ ਖਿਆਲ ਇਸ ਵਕਤ ਪੰਜਾਬ ਦਾ ਵੋਟਰ ਉਹਦੇ ਲਈ ਤਿਆਰ ਵੀ ਹੈ ਨਹੀਂਗਾ ਵੀ ਅੱਛਾ ਯਾਰ ਤੂੰ ਫਲਾਣੇ ਨੂੰ ਗਾਲ ਕੱਢ ਕੇ ਕਹਾ ਫਿਰ ਤੈਨੂੰ ਵੋਟ ਪਾਵਾਂਗੇ। ਨਾ, ਅਗਲਾ ਕਹਿੰਦਾ ਵੀਰ ਤੂੰ ਗਾਲ ਛੱਡ ਕੇ ਭਾਵੇਂ ਉਹਦਾ ਸਿਰ ਪਾੜ ਦੇ, ਪਹਿਲਾਂ ਇਹ ਦੱਸ ਮੈਨੂੰ ਕੀ ਦੇਣਾ, ਪੰਜਾਬ ਦਾ ਕੀ ਹੱਲ ਕਰਦਾ ਤੂੰ। ਮੇਰਾ ਖਿਆਲ ਜੀ ਉਹਦੇ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਰਹਿਣ ਤੇ ਵਧੀਆ ਗੱਲ। ਬਾਕੀ ਤਾਂ ਸੁਣਨ 'ਚ ਆਇਆ, ਕਹਿੰਦੇ ਸੁਖਬੀਰ ਬਾਦਲ ਸਾਹਿਬ ਕਹਿੰਦੇ ਸਰਕਾਰ ਆ ਲੈਣ ਦਿਓ, ਉਹ ਪਾਣੀ ਵਾਲੀ ਬੱਸ ਆਪਾਂ ਫੇਰ ਚਲਾਉਣੀ ਹੈ। ਉਹੋ ਹੀ ਕਿ ਹੋਰ ਲਿਆਉਣੀ? ਨਹੀਂ ਨਵੀਂ ਲਿਆਵਾਂਗੇ ਕਿਤੇ ਉੱਦਾਂ ਕਿੱਦਾਂ ਯਾਰ, ਕਮਾਲ ਕਰਦੇ ਆ ਉਹੀ ਗੱਲ ਫੇਵਾੜ ਸਾਹਿਬ। ਨਹੀਂ ਮੈਂ ਤਾਂ ਕਹਿੰਦਾ ਕਿ ਬਹੁਤ ਚੰਗਾ ਟੂਰਿਜ਼ਮ ਸਾਡੇ ਵਧਣਾ ਚਾਹੀਦਾ। ਸਿੱਧੂ ਸਾਹਿਬ ਨੇ ਵੀ ਇੱਕ ਵਾਰੀ ਪਾਲਿਸੀ ਜਿਹੜੀ ਇੰਟਰੋਡਿਊਸ ਕੀਤੀ ਸੀ, ਪਰ ਉਸ ਤੋਂ ਬਾਅਦ ਅਸਤੀਫਾ ਦੇ ਗਿਆ ਸੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਹਰੀਕੇ ਪੱਤਣ ਉਦੋਂ ਸਾਰਾ ਕੁਝ ਉਹ ਬਣ ਗਿਆ ਸੀ, ਰੈਂਪ ਰੂੰਪ ਜਿਹਾ, ਉਹ ਪਤਾ ਨਹੀਂ ਮੁੜ ਕੇ ਕਿੱਥੇ ਆ। ਮੁੜ ਕੇ ਕੁਲਵੀਰ ਸਿੰਘ ਜੀਰਾ ਹੋਣੀ ਰਾਹ 'ਚੋਂ ਲਾਈਵ ਹੁੰਦੇ ਫਿਰਦੇ, ਇੱਕ ਬੱਸ ਚੱਲੀ ਹੋਏ ਬੱਸ ਲੈ ਪਾਣੀ ਨੂੰ ਨਹੀਂ ਕਹਿੰਦੇ ਵਾਪਸ ਚੱਲੀ ਹੋਏ, ਆ ਟਰੱਕ ਤੇ ਲੱਦ ਕੇ ਲੈ ਗਏ ਹੋਏ, ਲੱਦ ਕੇ ਲੈ ਗਏ। ਅੱਛਾ ਨਹੀਂ, ਇੱਕ ਤਾਂ ਉਹਨਾਂ ਨੇ ਇਹ ਕਿਹਾ, ਦੂਜਾ ਉਹਨਾਂ ਨੇ ਕਿਹਾ ਵੀ ਜਿਹੜੀ ਲਿੱਕਰ ਪਾਲਿਸੀ ਆ ਵੀ ਇੱਕ ਪਾਸੇ ਦੀ ਬੜੀ ਚਰਚਾ ਚੱਲਦੀ ਹੈ, ਕਿਉਂਕਿ ਸਿੱਧੂ ਸਾਹਿਬ ਅਕਸਰ ਕਹਿੰਦੇ, ਉਹ ਕਹਿੰਦੇ ਵੀ ਤਾਮਿਲਨਾਡੂ ਜੀ 31,000 ਕਰੋੜ ਕਮਾਈ ਜਾਂਦਾ ਸ਼ਰਾਬ ਤੋਂ, ਤੇ ਇੱਥੇ ਪੰਜਾਬ ਜਿਹੜਾ ਉਹ ਸੁਖਨਾ ਝੀਲ ਜਿੰਨੀ ਸ਼ਰਾਬ ਪੀ ਜਾਂਦਾ, ਇੱਥੋਂ ਅਸੀਂ ਕਮਾਈ ਨਹੀਂ ਕਰਦੀ। ਉਹ ਕਹਿੰਦੇ ਵੀ ਆਹ ਜਿਹੜਾ ਕੰਮ ਚੱਲਦਾ ਨਾ ਵੀ ਫਲਾਨੇ ਕੋਲੇ ਠੇਕੇ ਆ, ਢਿੰਗੜੇ ਕੋਲੇ ਇੰਨੇ ਠੇਕੇ ਆ ਜੀ, ਫਲਾਨਾ ਜ਼ਿਲ੍ਹਾ ਇਹਦੇ ਕੋਲੇ ਆ, ਢਿੰਗੜੀਆਂ 2-3 ਤਹਿਸੀਲਾਂ ਹੀ ਫਲਾਨੇ ਕੋਲੇ, ਉਹ ਕੰਮ ਨਹੀਂ ਹੋਣਾ। ਉਹ ਕਹਿੰਦੇ ਵੀ ਆਪਾਂ ਹੁਣ ਨੌਜਵਾਨਾਂ ਨੂੰ ਇੱਕ ਬੰਦੇ ਨੂੰ, ਤੇ ਉਹ ਵੀ ਆਮ ਘਰਾਂ ਦੇ ਨੌਜਵਾਨਾਂ ਨੂੰ ਠੇਕੇ ਦੇਣੇ। ਤੁਸੀਂ ਪਾਲਿਸੀ ਦੇਖੋਗੇ ਸਾਡੀ ਆਉਣ ਵਾਲੇ ਟਾਈਮ ਦੀ। ਇਹ ਸੁਖਬੀਰ ਬਾਦਲ ਸਾਹਿਬ ਦਾ ਐਲਾਨ, ਹੁਣ ਉਹ ਆਮ ਘਰਾਂ ਦੇ ਨਿਆਣਿਆਂ ਨੂੰ ਵਾਕਿਆ ਹੀ ਠੇਕੇ ਮਿਲਦੇ ਕਿ ਨਹੀਂ ਮਿਲਦੇ, ਜਾਂ ਫਿਰ ਵਿਚਾਰਾ ਆਮ ਘਰਾਂ ਦਾ ਨਿਆਣਾ ਆਂਦਾ ਵੀ ਹਾਂ ਬੇਬੇ ਠੇਕਾ ਤੇ ਮਿਲ ਗਿਆ ਹੀ, ਕਾਹਦਾ, ਕਹਿੰਦੇ ਵਿਹਲੇ ਰਹਿਣ ਦਾ, ਹੋਰ ਕਾਹਦਾ। ਨਹੀਂ ਬੜੀ ਚੰਗੀ ਗੱਲ ਆ। ਸਾਰੇ ਕਹਿੰਦੇ ਆ ਜੇ ਆਪਾਂ ਉਹ ਕਾਰੋਬਾਰ ਲੋਕਾਂ ਦੇ ਹੱਥਾਂ 'ਚ ਦੇਣਾ ਚੰਗੀ ਗੱਲ ਆ। ਜੇ ਇੱਧਰਲੇ ਪਾਸੇ ਨੂੰ ਗੱਲ ਤੁਰਦੀ, ਹਾਂ ਕੋਈ ਬਦਲ ਵੀ, ਸ਼ਰਾਬ ਦੀ ਆਮਦਨ ਤੋਂ ਬਿਨਾਂ ਸਾਡੇ ਲੀਡਰ ਕੋਈ ਬਦਲ ਵੀ ਲੱਭ ਲੈਣ ਸਾਰੀਆਂ ਪਾਰਟੀਆਂ ਦੇ, ਤਾਂ ਚੰਗਾ ਹੈ ਜੀ। ਬਦਲ ਲੱਭੇ, ਜਿੰਦਾਬਾਦ ਮੁਰਦਾਬਾਦ ਦੀਆਂ 2-3 ਫੋਟੋਆਂ ਛਪੀਆਂ। ਉਹ ਕਹਿੰਦਾ ਗੋਲੀ ਨਹੀਂ ਲੈਣੀ ਵੀਰ, ਜਾਂ ਤੇ ਕੁਛ ਕਰ ਦੋ, ਨਹੀਂ ਤੇ ਫਿਰ ਫੀਮ ਦੀ ਖੇਤੀ ਦਾ ਕੋਈ ਕਰੋ ਵੀਰ। ਤੁਸੀਂ ਇਹ ਕਿਹਾ, ਉਹ ਵੀ ਆਪਣੇ ਭਰਾ ਨੇ ਯਾਰ ਵਿਚਾਰੇ ਤੁਰੇ ਫਿਰਦੇ। ਦੇਖੋ ਭਰਾ ਨੇ, ਉਹਨਾਂ ਦੇ ਲਈ ਖੋਲੇ ਤਾਂ ਹੈਗੇ ਆ ਨਸ਼ਾ ਛਡਾਊ ਕੇਂਦਰ, ਪਰ ਉਹ ਨਸ਼ਾ ਛਡਾਊ ਕੇਂਦਰ ਵਾਲੀਆਂ ਗੋਲੀਆਂ ਉਂਤਰੀਆਂ ਦੂਜੇ ਪਾਸੇ ਚੱਲ ਪਈਆਂ ਨਾ। ਹੁਣ ਉਹ ਕਹਿੰਦਾ ਵੀ ਹੈ ਤੇ ਛਡਾਉਣ ਲਈ ਸੀਗੀਆਂ, ਹੁਣ ਉਹ ਚੱਲਣ ਲਈ ਖਾਣੀਆਂ ਪੈਂਦੀਆਂ। ਦੇਖੋ ਅਸੀਂ ਨਾ ਇੱਕ ਬੇਨਤੀ ਕਰਨੀ ਆ ਤੁਹਾਡੀ ਆਗਿਆ ਲੈ ਕੇ। ਨਹੀਂ ਆਗਿਆ ਇਹੋ ਜਿਹੇ ਕੰਮ ਤੇ ਬਿਲਕੁਲ ਨਹੀਂ ਹੈਗੇ, ਇਹੋ ਜਿਹਾ ਕੰਮ ਆਪਣੇ ਸਿਰ ਕਰੋ। ਠੀਕ ਹੈ, ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਭਾਈ ਜੇ ਕੋਈ ਬੰਦਾ ਕਾਰ 'ਚ ਆਉਂਦਾ ਤਾਂ ਉਹਨੂੰ ਕਾਰ 'ਚ ਆਉਣ ਦਿਓ, ਉਹਨੂੰ ਕਾਰ 'ਚੋਂ ਉਤਰਨ ਦਿਓ, ਉਹਨਾਂ ਸਵਾਲ ਜਵਾਬ ਕਰੋ, ਮੋੜੋ ਨਾ। ਤੁਸੀਂ ਕਹਿੰਦੇ ਨਾ ਪੰਜਾਬ ਦੇ ਲੋਕ ਹੁਣ ਤਿਆਰ ਹੈਗੇ ਕਿ ਨਹੀਂ ਹੈਗੇ। ਆਪਣੇ ਉਹ ਜੁੱਲੀ ਬਿਸਤਰੇ ਵਾਲੇ MLA ਸਾਹਿਬ, ਉਹ ਫੇਰ ਇੱਕ ਪਿੰਡ 'ਚ ਆਏ ਆਪਣੇ ਹਲਕੇ 'ਚ, ਤੇ ਉਹ ਕਾਰ 'ਚ ਆਏ, ਮੂਹਰੇ ਲੋਕ ਸੜਕ ਤੇ ਖੜੇ, ਉਹ ਫੇਰ ਉਤਰੇ ਨਹੀਂ। ਲੋਕਾਂ ਨੇ ਫਿਰ ਮੁਰਦਾਬਾਦ ਕੀਤੀ। ਸਰਪੰਚ ਸਾਹਿਬ ਨੇ ਬਥੇਰਾ ਕਿਹਾ ਯਾਰ ਆ ਲੈਣ ਦਿਓ, ਆਪਣੇ ਬੰਦੇ ਆ। ਉਹ ਕਹਿੰਦੇ ਨਾ ਹੁਣ ਨਹੀਂ। ਤੇ ਉਹ ਬਾਅਦ 'ਚ ਦੋਸ਼ ਲੱਗਾ ਜੀ ਵਿਰੋਧੀ ਪਾਰਟੀਆਂ ਵਾਲਿਆਂ ਨੇ ਰੋਕ ਦਿੱਤਾ। ਆਪਾਂ ਕਹਿੰਦੇ ਆਉਣ ਦਿਓ, ਸਵਾਲ ਜਵਾਬ ਕਰੋ, ਵੀਡੀਓ ਬਣਾਓ। ਜਿਹੜੇ ਵੀ ਲੀਡਰ ਨੇ ਵੱਖ-ਵੱਖ ਪਾਰਟੀਆਂ ਦੇ, ਸਤਿਕਾਰਯੋਗ ਢੰਗ ਦੇ ਨਾਲ, ਐ ਨਾ ਬਣਦੇ ਯਾਰ ਲੋਕਤੰਤਰੀ ਹੱਕ ਹੈ, ਇਹਦਾ ਚੰਗਾ ਲੱਗਦਾ। ਕਈ ਪਿੰਡਾਂ 'ਚੋਂ ਮੋੜਿਆ ਨਹੀਂ, ਉੱਥੇ ਸੱਦ ਲਓ, ਨਾਲੇ ਤੇ ਸਟੀਲ ਦੇ ਗਲਾਸ ਚਾਹ ਫੜਾ ਲਓ, ਠੰਡ ਵਾਹਵਾ, ਨਾਲੇ ਜੇ ਕੋਈ ਮਿੱਠਾ ਠੰਡਾ ਅੱਗੇ ਰੱਖਣਾ ਉਹ ਰੱਖ ਲਓ, ਫਿਰ ਕੁਰਸੀ ਤੇ ਆਪ ਬਹਿ ਜਾਓ ਪਿਛਾਂ ਹੋ ਗਏ, ਕਿਉਂਕਿ ਕਰੋਨੇ ਵਾਲੀ ਦੂਰੀ ਜੀ ਵੀ ਰੱਖਣੀ ਹੁੰਦੀ ਹੈ। ਫਿਰ ਪੁੱਛੋ। ਮੈਨੂੰ ਹੋਰ ਲੱਗਦਾ ਜੇ ਕਿਤੇ ਜਿੱਦਾਂ ਹੁੰਦਾ ਨਾ ਕਿ ਭਾਈ ਉਹਨਾਂ ਨੂੰ ਕਹੋ ਆ ਜਾਓ ਬਹਿਨੇ ਆ, ਤੇ ਨਾਲ ਹੀ ਬਾਜ ਮਾਰੇ ਉਹ ਬੁੱਧ ਜੁੱਲੀ ਬਿਸਤਰਾ ਤੇ ਚੱਕੋ, ਮੰਜੇ ਬਿਸਤਰਾ ਤੇ ਚੱਕਿਆ ਹੀ ਨਹੀਂ। ਇਹ ਗੱਲ ਹੀ ਆ। ਹਾਂ ਨਹੀਂ, ਇਹ ਤਾਂ ਗੱਲ ਹੈਗੀ। ਦੇਖੋ ਜਦੋਂ ਬਣੇ ਸੀ ਉਦੋਂ ਇਹ ਗੱਲ ਬੜੀ ਮਸ਼ਹੂਰ ਹੋਈ ਸੀ ਜੀ। ਤੇ ਤੁਸੀਂ ਇਹ ਨੋਟ ਕਰੋ ਵੀ ਜਿੱਦਾਂ ਆਪਾਂ ਅੱਗੇ ਗੱਲ ਕਰਦੇ ਨੇ ਵੀ ਸਮੇਂ ਦੀ ਘੜੀ ਆਪਾਂ ਅਕਸਰ ਕਹਿੰਦੇ ਗੋਲ ਕਿਉਂ ਹੁੰਦੀ, ਕਿਉਂਕਿ ਸਮਾਂ ਬਦਲਦਾ ਰਹਿੰਦਾ, ਘੁੰਮ ਕੇ ਫਿਰ ਉੱਥੇ ਆਉਂਦਾ ਜ਼ਰੂਰ ਆ। ਜਦੋਂ ਉਹ ਘਟਨਾ ਵਾਪਰੀ ਸੀ ਉਦੋਂ ਲੋਕੀ ਹੈਰਾਨ ਸੀ ਵੀ ਯਾਰ ਕਿਆ ਬਾਤ ਆ। ਤੇ ਹੁਣ ਆਹ ਜਿਹੜੀ ਘਟਨਾ ਤੁਸੀਂ ਦੱਸਣ ਨੇ, ਇਹ ਵੀ ਤਾਂ ਵਾਪਰ ਹੀ ਰਹੀ। ਹਾਂ ਨਹੀਂ, ਦੇਖੋ ਲੋਕ ਸਿਆਣੇ ਨੇ, ਸਾਵਧਾਨ ਰਹਿਣ, ਚੰਗੇ ਸ਼ਬਦ ਵਰਤਣ। ਆਪਾਂ ਇਹ ਤੋਂ ਪਹਿਲਾਂ ਢੀਂਡਸਾ ਸਾਹਿਬ ਕੋਲ ਜਾਈਏ, ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ। ਕਰ ਲਓ। ਬਿਕਰਮ ਸਿੰਘ ਢੀਂਡਸਾ ਸਾਹਿਬ ਤੇ ਬੈਠੇ ਹੀ ਆ, ਉਹਦੇ ਆਂਦੇ ਵੀ ਕੋਈ ਗੱਲ ਨਹੀਂ ਟੈਨਸ਼ਨ ਵਾਲੀ, ਬਸ ਆਪਾਂ ਬੈਠੇ, ਟੈਲੀਫੋਨ ਮਿਲ ਗਿਆ ਜੀ, ਲੈਂਡਲਾਈਨ। ਇਹ ਉਹਨਾਂ ਦਾ ਚੋਣ ਨਿਸ਼ਾਨ ਆ। ਮੈਂ ਦੱਸ ਦਈਏ ਵੀ ਦੂਜਾ ਟੈਲੀਫੋਨ ਨਹੀਂ, ਦੂਜਾ ਲੈਂਡਲਾਈਨ ਟੈਲੀਫੋਨ ਆ। ਉਹ ਬਹੁਤਿਆਂ ਘਰਾਂ ਦੇ ਵਿੱਚ ਪਏ ਵੀ ਆ ਉਦੀ। ਜੇ ਉਹ ਕਹਿਣਗੇ ਨਾ ਸਾਡਾ ਚੋਣ ਨਿਸ਼ਾਨ ਦਿਓ, ਤੇ ਲੋਕਾਂ ਨੇ ਫੜਾ ਵੀ ਦੇਣਾ ਹੀ। ਹੁਣ ਦੇਖੋ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਤੇ ਜਾਣ ਤੋਂ ਪਹਿਲਾਂ ਚਰਚਾ ਚੱਲੀ ਹੈ ਕਿ ਤੁਸੀਂ 2 ਦਿਨ ਪਹਿਲਾਂ ਹੀ ਗੱਲਬਾਤ ਕੀਤੀ ਸੀ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਨਾਲ। ਮਜੀਠੀਆ ਸਾਹਿਬ ਦੇ ਮੁਕਾਬਲੇ ਹੁਣ ਕਾਂਗਰਸ ਨੂੰ ਚਾਹੀਦਾ ਕੈਂਡੀਡੇਟ। ਚਰਚਾ ਚੱਲਣ ਲੱਗ ਪਈ ਹੈ ਕਿ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ
ਗੁਰਜੀਤ ਸਿੰਘ ਔਜਲਾ ਕਿ ਹੋ ਸਕਦਾ ਕਾਂਗਰਸ ਪਾਰਟੀ ਵੱਡਿਆਂ ਦੇ ਨਾਲ ਵੱਡਿਆਂ ਦੇ ਭੇੜ ਕਰਾਉਣ ਦੇ ਲਈ ਗੁਰਜੀਤ ਸਿੰਘ ਔਜਲਾ ਸਾਹਿਬ ਨੂੰ ਕਹਿਣਾ, ਔਜਲਾ ਸਾਹਿਬ ਫਿਰ ਤੁਸੀਂ ਹੋ ਲੜੋ। ਤੇ ਜੇ ਔਜਲਾ ਸਾਹਿਬ ਉੱਥੇ ਜਾਂਦੇ ਆ ਮੁਕਾਬਲਾ ਤਾਂ ਫਿਰ ਸਖਤ ਹੋਊਗਾ, ਕਿਉਂਕਿ ਅੰਮ੍ਰਿਤਸਰ ਤੋਂ ਉਹ ਲੋਕ ਸਭਾ ਦੇ ਮੈਂਬਰ ਨੇ, ਸਰਗਰਮ ਵੀ ਰਹਿੰਦੇ ਆ। ਐਸੀ ਗੱਲ ਵੀ ਨਹੀਂ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ। ਹਾਂ, ਲਾਲੀ ਮਜੀਠੀਆ ਸਾਹਿਬ ਚਲੇ ਗਏ, ਕਾਂਗਰਸ ਦੇ ਕਿੰਨੇ ਕੁ ਬੰਦੇ ਨਾਲ ਲੈ ਕੇ ਗਏ, ਉਹ ਘਾਟਾ ਕਿੱਦਾਂ ਪੂਰਾ ਕਰਨਾ, ਇੱਕ ਤਾਂ ਇਹ ਰੌਲਾ। ਦੂਜਾ, ਮਾਝੇ ਦੇ ਵਿੱਚੋਂ ਹੀ ਅਟਾਰੀ ਵਿਧਾਨ ਸਭਾ ਹਲਕੇ ਦੇ ਬਾਬਤ ਚਰਚਾ ਕਿ ਉੱਥੇ ਵੀ ਬੜਾ ਰਫੜ ਹੈ। ਸ਼ਾਇਦ ਲਖਵਿੰਦਰ ਬਡਾਲੀ ਹੋਰਾਂ ਨੂੰ, ਕਲਾਕਾਰ ਨੇ, ਸੁਰ ਚਗਾਉਂਦੇ ਆ, ਉਹਨਾਂ ਨੂੰ ਹੁਣ ਕਾਂਗਰਸ ਪਾਰਟੀ ਕਹਿੰਦੀ ਆ ਕਿ ਜੇ ਤੁਹਾਨੂੰ ਮੌਕਾ ਦਈਏ ਫਿਰ ਅਟਾਰੀ ਵਿਧਾਨ ਸਭਾ ਹਲਕੇ ਤੋਂ ਐਤਕੀ ਸਿਆਸੀ ਸੁਰ ਲਾ ਦੋਗੇ। ਪਤਾ ਲੱਗਿਆ ਹੈ, ਬਾਕੀ ਪਤਾ ਨਹੀਂ। ਨਹੀਂ, ਇਹ ਤਾਂ ਪਤਾ ਲੱਗੀ ਦੀ ਗੱਲ ਹੈ, ਪਰ ਦੇਖੋ ਜੇ ਤੇ ਉਹ ਔਜਲਾ ਸਾਹਿਬ ਵਾਲੀ ਗੱਲ ਸਹੀ ਹੈ ਤੇ ਫਿਰ ਸੱਚਰ ਸਾਹਿਬ ਨੂੰ ਤੇ ਅੱਜ ਮਤਲਬ ਬੀਪੀ ਦੀ ਗੋਲੀ ਖਾਣੀ ਪੈਣੀ ਹੈ ਨਾ, ਕਿਉਂਕਿ ਜਿਹੜੀ ਵਾਇਰਲ ਜੀ ਲਿਸਟ ਆਈ ਸੀ ਉਹਦੇ ਚ ਨਾਂ ਉਹਨਾਂ ਦਾ ਸੀਗਾ ਮਜੀਠੇ ਤੋਂ। ਹੁਣ ਦੇਖੋ ਉਹਦੇ ਬਾਰੇ ਤਾਂ ਜੇ ਚਰਚਾ ਉੱਦਾਂ ਹੀ ਹੈ ਨਾ ਵੀ ਜੋ ਸੱਚੀ ਹੈ ਝੂਠੀ ਹੈ, ਪਰ ਇੰਨਾ ਜ਼ਰੂਰ ਰੌਲਾ ਰੱਪਾ ਬਾਹਰ ਆ ਕੇ ਪਿਆ ਵੀ ਭਾਈ ਉਹ ਲਿਸਟ ਬਣਦੀ ਤਾਂ ਰਹਿ ਗਈ, ਕਿਉਂਕਿ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਤੇ ਜਾਖੜ ਸਾਹਿਬ ਜੀ ਉਹ ਕਹਿੰਦੇ ਮੈਂ ਨਾ ਮੰਨੂ, ਇੱਦਾਂ ਕਿੱਦਾਂ। ਹੁਣ ਆਪਾਂ ਆਉਂਦੇ ਆ ਕਿ ਅਕਾਲੀ ਦਲ ਸੰਯੁਕਤ ਦਾ ਇੱਕ ਵਫਦ ਦਿੱਲੀ ਜਾਂਦਾ ਹੈ। ਸੁਖਦੇਵ ਸਿੰਘ ਢੀਂਡਸਾ ਸਾਹਿਬ, ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਤਲਵੰਡੀ ਪਰਿਵਾਰ ਦੇ ਵਿੱਚੋਂ ਵੀ ਬੰਦੇ ਨਾਲ, ਕਿੰਨੇ ਸਿਆਣੇ ਸਿਰ ਉਹ ਜਾਂਦੇ ਆ। ਤੇ ਜਾ ਕੇ ਜਦੋਂ ਵਾਪਸ ਆਉਂਦੇ ਆ, ਪੁੱਛਿਆ ਕਿ ਅਮਿਤ ਸ਼ਾਹ ਸਾਹਿਬ ਨੂੰ ਮਿਲੇ ਹੋ? ਕਹਿੰਦੇ ਜੀ ਗ੍ਰਹਿ ਮੰਤਰੀ ਭਾਰਤ ਸਰਕਾਰ, ਉਹਨਾਂ ਨਾਲ ਮੁਲਾਕਾਤ ਹੋਈ। ਕੀ ਮਸਲਾ ਚੱਕਿਆ? ਤਾਂ ਪਰਮਿੰਦਰ ਸਿੰਘ ਢੀਂਡਸਾ ਹੋਰੀ ਕਹਿੰਦੇ ਕਿ ਪਹਿਲੀ ਮੰਗ ਅਸੀਂ ਕੀਤੀ ਹੈ, ਸਜ਼ਾਵਾਂ ਪੂਰੀਆਂ ਕਰ ਚੁੱਕੇ, ਜੇਲ੍ਹਾਂ ਦੇ ਵਿੱਚ ਬੰਦ ਸਿੱਖ ਕੈਦੀਆਂ ਦੀ ਅਸੀਂ ਗ੍ਰਹਿ ਮੰਤਰੀ ਸਾਹਿਬ ਨੂੰ ਕਿਹਾ ਕਿ ਰਿਹਾਈ ਕਰੋ, ਜ਼ਰੂਰੀ ਹੈ, ਨੈਤਿਕ ਆਧਾਰ ਦੇ ਉੱਤੇ, ਮਨੁੱਖੀ ਅਧਿਕਾਰ ਦੇ ਉੱਤੇ ਬਹੁਤ ਜ਼ਰੂਰੀ ਹੈ। ਕਹਿੰਦੇ ਅਸੀਂ ਤਾਂ ਸਿੱਖਾਂ ਦੇ ਮਸਲੇ ਹੱਲ ਕਰਾਉਣ ਦੇ ਲਈ ਤਾਂ ਗੱਠਜੋੜ ਕੀਤਾ। ਫਿਰ ਪੁੱਛਿਆ ਜੀ ਕਹਿੰਦੇ ਕੀ? ਉਹ ਕਹਿੰਦੇ ਜੀ ਸਾਨੂੰ ਪੂਰੀ ਆਸ ਹੈ ਕਿ ਸਿੱਖ ਕੈਦੀ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਬਾਹਰ ਆ ਜਾਣਗੇ। ਸਾਨੂੰ ਕਹਿੰਦੇ ਭਰੋਸਾ ਉਹਨਾਂ ਨੇ ਦਿੱਤਾ ਕਿ ਜਿਹੜੇ ਰਿਹਾ ਹੋ ਸਕਦੇ ਆ ਜ਼ਰੂਰ ਕਰਾਂਗੇ। ਇਹ ਵੈਸੇ ਆਸ ਤੇ ਹੈਗੀ ਹੈ, ਕਿਉਂਕਿ ਰਾਜਨੀਤਿਕ ਹਲਕਿਆਂ 'ਚ ਚਰਚਾ ਤੇ ਇਸ ਚੀਜ਼ ਦੀ ਹੈਗੀ ਆ ਵੀ ਇਹ ਗੱਲ ਹੋ ਸਕਦੀ ਆ ਜੀ। ਚਲੋ ਮੈਂ ਨਾ ਰਾਜਨੀਤੀ ਕਰਕੇ ਹੀ ਸਹੀ ਭਾਵੇਂ ਹੋ ਜਾਵੇ, ਪਰ ਇਹ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਇਹ ਦੇਖੋ ਨਾ, ਇਕੱਲੇ ਆਪਾਂ ਉਹਨਾਂ ਜੀਆਂ ਦੀ ਗੱਲ ਨਹੀਂ ਕਰਦੇ ਜਿਹੜੇ ਅੰਦਰ ਨੇ, ਉਹਨਾਂ ਦੇ ਪਰਿਵਾਰ ਦੇਖੋ ਜੀ। ਕਿਉਂਕਿ ਕਾਰਨ ਇਹ ਆ ਵੀ ਉਹਨਾਂ ਦੇ ਲਈ ਕਿੱਡੀ ਵੱਡੀ ਗੱਲ ਹੋਏਗੀ ਵੀ ਅਗਲਿਆਂ ਨੂੰ ਇਹ ਪਤਾ ਵੀ ਸਜ਼ਾ ਪੂਰੀ ਹੋ ਚੁੱਕੀ ਹੈ, ਅੱਛਾ ਬੰਦਾ ਕਦੋਂ ਬਾਹਰ ਆਊਗਾ, ਹੈ ਨਾ। ਉਹ ਕਈਆਂ ਨੂੰ ਸਾਲ ਹੋ ਗਏ, ਕਈਆਂ ਨੂੰ ਦਹਾਕੇ ਹੋ ਗਏ। ਸੋ ਜੇ ਇਹ ਮੰਗ ਪੂਰੀ ਹੁੰਦੀ ਆ ਤਾਂ ਡੈਫੀਨੇਟਲੀ ਮੇਰੇ ਖਿਆਲ ਨਾਲ ਪਿਛਲੇ ਸਮੇਂ 'ਚ ਜਿਹੜੀਆਂ ਗੱਲਾਂ ਢੀਂਡਸਾ ਸਾਹਿਬ ਕਹਿੰਦੇ ਰਹੇ ਵੀ ਯਾਰ ਅਸੀਂ ਤਾਂ ਸਿੱਖਾਂ ਦੇ ਮਸਲਿਆਂ ਲਈ ਗਏ ਹਾਂ, ਉਹਨਾਂ ਦੀ ਵੀ ਰਹਿ ਜੂਗੀ ਵੀ ਯਾਰ ਜੇ ਅਸੀਂ ਕਹਿੰਦੇ ਸੀ ਤੇ ਅਸੀਂ ਕਰਾਇਆ। ਸਿਰਸਾ ਸਾਹਿਬ ਦੀ ਵੀ ਰਹਿ ਜੂ। ਸਿਰਸਾ ਸਾਹਿਬ ਤਾਂ ਲੱਗੇ ਹੀ ਉੱਧਰੋਂ ਜ਼ੋਰ ਲਾਉਣ। ਅੱਛਾ ਦਿੱਲੀ ਗਏ ਤੇ ਦਿੱਲੀ ਗੱਲ ਕਰ ਲਈਏ, ਮਨੀਸ਼ ਸਿਸੋਦੀਆ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਬੀਜੇਪੀ ਵਾਲੇ ਲੱਤਾਂ ਡਾਉਂਦੇ ਜੀ ਸਾਡੇ ਕੰਮਾਂ 'ਚ। ਕਿਹੜਿਆਂ 'ਚ? ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਸੀ ਨਾ, ਦੇਸ਼ ਕਾ ਮੈਂਟਰ, ਜਿਹਦੇ 'ਚ ਉਹ ਕਹਿੰਦੇ ਸੀ ਵੀ ਯਾਰ ਸਾਨੂੰ ਪੂਰੇ ਦੇਸ਼ ਦੇ ਵਿੱਚੋਂ ਪੜ੍ਹੇ ਲਿਖੇ ਨੌਜਵਾਨ ਅੱਗੇ ਆਉਣ ਵਲੰਟੀਅਰਲੀ, ਜਿਹੜੇ ਸੋਨੂ ਸੂਦ ਰਿਵਿਊ 'ਚ ਸੀ। ਆਹੋ, ਜਿਹਦੇ 'ਚ ਉਹ ਕਹਿੰਦੇ ਸੀ ਵੀ ਮਤਲਬ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਜਸਟ ਫੋਨ ਤੇ ਗਾਈਡ ਕਰ ਸਕਣ ਵੀ ਪੁੱਤ ਹੁਣ ਤੂੰ ਆਹ ਪੜ੍ਹ ਲਾ, ਤੇਰਾ ਇੱਧਰ ਗਾਈਡੈਂਸ ਤੈਨੂੰ ਦੇ ਦਿੰਦੇ ਆ, ਤੇਰਾ ਇੱਧਰ ਗੱਲ ਬਣ ਸਕਦੀ, ਹੋਰ ਕੁਝ ਨਹੀਂ ਹੈਗਾ। ਕਹਿੰਦੇ ਵੀ ਉਹ ਕੰਮ ਰੋਕਣ ਦੇ ਲਈ ਸਾਨੂੰ ਕਿਹਾ ਗਿਆ ਕੇਂਦਰ ਸਰਕਾਰ ਵਾਲੇ ਪਾਸਿਓਂ, ਤੇ ਲੌਜਿਕ ਇਹ ਦਿੱਤਾ ਗਿਆ ਵੀ ਜਿਹੜੇ ਸਰਕਾਰੀ ਸਕੂਲ 'ਚ ਪੜ੍ਹਦੇ ਜਵਾਕ ਆ ਇਹਨਾਂ ਦੀ ਪੁਲਿਸ ਕਲੀਅਰੈਂਸ ਤੇ ਕਰਾਈ ਨਹੀਂ ਤੁਸੀਂ। ਸੋਚਣ ਵਾਲੀ ਗੱਲ ਹੈ ਨਾ। ਇਹ ਸਿਸੋਦੀਆ ਸਾਹਿਬ ਨੇ ਕਿਹਾ। ਉਹ ਕਹਿੰਦੇ ਯਾਰ ਜਿਹੜੇ ਨਿਆਣੇ ਅੱਗੇ ਹੀ ਸਾਡੇ ਸਰਕਾਰੀ ਸਕੂਲ 'ਚ ਪੜ੍ਹਦੇ ਆ, ਨਿਆਣਾ ਸਾਡੇ ਕੋਲੇ, ਆਧਾਰ ਕਾਰਡ ਸਾਡੇ ਕੋਲੇ, ਪੜ੍ਹਾਉਣੇ ਅਸੀਂ ਆ, ਮੈਡਮ ਨੂੰ ਉਹਦਾ ਨਾਂ ਯਾਦ ਆ, ਉਹਦੀ ਪੁਲਿਸ ਕਲੀਅਰੈਂਸ ਇਸ ਕਰਕੇ ਕਰਾਈਏ ਵੀ ਉਹਨੂੰ ਫੋਨ ਕਰਿਆ ਕਰਨਾ ਕਿਸੇ ਨੇ ਵੀ ਯਾਰ ਤੂੰ ਕਾਕਾ ਠੀਕ ਆ। ਨਹੀਂ ਚਲੋ ਦੇਖੋ, ਉੱਥੇ ਸਿਸੋਦੀਆ ਸਾਹਿਬ ਨਾ ਯੂਜ਼ ਟੂ ਨੇ ਉੱਥੇ, ਕਿਉਂਕਿ ਹੁੰਦਾ ਰਹਿੰਦਾ ਕੋਈ ਨਾ ਕੋਈ, ਜਾਣੀ ਕਿ ਯਾਰ ਇਹ ਬੰਦਾ ਹੁੰਦਾ ਪਿੱਛੋਂ ਬਾਜ਼ ਮਾਰੀ, ਉੱਥੇ ਪਿੱਛੋਂ ਬਾਜ਼ ਕੋਈ ਨਾ ਕੋਈ ਮਾਰਦਾ ਹੀ ਰਹਿੰਦਾ ਹੀ। ਨਹੀਂ ਹੈ ਤੇ ਔਖਾ। ਦੂਜੀ ਗੱਲ ਇੱਕੋ ਲੌਜਿਕ ਇਹ ਦਿੰਦੇ, ਉਹ ਕਹਿੰਦੇ ਵੀ ਦੇਖੋ ਅਸੀਂ ਜਿਹੜਾ ਕੋਈ ਮੁੰਡਾ ਵਾ ਮੈਂਟਰ, ਉਹਨੂੰ ਅਗਲੇ ਪਾਸੇ ਮੁੰਡਾ ਦਿੱਤਾ, ਜੇ ਕੋਈ ਕੁੜੀ ਕਹਿੰਦੀ ਆ ਵੀ ਮੈਂ ਗਾਈਡੈਂਸ ਦੇਣੀ ਤੇ ਕੁੜੀ ਨੂੰ ਦਿੱਤਾ ਉਹ ਅੱਗੇ ਸਟੂਡੈਂਟ। 44,000 ਦੇ ਕਰੀਬ ਕਹਿੰਦੇ ਸਾਡੇ ਕੋਲੇ ਬੰਦੇ ਆ, ਤੇ ਇਹ ਨਹੀਂ ਮੈਂ ਸਾਰਿਆਂ ਨੂੰ ਦੇਤੇ ਆ, 700-800 ਵਿੱਚੋਂ ਅਸੀਂ ਰੋਕ ਵੀ ਲਿਆ, ਕਿਉਂਕਿ ਜਿਨ੍ਹਾਂ ਦਾ ਸਾਨੂੰ ਲੱਗਿਆ ਵੀ ਯਾਰ ਇਹ ਬੰਦੇ ਬਹੁਤੇ ਠੀਕ ਨਹੀਂ, ਤਾਂ ਅਸੀਂ ਜੇ ਆਪ ਸਕਰੀਨਿੰਗ ਕਰਕੇ ਬੰਦੇ ਅੱਗੇ ਪਹੁੰਚਾ ਰਹੇ ਹਾਂ। ਅਗਲਾ ਕਿਤੇ ਬੈਠਾ, ਕੋਈ PhD ਕਰਕੇ ਬੈਠਾ, ਕੋਈ IAM ਤੋਂ ਪੜ੍ਹਿਆ, ਕੋਈ ਇੰਜੀਨੀਅਰ ਆ, ਕੋਈ ਕਿਤੇ ਆਪਣੇ ਬਿਜ਼ਨਸਮੈਨ ਆ, ਜੇ ਉਹ 10 ਮਿੰਟ ਲਈ ਕਿਸੇ ਅਨਪੜ੍ਹ ਪੇਰੈਂਟਸ ਦੇ ਗਾਂ ਸਰਕਾਰੀ ਸਕੂਲ 'ਚ ਪੜ੍ਹਦੇ ਬੱਚਿਆਂ ਨੂੰ ਦੱਸ ਦਊਗਾ ਕੁਛ, ਤੇ ਉਹਦੇ 'ਚ ਕਿਸੇ ਦਾ ਕੀ ਜਾਂਦਾ ਸਾਨੂੰ ਸਮਝ ਨਹੀਂ ਆਈ ਗੱਲ ਦੀ। ਸੰਧਾਲੀਆ ਸਾਹਿਬ ਮੈਂ ਤਾਂ ਕਹਿੰਦਾ ਕਿ ਸਾਰੀਆਂ ਸਰਕਾਰਾਂ ਤੇ ਸਾਰੀਆਂ ਹੀ ਜਿਹੜੀਆਂ ਪਾਰਟੀਆਂ ਨੇ ਉਹ ਇਹ ਕੰਮ ਸ਼ੁਰੂ ਕਰਨ, ਕਿਉਂਕਿ ਜੇ ਉਹ ਇਹ ਕੰਮ ਕਰਨਗੇ ਤਾਂ ਬਹੁਤ ਵਧੀਆ। ਉਹਦੇ ਨਾਲ ਮੈਨੂੰ ਖੁਦ ਨੂੰ ਚੇਤਾ ਕਿ ਕੋਈ ਦੱਸਣ ਵਾਲਾ ਨਹੀਂ ਹੁੰਦਾ, ਕਿਉਂਕਿ ਪਰਿਵਾਰਾਂ ਦੇ ਵਿੱਚ ਬਹੁਤਾ ਜ਼ਿਆਦਾ ਅੱਗੇ ਤੱਕ ਪੜ੍ਹੇ ਲਿਖੇ ਬੰਦੇ ਨਹੀਂ ਹੁੰਦੇ। ਅੱਜ ਵੀ ਉਹੀ ਹਾਲਾਤ ਨੇ। ਕਦਮ ਚੰਗਾ, ਇਹਦੇ ਵਿੱਚ ਸਾਥ ਦੇਣਾ ਚਾਹੀਦਾ। ਸੋ ਮੈਂ ਕਹਿੰਦਾ ਕੰਮ ਹੀ ਆਪਣੇ ਹੱਥਾਂ 'ਚ ਲੈ ਲਓ। ਹੁਣ ਮੈਨੀਫੈਸਟੋ ਵੀ ਤਾਂ ਇੱਕ ਦੂਜੇ ਦਾ ਚੋਰੀ ਕਰ ਹੀ ਲਈਦਾ, ਇੱਦਾਂ ਦੀ ਚੀਜ਼ ਜਿਹੜੀ ਹੈ ਉਹ ਚੋਰੀ ਕਰ ਲੈਣੀ ਚਾਹੀਦੀ, ਜ਼ਰੂਰੀ ਹੈ। ਇੱਕ ਗੱਲ ਮੈਂ ਸੰਧਾਲੀਆ ਸਾਹਿਬ ਇੱਥੇ ਕਹਿਣੀ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜੂਝਦਾ ਪੰਜਾਬ ਮੰਚ ਬਣਿਆ ਸੀ, ਪ੍ਰੈਸ਼ਰ ਗਰੁੱਪ ਪੰਜਾਬ 'ਚ। ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਰੀਆਂ ਸਿਆਸੀ ਧਿਰਾਂ ਨੂੰ ਕਹਿੰਦੇ ਹਾਂ ਕਿ ਆਹ ਸਾਡਾ ਏਜੰਡਾ
ਪੁਲਿਸ ਦੇ ਵਿੱਚ ਚੰਗਾ ਕੰਮ ਕਰਨ ਦਾ, ਇਸ ਤਰੀਕੇ ਦੇ ਨਾਲ ਅਸੀਂ ਸਿਆਸਤਦਾਨ ਜਿਹੜੇ ਵਿਦੇਸ਼ੋਂ ਇਲਾਜ ਕਰਾਉਂਦੇ ਆਪਣੇ ਖਰਚੇ ਤੇ ਕਰਾਉਣ, ਅਸੀਂ ਉਹਨਾਂ ਤੋਂ ਆਹ ਚੀਜ਼ਾਂ ਪੁੱਛਣੀਆਂ, ਬਹੁਤ ਸਾਰੀਆਂ ਚੀਜ਼ਾਂ ਸੀ ਕਿ ਜਿਹੜੀ ਸਿਆਸੀ ਪਾਰਟੀ ਸਾਡਾ ਏਜੰਡਾ ਮੰਨੂ ਉਹ ਤਾਂ ਠੀਕ ਆ, ਨਹੀਂ ਤਾਂ ਦੂਜਿਆਂ ਦਾ ਅਸੀਂ ਵਿਰੋਧ ਕਰਾਂਗੇ। ਬੱਬੂ ਮਾਨ ਹੋਰਾਂ ਦੇ ਸਾਥੀ ਨੇ ਅਮਿਤੋਜ ਮਾਨ ਹੋਰੀ ਤੇ ਉਹਨਾਂ ਦੇ ਨਾਲ ਇੱਕ ਲੰਬੀ ਚੌੜੀ ਗੱਲਬਾਤ ਅੱਜ ਕੀਤੀ ਸੀ। ਫੋਕਸ ਪ੍ਰੋਗਰਾਮ ਖਤਮ ਹੋਣ ਤੋਂ ਠੀਕ 5 ਮਿੰਟ ਬਾਅਦ YouTube ਤੇ Facebook ਦੇ ਉੱਤੇ ਉਹ ਤਕਰੀਬਨ ਪੌਣੇ ਕੁ ਘੰਟੇ ਦਾ ਪ੍ਰੋਗਰਾਮ ਹੈ। ਉਹਨਾਂ ਨੇ ਤੈਅ ਲਾ ਕੇ ਰੱਖੀ ਸਿਆਸਤਦਾਨਾਂ ਦੀ ਕਿ ਆਖਰਕਾਰ ਪੰਜਾਬ ਕਿਵੇਂ ਡੁੱਬ ਰਿਹਾ ਤੇ ਉਹਨੂੰ ਇਸ ਵੇਲੇ ਬਚਾਉਣਾ ਕਿਉਂ ਜ਼ਰੂਰੀ ਹੈ, ਉਹ ਦੇਖਣਾ ਨਾ ਭੁੱਲਣਾ ਤੇ ਤੁਹਾਡੀਆਂ ਟਿੱਪਣੀਆਂ ਉੱਤੇ ਜ਼ਰੂਰ ਆਉਣ। ਇਹ ਬੜਾ ਜ਼ਰੂਰੀ ਹੈ ਕਿਉਂਕਿ ਦੇਖੋ ਨਾ, ਆਪਾਂ ਹੁਣ ਮੇਰਾ ਖਿਆਲ ਆਪਾਂ ਵੀ ਕੋਸ਼ਿਸ਼ ਇਹ ਕਰੀਏ ਵੀ ਜਿਹੜੀ ਇਹ ਉੱਦਾਂ ਹੀ ਆ ਵੀ ਅਗਲੇ ਨੇ ਆਖਣਾ ਵੀ ਮੈਨੂੰ ਹੁਣ ਤੂੰ ਛੱਡ ਦੇ, ਤੇ ਆਪਾਂ ਕਬੱਡੀ ਵਾਲਿਆਂ ਨੂੰ ਆਖ ਵੀ ਨਾ ਗਿੱਟੇ ਨੂੰ ਹੱਥ ਰੱਖਣਾ ਵੀਰ, ਵੀ ਨਾ ਉਧਰ ਢੇਰੀਆਂ ਵੱਲ ਜਾਣ ਦੇਣਾ, ਨਾ ਪਛਾਣ ਜਾਣ ਦੇਣਾ, ਨਾ ਸਾਹ ਹੀ ਛੱਡਣ ਦੇਣਾ, ਕੌਡੀ ਚੱਲਣੀ ਚਾਹੀਦੀ ਹੁਣ ਤੱਕ। ਕਿਉਂਕਿ ਗੱਲ ਇਹ ਆ ਨਾ ਵੀ ਜੇ ਇਹੋ ਹੀ ਇੱਕ ਮੁੱਦਾ ਜਾਂ ਇਹੋ ਹੀ ਇੱਕ ਮਸਲਾ ਇੱਥੇ 14 ਤਰੀਕ ਤੱਕ ਸਾਂਭਿਆ ਰਵੇ ਤੇ 5 ਸਾਲਾਂ 'ਚ ਕੁਛ ਨਾ ਕੁਛ ਬਦਲ ਜੂਗਾ, ਨਹੀਂ ਤੇ ਫਿਰ 14 ਨੂੰ ਵੋਟਾਂ ਪੈਣੀਆਂ ਹੀ ਤੇ 15 ਤਰੀਕ ਨੂੰ ਆਪਾਂ ਆਮ ਹੀ ਖਬਰਾਂ 'ਚ ਪੜ੍ਹਦੇ ਨੇ ਉਹ ਫਿਰ ਹੁਣ ਛੁੱਟੀਆਂ ਮਨਾਉਣ ਫਲਾਣੇ ਦੇਸ਼ ਗਏ। 28 ਦਿਨ ਨੇ ਸੰਧਾਲੀਆ ਸਾਹਿਬ, 28 ਦਿਨ ਪੰਜਾਬ ਥੱਲੇ ਨੂੰ ਜਾਂਦਾ, ਉੱਪਰ ਕਹਿ ਰਹੀ ਹੁੰਦਾ ਨਾ ਫਿਲਮਾਂ ਦੇ ਜਹਾਜ਼ ਐਂ ਜਾਂਦਾ ਹੁੰਦਾ, ਪਾਇਲਟ ਸਾਹਿਬ ਨੂੰ ਕਿਤੇ ਹੋਸ਼ ਆਉਂਦੀ ਐਂ ਕਰਦੇ ਆ ਤਾਂ ਨੂੰ, ਇਹ ਪੰਜਾਬ ਵਾਲਾ ਜਹਾਜ਼ ਥੱਲੇ ਨੂੰ ਲਿੱਥਦਾ ਹੀ, ਲੋਕਾਂ ਨੇ ਉਹ ਐਂ ਸ਼ਿਕੰਜਾ ਜਾਂ ਐਂ ਕਰੇ ਖਿੱਚਣਾ ਹੀ ਜਹਾਜ਼ ਤਾਂ ਨੂੰ ਜਾਣ ਲੱਪਣਾ ਤੇ ਉਹਦੇ ਲਈ ਤੁਹਾਡੇ ਕੋਲੇ 28 ਦਿਨ ਦਾ ਸਮਾਂ ਹੈ। ਹਾਂ ਨਹੀਂ ਇੰਨਾ ਜ਼ਰੂਰ ਕਰਨਗੇ। ਬਾਕੀ ਆਪਾਂ ਸ਼ਰਤ ਲਾਉਣੀ ਸੀ, ਟਿੱਪਣੀਆਂ ਆਉਂਦੀਆਂ ਨੇ, ਕੱਲ ਕਰਦੇ ਆ ਫਿਰ। ਟਿੱਪਣੀਆਂ 'ਚ ਲਿਖ ਦਿਓ ਕੀ ਸ਼ਰਤ ਲਾਉਣੀ ਚਾਹੀਦੀ, ਕਿੰਨੇ ਦੀ ਕਾਹਦੀ ਲਾ ਦਈਏ। ਮੈਂ ਪੁੱਛ ਲਿਆ ਸਵੇਰ ਵਾਲੇ ਪ੍ਰੋਗਰਾਮ 'ਚ, ਉਹਨਾਂ ਨੇ ਦੱਸ ਦਿੱਤਾ, ਉਹਨਾਂ ਨੇ ਇਹ ਵੀ ਤੁਹਾਡੀ ਤੈਅ ਵੀ ਬਹੁਤ ਲਾਈ, ਲੋਕਾਂ ਨੇ ਕਹਿੰਦੇ ਹਰਾਉਣਾ ਹੀ ਬੰਦਾ ਭਾਵੇਂ ਥੋੜ੍ਹਾ ਜਿਹਾ ਭਾਰਾ ਹੀ। ਮੈਂ ਨਾ ਹਰਾਓ ਤੇ ਸਹੀ, ਮੈਨੂੰ ਪਿਛਲੀ ਵਾਰ ਵੀ ਹਾਰ ਕੇ ਬੜੀ ਖੁਸ਼ੀ ਹੋਈ, ਪਰ ਐਤਕੀ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਮੈਂ ਜਿੱਤ ਜਾਣਾ ਹੀ। ਕੋਈ ਗੱਲ ਨਹੀਂ, ਤੁਸੀਂ ਚਲਿਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਚਲੋ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਤੁਸੀਂ ਪਿਆਰ ਕਰਦੇ ਹੋ, ਅੱਗੇ ਸ਼ੇਅਰ ਕਰਦੇ ਹੋ ਜੀ, ਉਹਦੇ ਲਈ ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ। ਦੇਖਦੇ ਰਹਿਣਾ ਪ੍ਰਾਈਮ ਮਿਸ਼ਨ TV, ਤੁਹਾਡਾ ਆਪਣਾ ਤੁਹਾਡੇ ਲਈ।